सत श्री अकाल बच्चे सारिਆਂ ਨੂੰ। बच्चे सक्सैस ट्री पंजाब चैनल ते सारिਆਂ ਦਾ ਸਵਾਗਤ ਹੈ। ਆਪਣਾ ਜਿਹੜਾ ਡੇਲੀ 2 ਵਜੇ ਸੈਸ਼ਨ ਚੱਲਦਾ ਕਿ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਵਿੱਚ ਜਿੰਨਾ ਮੈਥ ਤੇ ਰੀਜ਼ਨਿੰਗ ਦਾ ਪੋਰਸ਼ਨ ਆਇਆ ਹੋਇਆ ਤਾਂ ਅਗਲੇ ਹੋਣ ਵਾਲੇ ਜਿਹੜੇ ਸਾਡੇ ਐਗਜ਼ਾਮਸ ਨੇ ਆਪਾਂ ਦੇਖ ਰਹੇ ਡੇਲੀ ਕਿਸੇ ਨਾ ਕਿਸੇ ਵਿਭਾਗ ਦੀ ਨੋਟੀਫਿਕੇਸ਼ਨ ਆ ਰਹੀ ਹੈ। ਕੋਆਪਰੇਟਿਵ ਬੈਂਕ ਦਾ ਮਤਲਬ ਐਲਾਨ ਹੋਇਆ ਕਿ ਉਹਦੇ ਪੇਪਰ ਮਤਲਬ ਹੋਣੇ ਨੇ, ਮਤਲਬ ਫਾਰਮ ਭਰਨੇ ਸ਼ੁਰੂ ਹੋ ਜਾਣਗੇ ਤੇ ਫਿਰ ਅੱਗੇ ਜਾ ਕੇ ਪੇਪਰ ਹੋਣਗੇ। ਤਾਂ ਹੋਰ ਜਿਹੜੇ ਵੀ ਵਿਭਾਗਾਂ ਦੇ ਅਗਲੇ ਸਮੇਂ 'ਚ ਆਪਾਂ ਪੇਪਰ ਦੇਖਣਾ 2 ਜਾਂ 4 ਮਹੀਨੇ ਦੇ ਵਿੱਚ ਆਪਾਂ ਪੇਪਰ ਹੀ ਦੇਖਦੇ ਜਾਵਾਂਗੇ। ਤਾਂ ਪਿਛਲੇ ਸਾਲਾਂ 'ਚ ਜਿੰਨਾ ਐਗਜ਼ਾਮ ਹੋਇਆ, ਜਿੰਨਾ ਸਾਡਾ ਕੰਟੈਂਟ ਪੇਪਰਾਂ 'ਚ ਪੁੱਛਿਆ ਗਿਆ, ਉਹ ਬਹੁਤ ਆਰਾਮ ਨਾਲ ਅਸੀਂ ਰਿਪੀਟ ਹੁੰਦਾ ਦੇਖਦੇ ਰਹੇ ਹਾਂ ਹਮੇਸ਼ਾ। ਤਾਂ ਐਤਕੀ ਵੀ ਚਾਂਸਿਸ ਨੇ ਕਿ ਰਿਪੀਟ ਹੋਣਗੇ। ਤਾਂ ਉਸੇ ਇੰਟੈਂਸ਼ਨ ਦੇ ਨਾਲ, ਉਸੇ ਮਕਸਦ ਦੇ ਨਾਲ ਕਿ ਜਿਹੜਾ ਪੋਰਸ਼ਨ ਰਿਪੀਟ ਹੋਣਾ ਸਿੱਧਾ ਸਾਡਾ ਉਹ ਚੰਗੀ ਤਰ੍ਹਾਂ ਤਿਆਰ ਹੋ ਸਕੇ, ਜਾਂ ਉਹਦੇ ਨਾਲ ਦਾ ਮਿਲਦਾ ਜੁਲਦਾ ਜਾਂ ਜਿਹੜਾ ਹੋਰ ਕੁਝ ਐਕਸਪੈਕਟਡ ਹੈ ਕਿ ਇਹੋ ਜਿਹਾ ਕੁਝ ਪੇਪਰਾਂ ਦੇ ਵਿੱਚ ਇਸ ਵਾਰ ਦੇਖਿਆ ਜਾ ਸਕਦਾ, ਉਹਨੂੰ ਲੈ ਕੇ ਆਪਾਂ ਜਿਹੜਾ ਸਕਸੈਸ ਟਰੀ ਤੇ ਸੈਸ਼ਨ ਸਟਾਰਟ ਕੀਤਾ ਹੋਇਆ ਸੀ। ਉਹਦੇ ਵਿੱਚ ਅੱਜ ਦੀ ਆਪਣੀ ਮੈਥ ਦੀ ਕਲਾਸ ਹੈ, ਮੇਰੇ ਖਿਆਲ 'ਚ 8ਵੀਂ ਜਾਂ 9ਵੀਂ ਕਲਾਸ ਹੈਗੀ। ਆਪਣਾ ਡੇਲੀ ਇੱਕ ਮੈਥ ਤੇ ਇੱਕ ਰੀਜ਼ਨਿੰਗ ਦਾ ਸੈਸ਼ਨ ਇੱਕ ਦਿਨ ਛੱਡ ਕੇ ਜਾਂਦਾ ਹੈਗਾ। ਤਾਂ ਅੱਜ ਦੀ ਕਲਾਸ ਦੇ ਵਿੱਚ ਬੱਚੇ ਆਪਾਂ ਪ੍ਰੋਫਿਟ ਲੋਸ ਦੇ 2-3 ਤਰ੍ਹਾਂ ਦੇ ਕੁਐਸਚਨ ਕਰਨੇ ਨੇ ਜਿਹੜੇ ਪੁਰਾਣੇ ਪੇਪਰਾਂ 'ਚ ਆਏ ਨੇ। ਮਤਲਬ ਮੈਂ ਪੁਰਾਣੇ ਪੇਪਰਾਂ 'ਚ ਜੋ ਪੁੱਛਿਆ ਜਾਂਦਾ ਉਹ ਕੁਐਸਚਨਸ ਲਿਓ ਨਾ, ਫਿਰ ਉਹਨਾਂ ਦੇ ਨਾਲ ਮਿਲਦੇ ਜੁਲਦੇ ਜਿਹੜੇ ਜਾਂ ਤਾਂ ਬਿਲਕੁਲ ਹੀ ਸੇਮ ਹੁੰਦੇ ਆ, ਸਟੇਟਮੈਂਟ ਫਰਕ ਹੁੰਦੀ ਹੈ, ਜਾਂ ਮਾੜਾ ਮੋਟਾ ਮਤਲਬ टाइप भी चेंज हो जाता है। तो कुछ जो एक्सपैक्टेड क्वेश्चन ने कि ऐतकी पूछे जा सकते हैं। तो अज की क्लास के एक तो प्रॉफिट लॉस के क्वेश्चन देखोगे 2-3 तरह के। जे तुहाडे विचों कुछ बच्चों ने पिछले साल पटवारी का पेपर दिता सी, तो पटवारी के प्रीलिम्स के एक क्वेश्चन आया सी प्रॉफिट लॉस का, वो अज की क्लास के करांगे। उहदे नाल दे 2-3 क्वेश्चन होर करांगे। फिर अज की क्लास च आपां प्रॉफिट लॉस का डिसऑनेस्ट शॉपकीपर सारे ने जिहड़े बच्चों ने प्रॉफिट लॉस चैप्टर पढ़िया होया सारे ने डिसऑनेस्ट शॉपकीपर वाला टाइप देखा होगा, वो अज की क्लास च करना है। अज की क्लास दे विच आपां टाइम एंड वर्क दे विच जिहड़े चेन रूल के सवाल हुंदे ने, चेन रूल के सवाल करने शुरू उत्थों करांगे। पहला सवाल वही है। फिर मैंसूरेशन के 2-3 तरह के सवाल नेगे, तो एक साडे कुछ फ्रैक्शन बेस्ड क्वेश्चनस ने जिन्हां दे विच असीं फ्रैक्शनस नूं यूज़ करना है। तो अज की क्लास करीब अपनी घंटे दी चलण वाली है। तो क्लास स्टार्ट करन तो पहलां जिन्ने बच्चे जुड़ चुके हैं मतलब सैशन नूं लाइक कर दो, शेयर कर दो। आपां एक एक करके क्वेश्चनस करांगे। फिर वही गल कि कमेंट सैक्शन दे विच जदों आपां कोई भी सवाल करते होवांगे, ਜਿਹੜੇ ਤਾਂ ਬੱਚਿਆਂ ਨੂੰ ਉਹ ਸਵਾਲ ਆਲਰੇਡੀ ਆਉਂਦਾ ਹੋਊਗਾ ਉਹ ਮੇਰੀ ਵੇਟ ਨਹੀਂ ਕਰਨਗੇ ਕਿ ਮੈਂ ਸੋਲਵ ਕਰੂੰਗਾ ਤੇ ਉਹ ਫਿਰ ਆਨਸਰ ਕਰਨਗੇ। ਉਹ ਆਪਦਾ ਸਵਾਲ ਨੂੰ ਸੋਲਵ ਕਰਦੇ ਹੋਏ ਆਨਸਰ ਕਰ ਦਿਓ, ਕਿਉਂਕਿ ਕਈ ਵਾਰ ਮੈਨੂੰ ਥੋੜ੍ਹੀਆਂ ਚੀਜ਼ਾਂ ਜ਼ਿਆਦਾ ਡਿਟੇਲ 'ਚ ਸਮਝਾਉਣੀਆਂ ਪੈਂਦੀਆਂ ਨੇ ਤਾਂ ਮੈਂ ਅੱਧਾ ਪੌਣਾ ਮਿੰਟ ਵੱਧ ਲੈ ਜਾਂਦਾ। ਤਾਂ ਤੁਸੀਂ ਮੇਰੀ ਵੇਟ ਨਹੀਂ ਕਰਨੀ ਹੈਗੀ। ਜੇ ਤੁਹਾਨੂੰ ਆਲਰੇਡੀ ਉਹ ਕੁਐਸਚਨ ਆਉਂਦਾ ਤਾਂ ਆਪਦਾ ਆਨਸਰ ਕਰੋ ਕਮੈਂਟ ਸੈਕਸ਼ਨ ਦੇ ਵਿੱਚ। ਤੇ ਜਿਹੜੇ ਬੱਚਿਆਂ ਨੇ ਉਹ ਟੌਪਿਕ ਦੇਖਿਆ ਹੋਇਆ ਪਰ ਚੰਗੀ ਤਰ੍ਹਾਂ ਤਿਆਰ ਨਹੀਂ ਹੈਗਾ, ਜਾਂ ਇਹੋ ਜਿਹੇ ਸਵਾਲ ਦੇਖੇ ਨਹੀਂ ਹੈਗੇ, ਬਿਲਕੁਲ ਨਵੇਂ ਵਾਰ ਮਤਲਬ ਨਵੇਂ ਸਿਰੇ ਤੋਂ ਦੇਖ ਰਹੇ ਆ, ਪਹਿਲੀ ਵਾਰ ਦੇਖ ਰਹੇ ਆ, ਉਹ ਬੱਚੇ ਆਪਣਾ ਕਾਪੀ ਪੈਨ ਸਾਈਡ ਤੇ ਰੱਖ ਕੇ ਮੈਨੂੰ ਧਿਆਨ ਨਾਲ ਦੇਖਣਗੇ ਕਿ ਕੋਈ ਵੀ ਚੀਜ਼ ਮੈਂ ਕੁਐਸਚਨ ਨੂੰ ਕਿਵੇਂ ਰੀਡ ਕਰ ਰਿਹਾ, ਕੀ ਉਹਦੇ ਵਿੱਚੋਂ ਸਮਝ ਰਿਹਾ, ਫਿਰ ਉਹਨੂੰ ਮੈਂ ਕਿਵੇਂ ਸੋਲਵ ਕਰ ਰਿਹਾ, ਮੇਰਾ ਸੋਲਵ ਕਰਨ ਦਾ ਤਰੀਕਾ ਕੀ ਹੈ, ਮੈਂ ਕੈਲਕੂਲੇਸ਼ਨ ਕਿਵੇਂ ਕਰਦਾ, ਜੇ ਮੈਂ ਆਪਸ਼ਨ ਚੱਕ ਰਿਹਾ ਤਾਂ ਮੈਂ ਆਪਸ਼ਨ ਕਿਵੇਂ ਚੱਕ ਰਿਹਾ। ਉਹ ਬੱਚੇ ਮੈਨੂੰ ਧਿਆਨ ਨਾਲ ਦੇਖਣਗੇ ਕਿ ਮੈਂ ਕੋਈ ਚੀਜ਼ ਕਿਵੇਂ ਸੋਲਵ ਕਰਕੇ ਤੁਹਾਨੂੰ ਕਹਿ ਰਿਹਾ ਕਿ ਪੇਪਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਰਨਾ। ਤਾਂ ਦੋਨੇ ਤਰ੍ਹਾਂ ਦੇ ਬੱਚੇ ਇਸ ਤਰ੍ਹਾਂ ਇਨਵੋਲਵ ਹੁੰਦੇ ਜਾਣਗੇ। ਤੇ ਦੂਜੀ ਗੱਲ ਇਹ ਹੈ ਕਿ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਪੜ੍ਹਨਾ ਮੈਂ ਤੁਹਾਨੂੰ ਦੱਸਤਾ। ਜਿਹੜੇ ਬੱਚਿਆਂ ਨੇ 2 ਬੱਚਿਆਂ ਨੇ ਮੈਨੂੰ ਪਿਛਲੇ ਜਿਹੜੇ ਆਪਣੇ ਲੈਕਚਰਸ ਹੋਏ ਨੇ, ਪਿਛਲੇ ਜਿਹੜੇ ਸੈਸ਼ਨ ਹੋਏ ਨੇ ਉਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ 2 ਬੱਚਿਆਂ ਨੇ ਕਿਹਾ ਹੋਇਆ ਸੀ ਕਿ ਜਿਹੜਾ 2018 ਦਾ ਕੋਆਪਰੇਟਿਵ ਬੈਂਕ ਦਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਲਿਆ ਸੀ ਪੀਪੀਐਸਸੀ ਨੇ, ਉਹਦੇ ਵਿੱਚ ਇੱਕ ਵੈਨ ਡਾਇਗਰਾਮ ਵਾਲਾ ਕੁਐਸਚਨ ਆਇਆ ਸੀਗਾ। ਤਾਂ ਵੈਨ ਡਾਇਗਰਾਮ ਵਾਲਾ ਕੁਐਸਚਨ ਕਰਵਾਉਣਾ। ਤਾਂ ਬੱਚੇ ਮੈਂ ਵੈਨ ਡਾਇਗਰਾਮ ਵਾਲਾ ਕੁਐਸਚਨ ਅਗਲੇ ਜਿਹੜੀ ਆਪਣੀ ਪੀਪੀਟੀ ਇੱਕ ਤਾਂ ਅੱਜ ਦੀ ਕਲਾਸ 'ਚ ਆਪਾਂ ਪੂਰੀ ਦੀ ਪੂਰੀ ਫਾਈਲ ਕਰਨੀ ਹੈ। ਜਿਹੜੀ ਅਗਲੀ ਆਪਣਾ ਅਗਲਾ ਸੈਸ਼ਨ ਹੋਊਗਾ ਉਹਦੇ ਵਿੱਚ ਜਿਹੜੀ ਪੀਪੀਟੀ ਆ ਉਹ ਮੇਰੀ ਆਲਰੇਡੀ ਤਿਆਰ ਹੈ। ਉਹਦੇ ਵਿੱਚੋਂ ਸੈਸ਼ਨ ਮਤਲਬ ਉਹਦੇ ਵਿੱਚੋਂ ਕੁਐਸਚਨ ਇਨਕਲੂਡ ਕੀਤਾ ਹੋਇਆ। ਮੈਂ ਪਹਿਲਾਂ ਉਹ ਅੱਜ ਦੀ ਕਲਾਸ 'ਚ ਇਨਕਲੂਡ ਕੀਤਾ ਹੋਇਆ ਸੀਗਾ, ਪਰ ਅੱਜ ਦੀ ਕਲਾਸ ਮਤਲਬ ਥੋੜ੍ਹੀ ਜਿਹੀ ਲੰਬੀ ਚੱਲ ਜਾਣੀ ਸੀ, ਉਹਦੇ ਨਾਲ ਮੇਰੇ ਹੋਰ ਸੈਸ਼ਨ ਸੀਗੇ ਬਰਾਬਰ। ਤਾਂ ਇਸ ਕਰਕੇ ਅੱਜ ਦੀ ਕਲਾਸ 'ਚ ਉਹ ਕੁਐਸਚਨ ਮੈਂ ਕੱਟਿਆ। ਤਾਂ ਅਗਲੀ ਕਲਾਸ ਦੇ ਵਿੱਚ ਜਿਹੜਾ ਆਪਣਾ ਅਗਲਾ ਮੈਥ ਦਾ ਸੈਸ਼ਨ ਹੋਊਗਾ ਅਗਲੇ ਮੰਗਲਵਾਰ, ਤਾਂ ਉਹਦੇ ਵਿੱਚ ਤੁਸੀਂ ਉਹ अपना वैन डायग्राम वाला क्वेश्चन देखोगे। तो वो मैं वैन डायग्राम वाला एक होर क्वेश्चन लैके आया। तो अगली क्लास के आप वैन डायग्राम वाले 2-3 क्वेश्चन देखा। तो मेरे ख्याल अगली क्लास आप सिर्फ ही DI पढ़ांगे, वो वैन डायग्राम वाला पोर्शन पढ़ांगे। कुछ जो क्वांट्स के क्वेश्चन लैके आने हुए आप ले आवांगे, तो वो भी सैशन अपना थोड़ा इंटरस्टिंग जाऊगा। तो अज का सैशन बच्चे आप स्टार्ट करते हैं। पहला क्वेश्चन मैं कहा सी चेन रूल के विचों है। क्वेश्चन की है बच्चे, अ कंट्रैक्टर अंडरटुक अ प्रोजैक्ट टू कंप्लीट इट इन 40 डेज। एग्जामिनर कहता एक ठेकेदार ने एक प्रोजैक्ट लिया 40 दिनों च खत्म करने के लिए। मैं अंग्रेजी च एक गल समझाउना, जी एग्जामिनर ने गल अंग्रेजी च कही आ कि कंट्रैक्टर अंडरटुक अ प्रोजैक्ट टू कंप्लीट इन 40 डेज। टू कंप्लीट इन 40 डेज का मतलब ये नहीं है कि वह 40 दिनों च खत्म करता है। टू कंप्लीट इन 40 डेज का मतलब यह है कि उन्हें प्रोजैक्ट लिया 40 दिनों च खत्म करने के लिए।
ਆਪਾਂ ਦੇਖਣਾ ਕਿ 40 'ਚ ਖਤਮ ਕਰ ਸਕਦਾ ਹੈ ਕਿ ਵੱਧ ਸਮਾਂ ਲੈਂਦਾ ਜਾਂ ਜਲਦੀ ਕਰਦਾ ਹੈ। 40 'ਚ ਖਤਮ ਨਹੀਂ ਕਰ ਰਿਹਾ, 40 'ਚ ਖਤਮ ਕਰਨ ਦਾ ਉਹਦਾ ਟੀਚਾ ਹੈਗਾ, ਟਾਰਗੇਟ ਹੈ। ਫਿਰ ਉਹ ਹੁੰਦਾ ਕਿਵੇਂ ਹੈ? ਉਹ ਕਹਿੰਦਾ ਉਸ ਕੰਮ ਦੇ ਲਈ, ਉਸ ਪ੍ਰੋਜੈਕਟ ਦੇ ਲਈ ਹੀ engages 100 men at the beginning and 100 more ਆਫਟਰ 35 ਡੇਜ਼। ਐਗਜ਼ਾਮੀਨਰ ਕਹਿੰਦਾ ਵੀ ਉਸ ਪ੍ਰੋਜੈਕਟ ਦੇ ਲਈ ਜਿਹੜਾ ਉਹਨੇ 40 ਦਿਨਾਂ 'ਚ ਖਤਮ ਕਰਨਾ ਸੀ, ਕਾਪੀ ਪੈਨ ਬੰਦ ਰੱਖਿਓ, ਸੁਣੋ ਧਿਆਨ ਨਾਲ, ਉਹਨੇ ਉਹ ਕੰਮ 40 ਦਿਨਾਂ 'ਚ ਨਿਬੇੜਨਾ ਸੀ, ਤਾਂ ਉਸ ਕੰਮ ਦੇ ਲਈ ਉਹ 100 ਬੰਦੇ ਲਾ ਦਿੰਦਾ। 100 ਬੰਦੇ ਕੰਮ ਕਰਦੇ ਆ 35 ਦਿਨਾਂ ਤੱਕ, ਤੇ 35 ਦਿਨਾਂ ਬਾਅਦ 100 ਬੰਦੇ ਹੋਰ ਲੈ ਆਉਂਦਾ ਹੈ ਐਂਡ ਕੰਪਲੀਟ ਦਾ ਵਰਕ ਇਨ ਸਟਿਪੂਲੇਟਿਡ ਟਾਈਮ। ਤੇ ਜਿੰਨਾ ਸਮਾਂ ਮਿਥਿਆ ਹੁੰਦਾ, ਮਿਥੇ ਹੋਏ ਸਮੇਂ ਦੇ ਵਿੱਚ ਉਹ ਆਪਦਾ ਕੰਮ ਨਿਬੇੜ ਦਿੰਦਾ, 40 ਦਿਨਾਂ ਦੇ ਵਿੱਚ ਨਿਬੇੜ ਦਿੰਦਾ। ਤਾਂ 40 ਦਿਨਾਂ 'ਚ ਕੰਮ ਕਿਵੇਂ ਨਿਬੜਿਆ? ਪਹਿਲੇ 35 ਦਿਨ 100 ਬੰਦਿਆਂ ਨੇ ਕੰਮ ਕੀਤਾ, ਫਿਰ 35 ਤੋਂ ਲੈ ਕੇ 40 ਤੱਕ ਜਿਹੜੇ 5 ਦਿਨ ਨੇ ਉਦੋਂ 100 ਬੰਦੇ ਹੋਰ ਆ ਗਏ, 100 ਮੋਰ, ਤਾਂ 200 ਬੰਦਿਆਂ ਨੇ ਅਗਲੇ 5 ਦਿਨਾਂ 'ਚ ਕੰਮ ਖਤਮ ਕਰਤਾ। ਐਗਜ਼ਾਮੀਨਰ ਕੁਐਸਚਨ ਕੀ ਪੁੱਛ ਰਿਹਾ ਹੈ? ਇਫ ਹੀ ਹੈਡ ਨਾਟ ਐਨਗੇਜਡ ਦਾ ਐਡੀਸ਼ਨਲ ਮੈਨ, ਕਹਿੰਦਾ ਜੇ ਉਹਨੇ ਉਹ ਐਡੀਸ਼ਨਲ ਮੈਨ ਨਾ ਲਾਏ ਹੁੰਦੇ, ਹਾਊ ਮੈਨੀ ਡੇਜ਼ ਬਿਹਾਈਂਡ ਦਾ ਸ਼ੈਡਿਊਲਡ ਟਾਈਮ ਵੁੱਡ ਇਟ ਬੀ ਫਿਨਿਸ਼ਡ, ਤਾਂ ਇਹ ਫਿਰ ਕੰਮ ਕਿੰਨਾ ਡਿਲੇ ਹੁੰਦਾ, ਕਿੰਨਾ ਸ਼ੈਡਿਊਲਡ ਟਾਈਮ ਤੋਂ ਅੱਗੇ ਚੱਲ ਜਾਂਦਾ। ਬੱਚੇ ਆਪਣਾ ਸਵਾਲ ਇਹ ਆ। ਤਾਂ ਤੁਸੀਂ ਚੇਨ ਰੂਲਸ, ਮਤਲਬ ਇੰਨਾ ਕੁ ਸਾਰਿਆਂ ਨੂੰ ਪਤਾ, ਮਤਲਬ ਮੈਨੂੰ ਇੰਨੀ ਗੱਲ ਪਤਾ ਕਿ ਤੁਸੀਂ ਜਿੱਥੋਂ ਵੀ ਤਿਆਰੀ ਕੀਤੀ ਆ, ਟਾਈਮ ਐਂਡ ਵਰਕ ਚੈਪਟਰ ਜਦੋਂ ਪੜਾਉਂਦੇ ਨੇ, ਟਾਈਮ ਐਂਡ ਵਰਕ ਦੇ ਵਿੱਚ ਹੀ ਚੇਨ ਰੂਲ ਪੜ੍ਹਾ ਜਾਂਦੇ ਨੇ। ਪਰ ਅਸਲ ਦੇ ਵਿੱਚ ਚੇਨ ਰੂਲ ਬਿਲਕੁਲ ਜਿਵੇਂ ਟਾਈਮ ਐਂਡ ਵਰਕ ਕੰਪਲੀਟ ਕਰਾ ਕੇ ਆਪਾਂ ਪਾਈਪਸ ਐਂਡ ਸਿਸਟਮ ਚੈਪਟਰ, ਜੋ ਕਿ ਬਿਲਕੁਲ ਟਾਈਮ ਐਂਡ ਵਰਕ ਵਰਗਾ ਹੈ, ਤਾਂ ਪਾਈਪਸ ਐਂਡ ਸਿਸਟਮ ਬਿਲਕੁਲ ਅਲੱਗ ਚੈਪਟਰ ਪੜ੍ਹਦੇ ਆ, ਤਾਂ ਉਵੇਂ ਚੇਨ ਰੂਲ ਵੀ ਬਿਲਕੁਲ ਅਲੱਗ ਚੈਪਟਰ ਹੈ। ਪਰ ਉਹ ਕਿਉਂਕਿ ਟਾਈਮ ਐਂਡ ਵਰਕ ਦੇ ਉੱਤੇ ਬੇਸਡ ਹੈ, ਇਸ ਕਰਕੇ ਕਦੇ ਇਕੱਠੇ ਪੜ੍ਹਾ ਜਾਂਦੇ ਨੇ। ਤਾਂ ਬੱਚੇ ਚੇਨ ਰੂਲ ਦੇ ਵਿੱਚ ਤੁਸੀਂ ਹਮੇਸ਼ਾ ਇਹ ਚੀਜ਼ ਦਿਮਾਗ 'ਚ ਰੱਖਣੀ ਹੈ ਕਿ ਟੋਟਲ ਵਰਕ ਕਿੰਨਾ ਹੁੰਦਾ ਹੈ, ਐਫੀਸ਼ੀਐਂਸੀ ਇਨਟੂ ਟਾਈਮ। ਇਹ ਤਾਂ ਤੁਸੀਂ ਟਾਈਮ ਐਂਡ ਵਰਕ ਦੇ ਵਿੱਚ ਹੀ ਸਿੱਖ ਲੈਂਦੇ ਹੋ ਨਾ ਕਿ ਟੋਟਲ ਵਰਕ ਇਜ਼ ਆਲਵੇਜ਼ ਐਫੀਸ਼ੀਐਂਸੀ ਇਨਟੂ ਟਾਈਮ। ਐਫੀਸ਼ੀਐਂਸੀ ਹੁੰਦੀ ਹੈ ਕਿੰਨੇ ਬੰਦੇ ਕੰਮ ਕਰ ਰਹੇ ਨੇ। ਐਫੀਸ਼ੀਐਂਸੀ ਵੈਸੇ ਆਪਾਂ ਟਾਈਮ ਐਂਡ ਵਰਕ ਦੇ ਵਿੱਚ ਤਾਂ ਪੜ੍ਹਦੇ ਆ ਕਿ ਇੱਕ ਦਿਨ 'ਚ ਕਿੰਨਾ ਕੰਮ ਕੀਤਾ ਜਾਂਦਾ। ਟਾਈਮ ਐਂਡ ਵਰਕ ਦੇ ਵਿੱਚ ਤਾਂ ਐਫੀਸ਼ੀਐਂਸੀ ਪੜ੍ਹਦੇ ਆ ਇੱਕ ਦਿਨ 'ਚ ਕਿੰਨਾ ਕੰਮ ਕੀਤਾ ਜਾਂਦਾ। ਪਰ ਇੱਥੇ ਇੱਕ ਦਿਨ ਦਾ ਮਸਲਾ ਨਹੀਂ ਹੈਗਾ, ਇੱਥੇ ਕਦੇ 100 ਬੰਦੇ ਕੰਮ ਕਰਦੇ ਆ, ਕਦੇ 100 ਹੋਰ ਜੁੜ ਜਾਂਦੇ, 200 ਬੰਦੇ ਕੰਮ ਕਰਦੇ ਆ। ਤਾਂ ਜਿੰਨੇ ਜ਼ਿਆਦਾ ਬੰਦੇ ਹੋਣਗੇ ਡੇਲੀ ਉਨਾ ਹੀ ਜ਼ਿਆਦਾ ਕੰਮ ਹੋਊਗਾ। ਸੋ ਇੱਥੇ ਐਫੀਸ਼ੀਐਂਸੀ ਹਮੇਸ਼ਾ ਬੰਦਿਆਂ ਦੀ ਗਿਣਤੀ ਦੇ ਹਿਸਾਬ ਨਾਲ ਲਈ ਜਾਂਦੀ ਹੈ, ਤੇ ਟਾਈਮ ਹਮੇਸ਼ਾ ਕਿ ਕੰਮ ਖਤਮ ਕਰਨ ਲਈ ਕਿੰਨੇ ਡੇਜ਼ ਲੱਗੇ ਇਹ ਲਿਆ ਜਾਂਦਾ ਹੈ। ਤਾਂ ਇੱਥੋਂ ਆਪਾਂ ਨਿਚੋੜ ਕੱਢਦੇ ਹੁੰਦੇ ਚੇਨ ਰੂਲ ਦਾ ਕਿ ਜਦੋਂ ਵਰਕ ਸੇਮ ਹੁੰਦਾ ਹੈ, M1 D1 ਇਜ਼ ਇਕੁਅਲ ਟੂ M2 D2, M ਕੀ ਹੈ ਨੰਬਰ ਆਫ ਪਰਸਨਸ, D ਕੀ ਹੈ ਡੇਜ਼, ਤਾਂ ਸੇਮ ਵਰਕ ਦੇ ਕੇਸ 'ਚ M1 D1 ਇਜ਼ ਇਕੁਅਲ ਟੂ M2 D2। ਇਹ ਆਪਣਾ ਚੇਨ ਰੂਲ ਦਾ ਨਿਚੋੜ ਹੈ, ਜਿਹਦੇ ਤੇ ਆਪਾਂ ਸਾਰੇ ਦਾ ਸਾਰਾ ਚੈਪਟਰ ਚਲਾ ਦਿੰਦੇ ਹੁੰਦੇ। ਤਾਂ ਮੈਂ ਉਹੀ ਚੀਜ਼ ਲਿਖਣ ਲੱਗਿਆ ਬੱਚੇ। ਉਸ ਤੋਂ ਬਾਅਦ ਫਿਰ ਆਹ ਕੁਐਸਚਨ, ਅਗਲੇ 2-3 ਜਿਹੜੇ ਸਿਮਿਲਰ ਕੁਐਸਚਨਸ ਮੈਂ ਲੈ ਕੇ ਆਇਆ, ਸਾਰੇ ਦੇ ਸਾਰੇ ਉਹਦੇ ਨਾਲ ਕਰਾ ਦੂੰਗਾ, ਤੁਸੀਂ ਦੇਖਣਾ ਕਿ ਕਰ ਕਿਵੇਂ ਰਹੇ ਆ। ਤਾਂ ਬੱਚੇ ਆਪਣਾ ਚੱਲੂਗਾ M1 D1 ਇਜ਼ ਇਕੁਅਲ ਟੂ M2 D2। M ਤੇ D ਮੈਂ ਸਮਝਾਤੇ ਕੀ ਹੈ। ਹਾਂਜੀ, ਤਾਂ ਕੀ ਹੋਇਆ, 100 ਬੰਦੇ ਕੰਮ ਤੇ ਲਾਏ 35 ਦਿਨ ਤੱਕ, 35 ਦਿਨ ਬਾਅਦ 100 ਬੰਦੇ ਹੋਰ ਲਾਤੇ, ਮਤਲਬ 200 ਬੰਦੇ ਹੋ ਗਏ, ਤੇ ਉਹਨਾਂ ਨੇ ਮਿਥੇ ਹੋਏ ਸਮੇਂ 'ਚ ਕੰਮ ਨਿਬੇੜਤਾ। ਮਤਲਬ 35 ਤੋਂ ਬਾਅਦ ਮਿਥਿਆ ਹੋਇਆ ਸਮਾਂ ਕੀ ਰਹਿ ਗਿਆ? ਕੁੱਲ 40 ਦਿਨਾਂ 'ਚ ਜੇ ਕੰਮ ਨਿਬੇੜਨਾ ਤਾਂ 35 ਤੋਂ ਬਾਅਦ 5 ਦਿਨ ਲੱਗੇ। ਤਾਂ ਮਤਲਬ ਕੀ ਹੈ, 200 ਬੰਦਿਆਂ ਨੇ ਉਹ ਕੰਮ 5 ਦਿਨਾਂ 'ਚ ਨਿਬੇੜਤਾ। ਆਪਾਂ ਪਹਿਲੇ 35 ਦਿਨਾਂ ਦਾ ਕੰਮ ਛੇੜਿਆ ਨਹੀਂ ਹੈਗਾ। 35 ਦਿਨਾਂ 'ਚ ਤਾਂ ਜਿੰਨਾ ਕੰਮ ਹੋ ਗਿਆ ਹੋ ਗਿਆ। ਉਸ ਤੋਂ ਬਾਅਦ ਬਾਰੇ ਐਗਜ਼ਾਮੀਨਰ ਗੱਲ ਕਰ ਰਿਹਾ ਨਾ ਕਿ 35 ਤੋਂ ਬਾਅਦ 100 ਬੰਦੇ ਹੋਰ ਲਾਤੇ, ਯਾਨੀ ਕਿ 200 ਬੰਦੇ ਹੋ ਗਏ, ਉਹਨਾਂ ਨੇ 5 ਦਿਨਾਂ 'ਚ ਕੰਮ ਨਿਬੇੜਤਾ। ਐਗਜ਼ਾਮੀਨਰ ਕਹਿੰਦਾ ਜੇ ਐਡੀਸ਼ਨਲ ਮੈਨ ਨਾ ਲਾਏ ਹੁੰਦੇ ਤਾਂ ਕੰਮ ਕਿੰਨੇ ਦਿਨਾਂ 'ਚ ਨਿਬੜਦਾ। ਐਡੀਸ਼ਨਲ ਮੈਨ ਨਾ ਲਾਏ ਹੁੰਦੇ, ਮਤਲਬ 100 ਹੀ ਬੰਦੇ ਹੁੰਦੇ, ਤਾਂ ਕੰਮ ਕਿੰਨੇ ਦਿਨਾਂ 'ਚ ਨਿਬੜਦਾ। ਤਾਂ ਬੱਚੇ D2 ਦੀ ਸਾਡੀ ਵੈਲਿਊ ਆ ਜਾਊਗੀ। ਤਾਂ ਇਹ ਬੱਚੇ 00 ਨਾਲ 00 ਕੈਂਸਲ ਹੋ ਗਿਆ, ਤਾਂ D2 ਆ ਗਿਆ 10 ਡੇਜ਼। D2 ਆ ਗਿਆ 10 ਡੇਜ਼। ਤਾਂ ਕਿੰਨਾ ਡਿਲੇ ਹੋਇਆ? 5 ਤੋਂ ਬਾਅਦ 10 ਦਿਨ ਲੱਗੇ, ਮਤਲਬ 5 ਦਿਨ ਐਕਸਟਰਾ ਲੱਗੇ, 5 ਦਿਨ ਐਕਸਟਰਾ ਲੱਗੇ। ਤਾਂ ਬੱਚੇ ਸਾਡਾ ਆਨਸਰ ਕੀ ਆ ਜਾਊਗਾ? 10 - 5 ਇਜ਼ ਇਕੁਅਲ ਟੂ 5 ਡੇਜ਼। 5 ਦਿਨ ਦੇ ਨਾਲ ਤਾਂ ਉਹ ਸਮੇਂ ਤੇ ਮੁੱਕ ਗਿਆ ਨਾ, 5 ਦਿਨ ਨਾਲ ਤਾਂ ਉਹ ਸਮੇਂ ਤੇ ਮੁੱਕ ਗਿਆ। ਤਾਂ 10 ਦਿਨ ਲੱਗੇ, ਮਤਲਬ 5 ਐਕਸਟਰਾ ਲੱਗੇ, ਤਾਂ 5 ਦਿਨ ਡਿਲੇ ਹੋਇਆ। ਜਾਂ ਤਾਂ ਤੁਸੀਂ ਇਸ ਤਰ੍ਹਾਂ ਕੱਢ ਲਓ 10 - 5। ਐਗਜ਼ਾਮੀਨਰ ਜੋ ਪੁੱਛ ਰਿਹਾ ਹੈ ਹਾਊ ਮੈਨੀ ਤੋਂ ਬਾਅਦ ਪੜਾਉਣ ਲੱਗਿਆ, ਹਾਊ ਮੈਨੀ ਡੇਜ਼ ਬਿਹਾਈਂਡ ਦਾ ਸ਼ੈਡਿਊਲਡ ਟਾਈਮ ਵੁੱਡ ਇਟ ਬੀ ਫਿਨਿਸ਼ਡ। ਤਾਂ ਸ਼ੈਡਿਊਲਡ ਟਾਈਮ ਹੈ ਜਿਹੜਾ, ਉਹਦੇ ਤੋਂ ਕਿੰਨੇ ਦਿਨ ਜ਼ਿਆਦਾ ਲੱਗੇ। ਇੱਕ ਤਰੀਕਾ ਤਾਂ ਇਹ ਦੱਸਦਾ ਕਿ 5 ਸ਼ੈਡਿਊਲਡ ਟਾਈਮ ਸੀਗਾ, ਉਸ ਤੋਂ ਬਾਅਦ 10 ਲੱਗੇ, ਮਤਲਬ 5 ਐਕਸਟਰਾ ਲੱਗੇ, ਤਾਂ 5 ਦਿਨ ਡਿਲੇ ਹੋਇਆ। ਨਹੀਂ ਤਾਂ ਤੁਸੀਂ ਕੀ ਕਰਨਾ ਹੈ, 35 ਦਿਨ ਦਾ ਕੰਮ ਤਾਂ ਸਾਰਿਆਂ ਨੂੰ ਪਤਾ ਕਿ 35 ਦਿਨਾਂ ਦਾ ਕੰਮ ਹੋ ਗਿਆ। 35 ਤੋਂ ਬਾਅਦ ਜੇ 200 ਬੰਦੇ ਨੇ ਤਾਂ 5 ਦਿਨਾਂ 'ਚ ਨਿਬੇੜ ਦੇਣਗੇ, ਜੇ 100 ਬੰਦੇ ਨੇ ਤਾਂ 10 ਦਿਨ ਲੱਗਣਗੇ। 35 ਤੋਂ ਬਾਅਦ 10 ਮਤਲਬ 45 ਦਿਨ ਹੋ ਗਏ। 35 ਦਿਨ ਦਾ ਤਾਂ ਆਪਾਂ ਦੇਖ ਲਿਆ ਸੀ ਕਿ ਕਾਮਨ ਹੈ, ਦੋਨੇ ਪਾਸੇ ਛੇੜੋ ਨਾ, ਉਹ ਤੋਂ ਅੱਗੇ ਛੇੜਿਆ ਆਪਾਂ। ਤਾਂ 35 ਤੋਂ ਅੱਗੇ 10 ਦਿਨ ਲੱਗਣਗੇ, ਮਤਲਬ 45 ਹੋ ਗਏ। ਤਾਂ ਕਿੰਨਾ ਡਿਲੇ ਹੋਇਆ? 40 ਦੀ ਥਾਂ ਤੇ 45 ਲੱਗੇ, ਤਾਂ
5 ਡੇਜ਼ ਡਿਲੇ ਹੋਇਆ। ਤਾਂ ਆਨਸਰ ਬੱਚੇ ਕੀ ਆਜੂ ਸਾਡਾ ਫਸਟ ਆਪਸ਼ਨ 5 ਡੇਜ਼। ਤਾਂ ਚੇਨ ਰੂਲ ਵਾਲੇ ਸਵਾਲਾਂ 'ਚ ਹਮੇਸ਼ਾ ਤੁਸੀਂ ਆਹ ਚੀਜ਼ ਯੂਜ਼ ਕਰਨੀ ਹੈ, M1 D1 ਇਜ਼ ਇਕੁਅਲ ਟੂ M2 D2। ਜਦੋਂ ਵਰਕ ਸੇਮ ਹੋਵੇ ਤਾਂ ਯੂਜ਼ਲੀ ਵਰਕ ਸੇਮ ਹੁੰਦਾ ਹੈ, ਨਾ ਸੇਮ ਹੋਵੇ ਤਾਂ ਉਹ ਸਭ ਨੂੰ ਪਤਾ M1 D1 ਓਵਰ W1 ਇਜ਼ ਇਕੁਅਲ ਟੂ M2 D2 ਓਵਰ W2। ਇਹ ਵੀ ਆਪਾਂ ਯੂਜ਼ ਕਰਦੇ ਰਹੇ ਹਾਂਗੇ। ਅਗਲਾ ਸਵਾਲ ਦੇਖੋ ਬੱਚੇ, ਕੁਐਸਚਨ ਕੀ ਹੈ, ਅ ਬਿਲਡਰ ਡਿਸਾਈਡਡ ਟੂ ਬਿਲਡ ਅ ਫਾਰਮ ਹਾਊਸ ਇਨ 20 ਡੇਜ਼। ਕਿਸੇ ਬਿਲਡਰ ਨੇ ਇੱਕ ਫਾਰਮ ਹਾਊਸ 20 ਦਿਨਾਂ 'ਚ ਬਣਾਉਣਾ ਡਿਸਾਈਡ ਕੀਤਾ ਹੈ। 20 ਦਿਨਾਂ 'ਚ ਬਣਾ ਨਹੀਂ ਰਿਹਾ, ਡਿਸਾਈਡ ਕੀਤਾ ਕਿ 20 ਦਿਨਾਂ 'ਚ ਬਣਾਉਣਾ ਹੈ। ਉਹਦੇ ਲਈ ਹੀ ਇੰਪਲੋਇਡ 40 men ਇਨ ਦਾ ਬਿਗਿਨਿੰਗ ਐਂਡ 20 ਮੋਰ ਆਫਟਰ 10 ਡੇਜ਼। ਤਾਂ ਉਹ ਕਹਿੰਦੇ ਕਿਸੇ ਕੰਮ ਨੂੰ ਉਹਨੇ 20 ਦਿਨਾਂ 'ਚ ਨਿਬੇੜਨਾ ਸੀਗਾ, ਉਹਦੇ ਲਈ ਉਹਨੇ 40 ਬੰਦੇ ਲਾਏ ਸ਼ੁਰੂ 'ਚ, ਤੇ 10 ਦਿਨਾਂ ਬਾਅਦ 20 ਬੰਦੇ ਹੋਰ ਲਾਤੇ। ਕਹਿਣ ਦਾ ਮਤਲਬ 10 ਦਿਨ ਤਾਂ 40 ਬੰਦਿਆਂ ਨੇ ਕੰਮ ਕੀਤਾ, 10 ਦਿਨ ਬਾਅਦ 20 ਬੰਦੇ ਹੋਰ ਲਾਤੇ, ਯਾਨੀ ਕਿ 60 ਬੰਦੇ ਹੋ ਗਏ। ਐਂਡ ਕੰਪਲੀਟਡ ਦਾ ਕੰਸਟਰਕਸ਼ਨ ਇਨ ਸਟਿਪੂਲੇਟਡ ਟਾਈਮ। ਤੇ 60 ਬੰਦਿਆਂ ਨੇ ਅਗਲੇ 10 ਦਿਨਾਂ 'ਚ ਕੰਮ ਨਿਬੇੜਤਾ, ਕਿਉਂਕਿ 20 ਦੇ ਵਿੱਚੋਂ 10 ਦਿਨਾਂ ਬਾਅਦ 10 ਦਿਨ ਤੱਕ ਤਾਂ 40 ਬੰਦਿਆਂ ਨੇ ਕੰਮ ਕੀਤਾ, 10 ਦਿਨ ਬਾਅਦ 60 ਬੰਦੇ ਜਦੋਂ ਹੋ ਗਏ ਉਹਨਾਂ ਨੇ ਸਮੇਂ ਸਿਰ ਨਿਬੇੜਤਾ, ਮਤਲਬ 10 ਦਿਨ ਲਏ ਉਹਨਾਂ ਨੇ। ਐਗਜ਼ਾਮੀਨਰ ਫਿਰ ਸੇਮ ਸਵਾਲ ਪੁੱਛ ਰਿਹਾ, ਇਫ ਹੀ ਹੈਡ ਨਾਟ ਇੰਪਲੋਇਡ ਦ ਐਡੀਸ਼ਨਲ ਮੈਨ ਹਾਊ ਮੈਨੀ ਡੇਜ਼ ਬਿਹਾਈਂਡ ਦਾ ਸ਼ੈਡਿਊਲ ਵੁੱਡ ਇਟ ਹੈਵ ਬੀਨ ਫਿਨਿਸ਼ਡ। ਤਾਂ ਬੱਚੇ ਬਿਲਕੁਲ ਸੇਮ ਕੁਐਸਚਨ, ਸੇਮ ਵਰਕ ਦੇ ਕੇਸ 'ਚ M1 D1 ਇਜ਼ ਇਕੁਅਲ ਟੂ M2 D2 ਇਹ ਸਾਰਿਆਂ ਨੂੰ ਪਤਾ ਹੈ, ਕਿਉਂਕਿ ਚਾਹੇ ਤੁਸੀਂ ਪਹਿਲਾ ਕੇਸ ਕੰਸੀਡਰ ਕਰ ਲਓ, ਜਦੋਂ 40 ਬੰਦੇ 10 ਦਿਨ ਕੰਮ ਕਰਦੇ ਆ ਤੇ 10 ਦਿਨ ਬਾਅਦ 60 ਬੰਦੇ ਹੋ ਗਏ, 20 ਐਕਸਟਰਾ ਆ ਗਏ, 60 ਬੰਦੇ ਹੋ ਗਏ, ਉਹ ਕੇਸ ਕੰਸੀਡਰ ਕਰ ਲਓ। ਚਾਹੇ ਤੁਸੀਂ ਦੂਜਾ ਕੇਸ ਕੰਸੀਡਰ ਕਰ ਲਓ ਜਿਹੜਾ ਪੁੱਛ ਰਿਹਾ ਵੀ 40 ਬੰਦਿਆਂ ਨੇ 10 ਦਿਨ ਕੰਮ ਕੀਤਾ, ਉਸ ਤੋਂ ਬਾਅਦ ਵੀ 40 ਹੀ ਬੰਦੇ ਕੰਮ ਕਰ ਰਹੇ ਨੇ, ਐਡੀਸ਼ਨਲ ਨਹੀਂ ਆਏ। ਤਾਂ ਦੋਨਾਂ ਕੇਸਾਂ 'ਚ ਚਾਹੇ ਬੰਦੇ 60 ਹੋ ਗਏ ਚਾਹੇ 40 ਹੀ ਰਹਿ ਰਹੇ ਨੇ, ਪਹਿਲੇ 10 ਦਿਨ ਦਾ ਤਾਂ ਕੋਈ ਫਰਕ ਨਹੀਂ, ਦੋਨੇ ਪਾਸੇ ਸੇਮ ਆ, ਕਿਉਂਕਿ 40 ਬੰਦਿਆਂ ਨੇ 10 ਦਿਨ ਕੰਮ ਕੀਤਾ ਫਿਰ 60 ਹੋਏ, ਤਾਂ ਪਹਿਲੇ 10 ਦਿਨ ਤਾਂ 40 ਹੀ ਨੇ ਨਾ ਦੋਨੇ ਮਾਮਲਿਆਂ 'ਚ। ਤਾਂ ਜਿੱਥੇ ਜਾ ਕੇ ਫਰਕ ਪੈਂਦਾ ਬੱਚੇ ਉਹ ਵੈਲਿਊ ਚੱਕਣੀ ਹੈ। ਤਾਂ 60 ਬੰਦਿਆਂ ਨੇ ਜਿਹੜਾ ਕੰਮ 10 ਦਿਨਾਂ 'ਚ ਕਰਤਾ, ਐਗਜ਼ਾਮੀਨਰ ਕਹਿੰਦਾ ਜੇ 60 ਦੀ ਥਾਂ ਤੇ 40 ਹੀ ਹੁੰਦੇ, ਐਡੀਸ਼ਨਲ ਬੰਦੇ ਨਾ ਲਾਏ ਹੁੰਦੇ, ਤਾਂ ਕੰਮ ਕਿੰਨੇ ਦਿਨਾਂ 'ਚ ਨਿਬੜਦਾ। ਤਾਂ ਬੱਚੇ D2 ਦੀ ਵੈਲਿਊ ਕੀ ਆ ਜਾਊਗੀ, 0 ਨਾਲ 0 ਕੱਟੇਗੀ, 4 ਤੇ 60 ਕੱਟਿਆ 15 ਆ ਗਿਆ, ਤਾਂ D2 ਦੀ ਵੈਲਿਊ ਤੁਹਾਡੀ ਆ ਗਈ 15 ਡੇਜ਼। ਤਾਂ 15 ਡੇਜ਼ ਆਨਸਰ ਨਹੀਂ ਆ ਗਿਆ ਬੱਚੇ ਆਪਣਾ, 15 ਡੇਜ਼ ਲੱਗੇ 10 ਤੋਂ ਬਾਅਦ, 10 ਦਿਨਾਂ ਤੋਂ ਬਾਅਦ 15 ਦਿਨ ਲੱਗੇ, ਮਤਲਬ ਕੁੱਲ 25 ਦਿਨ ਹੋ ਗਏ। ਤਾਂ ਕਿੰਨਾ ਡਿਲੇ ਹੋਇਆ, 20 ਤੋਂ 25, 5 ਡੇਜ਼ ਡਿਲੇ ਹੋਇਆ। ਤਾਂ ਇਸ ਕੁਐਸਚਨ ਦਾ ਆਨਸਰ ਵੀ ਬੱਚੇ ਤੁਹਾਡਾ 5 ਡੇਜ਼ ਹੀ ਆ ਜਾਊਗਾ। ਹੋ ਸਕਦਾ ਇਹ ਗੱਲ ਕੁਝ ਬੱਚਿਆਂ ਨੂੰ ਨਾ ਸਮਝ ਆਈ ਹੋਵੇ ਕਿ 5 ਡੇਜ਼ ਕਿਵੇਂ ਆਇਆ। ਬੱਚੇ 15 ਦਿਨ ਕੀ ਆਇਆ ਆਨਸਰ, 15 ਦਿਨ ਆਇਆ ਕਿ 60 ਬੰਦਿਆਂ ਨੇ ਜਿਹੜਾ ਕੰਮ ਅਗਲੇ 10 ਦਿਨਾਂ 'ਚ ਕੀਤਾ। ਪਹਿਲੇ 10 ਦਿਨ ਤਾਂ 40 ਬੰਦੇ ਕੰਮ ਕਰ ਰਹੇ ਨੇ, 10 ਦਿਨਾਂ ਬਾਅਦ 20 ਹੋਰ ਲਾਤੇ ਨਾ, 60 ਬੰਦੇ ਹੋ ਗਏ, ਉਹਨਾਂ ਨੇ ਕੰਮ ਟਾਈਮ ਸਿਰ ਨਿਬੇੜਤਾ, ਮਤਲਬ 10 ਤੋਂ ਉੱਤੇ 10 ਦਿਨ ਲਏ, 20 ਦਿਨਾਂ 'ਚ ਨਿਬੇੜਨਾ ਸੀ। ਤਾਂ 60 ਬੰਦਿਆਂ ਨੇ ਜਿਹੜਾ ਕੰਮ 10 ਦਿਨਾਂ 'ਚ ਨਿਬੇੜਿਆ, 40 ਬੰਦਿਆਂ ਨੇ ਉਹ ਕੰਮ ਕਿੰਨੇ ਦਿਨਾਂ 'ਚ ਨਿਬੇੜਨਾ ਸੀ, ਉਹ ਸਾਡਾ ਆ ਗਿਆ 15 ਦਿਨ। ਤਾਂ ਆਨਸਰ 15 ਦਿਨ। ਐਗਜ਼ਾਮੀਨਰ ਨੇ ਪੁੱਛਿਆ ਕਿੰਨਾ ਡਿਲੇ ਹੋਊਗਾ, ਬਿਹਾਈਂਡ ਦਾ ਸ਼ੈਡਿਊਲ ਜਾਊਗਾ, ਤਾਂ 10 ਦਿਨਾਂ 'ਚ ਨਿਬੇੜਨਾ ਸੀ ਪਰ 15 ਲੱਗ ਗਏ, ਮਤਲਬ 5 ਦਿਨ ਡਿਲੇ ਹੋ ਗਿਆ। ਨਹੀਂ ਤਾਂ ਤੁਸੀਂ ਦੇਖੋ 40 ਬੰਦਿਆਂ ਨੇ 10 ਦਿਨ ਕੰਮ ਕੀਤਾ, ਜੇ 60 ਹੋ ਜਾਣ ਤਾਂ ਅਗਲੇ 10 'ਚ ਨਿਬੜ ਰਹੇ, ਜੇ 40 ਹੀ ਰਹਿ ਰਹੇ ਨੇ ਤਾਂ 15, ਤਾਂ 10 ਤੇ 15 25 ਦਿਨ ਲੱਗ ਗਏ ਕੁੱਲ। 40 ਬੰਦਿਆਂ ਨੂੰ ਕੁੱਲ 25 ਦਿਨ ਲੱਗ ਗਏ, 10 ਉਹ ਪਹਿਲੇ, 15 ਅੱਗੇ ਜੁੜ ਗਏ 25, ਪਰ 20 'ਚ ਨਿਬੇੜਨਾ ਸੀ ਤਾਂ ਕਿੰਨਾ ਡਿਲੇ ਹੋਇਆ, 5 ਦਿਨ ਡਿਲੇ ਹੋਇਆ। ਤਾਂ ਇੱਥੋਂ ਬੱਚੇ ਸਾਡਾ ਆਨਸਰ ਆਉਂਦਾ। ਇਹਦੇ ਨਾਲ ਮਿਲਦਾ ਜੁਲਦਾ ਤੀਜਾ ਕੁਐਸਚਨ ਥੋੜਾ ਜਿਹਾ ਅਲੱਗ, ਜਿਹਦੇ ਵਿੱਚ ਅਲੱਗ ਚੀਜ਼ ਪੁੱਛੀ ਹੈ। ਐਗਜ਼ਾਮੀਨਰ ਕਹਿੰਦਾ ਅ ਟੀਮ ਆਫ 30 men ਵਾਜ਼ ਸਪੋਜ਼ਡ ਟੂ ਫਿਨਿਸ਼ ਅ ਵਰਕ ਇਨ 38 ਡੇਜ਼। 30 ਬੰਦਿਆਂ ਦੀ ਟੀਮ ਨੇ ਕੋਈ ਕੰਮ 38 ਦਿਨਾਂ 'ਚ ਨਿਬੇੜਨਾ ਸੀ, ਨਿਬੇੜਿਆ ਨਹੀਂ ਹੈਗਾ, ਵਾਜ਼ ਸਪੋਜ਼ਡ ਟੂ ਫਿਨਿਸ਼ ਅ ਵਰਕ ਇਨ 38 ਡੇਜ਼ ਲਿਖਿਆ। ਤਾਂ 30 ਬੰਦਿਆਂ ਦੀ ਟੀਮ ਨੇ ਕੋਈ ਕੰਮ ਸੋਚਿਆ ਕਿ 38 ਦਿਨਾਂ 'ਚ ਨਿਬੇੜਾਂਗੇ, ਤਾਂ ਉਹਨਾਂ ਨੇ ਕਰਿਆ ਕਿ ਆਫਟਰ ਵਰਕਿੰਗ ਫॉर 25 ਡੇਜ਼ 5 ਮੋਰ ਮੈਨ ਵਰ ਇੰਪਲੋਇਡ ਐਂਡ ਦਾ ਵਰਕ ਵਾਜ਼ ਫਿਨਿਸ਼ਡ 1 ਡੇ ਅਰਲੀਅਰ। ਇੰਪੋਰਟੈਂਟ, ਐਗਜ਼ਾਮੀਨਰ ਕਹਿੰਦਾ 30 ਬੰਦੇ ਨੇ ਕੰਮ 38 ਦਿਨਾਂ 'ਚ ਨਿਬੇੜਨਾ ਸੀਗਾ, ਸੋਚਿਆ ਇਹ ਹੈ ਕਿ 38 ਦਿਨਾਂ 'ਚ ਨਿਬੇੜ ਦਾਂਗੇ, ਤਾਂ ਉਹਦੇ ਲਈ ਪਹਿਲੇ 25 ਦਿਨ ਇਹਨਾਂ ਨੇ ਕੰਮ ਕੀਤਾ, 30 ਬੰਦਿਆਂ ਨੇ ਪਹਿਲੇ 25 ਦਿਨ ਕੰਮ ਕੀਤਾ, ਫਿਰ 5 ਨਵੇਂ ਬੰਦੇ ਲੈ ਆਏ ਨਾਲ, ਤਾਂ 30 ਦੇ 35 ਹੋ ਗਏ। ਤੇ ਕੰਮ ਕਦੋਂ ਨਿਬੇੜਤਾ, ਦਾ ਵਰਕ ਵਾਜ਼ ਫਿਨਿਸ਼ਡ 1 ਡੇ ਅਰਲੀਅਰ, ਕਹਿਣ ਦਾ ਮਤਲਬ 38 ਦੀ ਥਾਂ ਤੇ 37 ਦਿਨਾਂ 'ਚ ਕੰਮ ਨਿਬੇੜਤਾ। ਤਾਂ ਪਹਿਲੇ 25 ਦਿਨ ਤਾਂ 30 ਹੀ ਬੰਦਿਆਂ ਨੇ ਕੰਮ ਕੀਤਾ, ਇਹਦੇ ਵਿੱਚ ਤਾਂ ਕੋਈ ਤਬਦੀਲੀ ਨਹੀਂ ਹੈਗੀ। ਪਹਿਲੇ 25 ਦਿਨ ਤਾਂ 30 ਹੀ ਬੰਦਿਆਂ ਨੇ ਕੰਮ ਕੀਤਾ, ਉਸ ਤੋਂ ਬਾਅਦ 5 ਬੰਦੇ ਹੋਰ ਆ ਗਏ, ਯਾਨੀ ਕਿ 35 ਬੰਦੇ ਹੋ ਗਏ। 35 ਬੰਦਿਆਂ ਨੇ ਕੰਮ ਇੱਕ ਦਿਨ ਪਹਿਲਾਂ ਨਿਬੇੜਤਾ, ਮਤਲਬ 38 ਦੀ ਥਾਂ ਤੇ 37 'ਚ ਨਿਬੇੜਤਾ। ਤਾਂ 25 ਤੋਂ ਉੱਤੇ 12 ਦਿਨ ਲੱਗੇ ਨਾ, 25 ਦਿਨ ਤਾਂ ਹੋ ਚੁੱਕਿਆ, 12 ਹੀ ਲੱਗੇ ਉੱਤੇ, ਤਾਂ 35 ਬੰਦਿਆਂ ਨੇ ਕੰਮ 12 ਦਿਨਾਂ 'ਚ ਨਿਬੇੜਿਆ। M1 D1 ਇਜ਼ ਇਕੁਅਲ ਟੂ 35 ਗੁਣਾ 12।
ਐਗਜ਼ਾਮੀਨਰ ਕਹਿੰਦਾ ਜੇ 5 ਨਵੇਂ ਬੰਦੇ ਨਾਲ ਆਏ ਹੁੰਦੇ ਹਾਊ ਮੈਨੀ ਡੇਜ਼ ਵੁੱਡ ਹੈਵ ਬੀਨ ਡਿਲੇਡ ਇਫ 5 ਮੋਰ ਮੈਨ ਵਰ ਨਾਟ ਇੰਪਲੋਇਡ, ਤਾਂ ਮਤਲਬ 35 ਦੀ ਥਾਂ ਤੇ 30 ਹੀ ਬੰਦੇ ਕੰਮ ਕਰਦੇ ਤਾਂ ਕੰਮ ਕਿੰਨਾ ਡਿਲੇ ਹੁੰਦਾ। ਤਾਂ D2 ਦੀ ਵੈਲਿਊ ਕੀ ਆ ਜੂਗੀ ਬੱਚੇ, 5 ਦੇ ਟੇਬਲ 'ਚ ਦੇਖੋ 7 ਤੇ 6, 6 ਤੇ 12 ਕੱਟਿਆ 2, ਤਾਂ D2 ਦੀ ਵੈਲਿਊ ਤੁਹਾਡੀ ਕਿੰਨੀ ਆ ਗਈ 14 ਡੇਜ਼। ਤਾਂ ਇੱਥੇ ਬੱਚੇ ਕਿੰਨਾ ਡਿਲੇ ਹੋਊਗਾ, ਇੱਥੇ 22 ਬਣ ਕੇ ਕਿਤੇ ਆਹ ਗਲਤੀ ਨਾ ਕਰ ਜਿਓ ਵੀ ਪਹਿਲਾਂ 12 ਦਿਨਾਂ 'ਚ ਨਿਬੇੜਦੇ ਆ ਹੁਣ 14 ਲੱਗੇ ਤਾਂ ਕਿਤੇ 2 ਦਿਨਾਂ ਦਾ ਡਿਲੇ ਕਹਿ ਦਿਓ। 2 ਦਿਨਾਂ ਦਾ ਡਿਲੇ ਗਲਤ ਹੈ। ਤਾਂ ਇੱਥੇ ਤੁਸੀਂ ਹਮੇਸ਼ਾ ਇਹ ਧਿਆਨ 'ਚ ਰੱਖਣਾ ਹੈ ਕਿ 12 ਦਿਨਾਂ 'ਚ ਟਾਈਮ ਸਿਰ ਨਹੀਂ ਮੁੱਕ ਰਿਹਾ ਕੰਮ। 12 ਦਿਨਾਂ 'ਚ ਜਦੋਂ ਕੰਮ ਮੁੱਕ ਰਿਹਾ 1 ਡੇ ਅਰਲੀਅਰ ਹੈ, 38 ਦੀ ਥਾਂ ਤੇ 1 ਡੇ ਅਰਲੀਅਰ ਹੈ 37। ਤਾਂ ਜੇ 2 ਦਿਨ ਜ਼ਿਆਦਾ ਲੱਗ ਰਹੇ ਨੇ ਤਾਂ 39 ਲੱਗ ਰਹੇ ਨੇ, ਤਾਂ ਕਿੰਨਾ ਡਿਲੇ ਹੋਇਆ, 1 ਦਿਨ ਡਿਲੇ ਹੋਇਆ। ਤਾਂ ਬੱਚੇ 2 ਦਿਨਾਂ ਦਾ ਡਿਲੇ ਨਹੀਂ ਹੈਗਾ ਇਸ ਕੁਐਸਚਨ 'ਚ, 1 ਦਿਨ ਦਾ ਡਿਲੇ ਹੈ, ਇਹ ਧਿਆਨ 'ਚ ਰੱਖਣਾ। 25 ਤੋਂ 12 ਲੱਗੇ, ਜਦੋਂ 1 ਦਿਨ ਪਹਿਲਾਂ ਮੁੱਕ ਗਿਆ ਕੰਮ 37 ਦਿਨਾਂ 'ਚ ਮੁੱਕ ਗਿਆ, ਤਾਂ ਮਤਲਬ 25 ਤੋਂ 12 ਲੱਗੇ ਤਾਂ 12 ਲਿਖਤਾ। ਹੁਣ 14 ਲੱਗਣਗੇ, D2 ਦੀ ਵੈਲਿਊ 14 ਆ ਗਈ, ਤਾਂ 25 ਤੇ 14 39, ਤਾਂ 1 ਦਿਨ ਡਿਲੇ ਹੋਇਆ ਕਿਉਂਕਿ 38 ਦਿਨਾਂ ਦਾ ਮਿਥਿਆ ਹੋਇਆ ਸੀ ਨਿਬੇੜਨ ਦੇ ਲਈ। ਸੋ ਇਸ ਕਰਕੇ 38 ਦੇ ਹਿਸਾਬ ਨਾਲ ਦੇਖਾਂਗੇ ਬੱਚੇ, 1 ਦਿਨ ਕੰਮ ਡਿਲੇ ਹੋਇਆ, ਤਾਂ ਇਸ ਕੁਐਸਚਨ ਦਾ ਆਨਸਰ 1 ਡੇ। ਆ ਜਿਹੜੇ 3 ਕੁਐਸਚਨ ਕੀਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ, ਹੁਣ ਚੇਨ ਰੂਲ ਦੇ ਜਿਹੜੇ 3 ਕੁਐਸਚਨ ਕੀਤੇ ਆ, ਤਿੰਨੇ ਦੇ ਤਿੰਨੇ ਹੀ ਪੰਜਾਬ ਦੇ ਪੇਪਰਾਂ 'ਚੋਂ ਆਏ ਨੇ। ਤਾਂ ਇਹਦੇ ਵਿੱਚ ਕੁਛ ਇਹੋ ਜਿਹਾ ਨਹੀਂ ਹੈਗਾ ਕਿ ਮੈਂ 1 ਕੁਐਸਚਨ ਪੰਜਾਬ ਦੇ ਪੁਰਾਣੇ ਪੇਪਰਾਂ 'ਚੋਂ ਲਿਆ ਤੇ 2 ਸਿਮਿਲਰ ਲਿਆ ਆ, ਤਿੰਨੇ ਕੁਐਸਚਨ ਹੀ ਬੱਚੇ ਪੁਰਾਣੇ ਪੇਪਰਾਂ ਦੇ ਕੁਐਸਚਨ ਨੇ। ਸੋ ਇਹ ਚੇਨ ਰੂਲ ਦੇ ਕੁਐਸਚਨਾਂ ਤੋਂ ਇੰਨਾ ਕੁ ਆਈਡੀਆ ਹੋ ਰਿਹਾ ਕਿ ਪੇਪਰ 'ਚ ਇਹੋ ਜਿਹਾ ਕੁਝ ਪੁੱਛਿਆ ਜਾਂਦਾ ਹੈ ਸਾਨੂੰ। ਸੋ ਆਪਾਂ ਅੱਗੇ ਦੇਖਦੇ, ਅੱਗੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਪ੍ਰੋਫਿਟ ਲਾਸ ਦੇ ਕੁਐਸਚਨਸ, ਪ੍ਰੋਫਿਟ ਲਾਸ ਦੇ 2 ਤਰ੍ਹਾਂ ਦੇ ਕੁਐਸਚਨ, ਇੱਕ ਤਾਂ ਜਿਹੜਾ ਪਿਛਲੇ ਪਟਵਾਰੀ ਦੇ ਪੇਪਰ 'ਚ ਆਇਆ ਸੀ ਪਿਛਲੀ ਅਗਸਤ ਦੇ ਵਿੱਚ, ਉਹਦੇ ਨਾਲ ਦੇ 2-3 ਕੁਐਸਚਨ ਸਿਮਿਲਰ ਲੈ ਕੇ ਆਇਆ। ਡਿਸਓਨੈਸਟ ਸ਼ਾਪਕੀਪਰ ਵਾਲੇ ਕੁਐਸਚਨ ਵੀ ਅੱਜ ਦੀ ਕਲਾਸ 'ਚ ਆਉਣਗੇ, ਮੇਰੇ ਖਿਆਲ 'ਚ ਅਖੀਰ ਤੇ ਆਉਣਗੇ। ਫਿਰ ਵਿੱਚ ਮੈਂ ਫ੍ਰੈਕਸ਼ਨਸ ਦੀ ਕੈਲਕੂਲੇਸ਼ਨ ਵਾਲੇ ਕੁਐਸਚਨ ਲੈ ਕੇ ਆਇਆ ਤੇ ਮੈਂਸੂਰੇਸ਼ਨ ਦੇ ਕੁਐਸਚਨ ਲੈ ਕੇ ਆਇਆ। ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੁਝ ਇਹੋ ਜਿਹੇ ਕੁਐਸਚਨ ਦੇਖਣੇ ਆ ਜਿਹੜੇ ਪੁਰਾਣੇ ਪੇਪਰਾਂ 'ਚ ਆਏ ਹੋਏ ਨੇ, ਤੇ ਫਿਰ ਕੁਝ ਉਹਨਾਂ ਦੇ ਨਾਲ ਦੇ ਮਿਲਦੇ ਜੁਲਦੇ ਕੁਐਸਚਨ ਕਿ ਅਸੀਂ ਇੱਕੋ ਹੀ ਕੁਐਸਚਨ ਕਰਕੇ ਅੱਗੇ ਨਾ ਚੱਲੀਏ। ਅਸੀਂ ਜਿਹੜਾ ਕੁਐਸਚਨ ਪੰਜਾਬ ਦੇ ਪੁਰਾਣੇ ਪੇਪਰ 'ਚ ਕੋਈ ਵੀ ਪੁੱਛਿਆ ਗਿਆ ਸਵਾਲ ਹੈ, ਜਿਹੜਾ ਵੀ ਸਵਾਲ ਕਰ ਰਹੇ ਹਾਂ ਕਲਾਸ 'ਚ, ਉਹਦੇ ਨਾਲ ਦੇ 2-3 ਸਵਾਲ ਹੋਰ ਦੇਖ ਲਈਏ ਕਿ ਭਾਈ ਜਮਾ ਡਿਟੋ ਸਟੇਟਮੈਂਟ ਨਹੀਂ ਆਉਂਦੀ ਤਾਂ ਘੁਮਾ ਫਿਰਾ ਕੇ ਕੁਝ ਇਹੋ ਜਿਹਾ ਵੀ ਪੁੱਛਿਆ ਜਾ ਸਕਦਾ। ਤਾਂ ਇਸ ਕਰਕੇ ਅਸੀਂ ਨਾਲ ਸਿਮਿਲਰ ਕੁਐਸਚਨਸ ਵੀ ਕਰ ਦਿਆਂਗੇ। ਤਾਂ ਮੈਂ ਫਿਰ ਕਹਿਣਾ ਕਿ ਜਿੰਨੇ ਬੱਚੇ ਬੈਠੇ ਇਸ ਸੈਸ਼ਨ ਨੂੰ ਦੇਖ ਰਹੇ ਨੇ, ਸੈਸ਼ਨ ਨੂੰ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਮਤਲਬ ਬਾਕੀ ਆਪਾਂ ਅੱਗੇ ਪੜ੍ਹਦੇ ਜਾਂਦੇ ਹਾਂ। ਅਗਲਾ ਦੇਖੋ ਬੱਚੇ ਸਵਾਲ, ਅਗਲਾ ਸਵਾਲ ਬੱਚੇ ਸਾਡਾ ਆ ਗਿਆ, ਦੇਖ ਕੇ ਜੇ ਪਤਾ ਲੱਗਦਾ ਰੁਪਿਆ ਦੀ ਗੱਲ ਹੋ ਰਹੀ ਹੈ, ਪ੍ਰੋਫਿਟ ਲਾਸ ਦਾ ਕੁਐਸਚਨ ਹੈ। ਫਾਈਂਡ ਹਿਜ਼ ਟੋਟਲ ਪ੍ਰੋਫਿਟ ਪਰਸੈਂਟ, ਇੱਥੋਂ ਪਤਾ ਲੱਗ ਗਿਆ। ਕੁਐਸਚਨ ਕੀ ਆ, ਐਗਜ਼ਾਮੀਨਰ ਕਹਿੰਦਾ ਕਮਲ ਬੋਟ ਅ ਪੇਪਰ ਸ਼ੀਟਸ, ਕਮਲ ਬੋਟ ਪੇਪਰ ਸ਼ੀਟਸ ਫॉर ₹7200। ਐਗਜ਼ਾਮੀਨਰ ਯਾਰ ਜਿਹੜੀ ਗੱਲ ਅੰਗਰੇਜ਼ੀ 'ਚ ਕਹਿ ਰਿਹਾ ਬਸ ਤੁਸੀਂ ਉਹਨੂੰ ਪੰਜਾਬੀ 'ਚ ਸਮਝਦੇ ਜਾਓ। ਜੇ ਪੜ੍ਹਦੇ ਹੋਏ ਅੰਗਰੇਜ਼ੀ 'ਚ ਕੋਈ ਸੈਂਟੈਂਸ ਪੜ੍ਹ ਰਹੇ ਆ, ਉਹਨੂੰ ਆਪਾਂ ਪੰਜਾਬੀ 'ਚ ਸਮਝਦੇ ਜਾਣਾ। ਜੇ ਉਹਦੇ ਵਿੱਚੋਂ ਕੋਈ ਨਿਚੋੜ ਜਾਂ ਕੱਢਣਾ ਕਿ ਦਿਮਾਗ ਦੇ ਵਿੱਚ ਕੱਢਦੇ ਜਾਈਏ, ਇੰਨੀ ਕੁ ਕੈਲਕੂਲੇਸ਼ਨ ਅਸੀਂ ਦਿਮਾਗ 'ਚ ਕਰ ਲਿਆ ਕਰੀਏ, ਸਾਡਾ ਮੈਥ ਬਹੁਤ ਸੌਖਾ ਹੋ ਜਾਊਗਾ। ਤਾਂ ਜਿਹੜੇ ਜਵਾਕਾਂ ਨੂੰ ਤਾਂ 4 ਅੱਖਰ ਆਉਂਦੇ ਨੇ ਉਹ ਤਾਂ ਆਪਦੇ ਤਰੀਕੇ ਨਾਲ ਟੱਕਰਾਂ ਜਿਹਾ ਮਾਰਿਆ ਕਰੋ। ਜਿਹੜੇ ਜਵਾਕਾਂ ਨੂੰ 4 ਅੱਖਰ ਵੀ ਨਹੀਂ ਆਉਂਦੇ, ਉਹ ਟੀਚਰ ਨੂੰ ਹੀ ਧਿਆਨ ਨਾਲ ਦੇਖ ਲਿਆ ਕਰੋ ਵੀ ਟੀਚਰ ਐ ਜੇ ਹੱਥ ਪੱਲਾ ਮਾਰ ਰਿਹਾ ਹੈਗਾ, ਅਸੀਂ ਵੀ ਉਵੇਂ ਜੇ ਮਾਰ ਲਿਆ ਕਰੀਏ, ਟੀਚਰ ਨੂੰ ਕਾਪੀ ਕਰ ਲਿਆ ਕਰੋ। ਤਾਂ ਇਹ ਚੀਜ਼ਾਂ ਸਿੱਖਣ ਵਾਲੀਆਂ ਹੁੰਦੀਆਂ ਨੇਗੀਆਂ। ਹਾਂਜੀ, ਉਹ ਕਹਿੰਦੇ ਕਮਲ ਨੇ ਪੇਪਰ ਸ਼ੀਟਾਂ ਖਰੀਦੀਆਂ ₹7200 ਦੀਆਂ ਐਂਡ ਸਪੈਂਟ ₹200 ਔਨ ਟਰਾਂਸਪੋਰਟ, ਤੇ ₹200 ਉਹਦਾ ਟਰਾਂਸਪੋਰਟ ਦਾ ਖਰਚਾ, ਲੈ ਕੇ ਆਉਣ ਦਾ ਖਰਚਾ ਪੈ ਗਿਆ। ਤਾਂ ₹7200 ਵੀ ਉਹਦਾ ਜੇਬ 'ਚੋਂ ਖਰਚਾ ਹੋਇਆ, ₹200 ਵੀ ਜੇਬ 'ਚੋਂ ਖਰਚਾ ਹੋਇਆ। ਤਾਂ ਉਹਦਾ ਕੋਸਟ ਪ੍ਰਾਈਸ ਕਿੰਨਾ ਹੋ ਗਿਆ, 7200 ਪਲੱਸ 200 ਵੀ ਵਿੱਚ ਹੀ ਪਊਗਾ, 7400। ਉਸ ਤੋਂ ਬਾਅਦ ਫਰਦਰ ਪੇਇੰਗ 600 ਰੁਪਏ ਹੋਰ ਪੇ ਕੀਤੇ ਐਜ਼ ਦਾ ਮਿਸਲੇਨੀਅਸ ਚਾਰਜਿਸ, ਹੀ ਮੇਡ 330 ਬਾਕਸਿਸ। ਉਹ ਕਹਿੰਦੇ ਉਹਨੇ ਪਹਿਲਾਂ 7200 ਦੀਆਂ ਤਾਂ ਪੇਪਰ ਸ਼ੀਟਾਂ ਖਰੀਦੀਆਂ, ਫਿਰ ₹200 ਦਾ ਉਹਦਾ ਲਿਆਉਣ ਦਾ ਖਰਚਾ, ਫਿਰ 600 ਰੁਪਏ ਹੋਰ ਉਹਨੇ ਆ ਚੇਪੀਆਂ ਚੂਪੀਆਂ ਹੋਰ ਸਾਰੇ ਕਾਸੇ ਸਟੈਪਲਰ ਸਟੂਪਰ ਲਿਆਂਦੇ ਹੋਣਗੇ, ਮਤਲਬ ਸਟੇਸ਼ਨਰੀ ਦਾ ਸਮਾਨ ਲਿਆਂਦਾ ਹੋਊਗਾ, ਉਹਦਾ ਕੁੱਲ ਖਰਚਾ ਹੋ ਗਿਆ। ਉਹ ਤੋਂ ਬਾਅਦ ਉਹਨੇ ਉਹਦੇ 330 ਡੱਬੇ ਬਣਾਏ ਵਿਚ ਹੀ ਸੋਲਡ ਐਟ ₹28 ਈਚ, ਤੇ ਉਹ 330 ਡੱਬੇ ਉਹਨੇ ਵੇਚੇ ₹28 ਦੇ ਹਿਸਾਬ ਨਾਲ। ਤਾਂ ਇਹ ਸਾਰੇ ਦੇ ਵਿੱਚ ਉਹਦਾ ਪ੍ਰੋਫਿਟ ਪਰਸੈਂਟ ਫਾਈਂਡ ਕਰਨਾ। ਤਾਂ ਬੱਚੇ ਇੰਨੀ ਗੱਲ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ, ਬਹੁਤ ਬੇਸਿਕ ਗੱਲ ਲਿਖਣ ਲੱਗਿਆ। ਕੀ ਹੋਈ ਜਾਂਦਾ ਯਾਰ, ਇਹ ਬਹੁਤ ਬੇਸਿਕ ਗੱਲ ਲਿਖਣ ਲੱਗਿਆ ਕਿ ਇੰਨਾ ਕੁ ਮੈਂ ਉਮੀਦ ਕਰਦਾ ਸਾਰੇ ਬੱਚਿਆਂ ਨੂੰ ਪਤਾ ਕਿ ਪ੍ਰੋਫਿਟ ਕਦੋਂ ਹੁੰਦਾ, ਜਦੋਂ ਦੇਖੋ ਕਾਸਟ ਪ੍ਰਾਈਸ ਤੇ ਸੈਲਿੰਗ ਪ੍ਰਾਈਸ ਦੇ ਬਾਰੇ ਸਾਰਿਆਂ ਨੂੰ ਪਤਾ। ਕਾਸਟ ਪ੍ਰਾਈਸ ਕੀ ਹੁੰਦਾ, ਉਹ ਕਾਸਟ ਜਿਹੜੀ ਸਾਡੀ ਪੱਲਿਓਂ ਲੱਗਦੀ ਹੈ, ਜਿਹੜੇ ਸਾਡੇ ਜੇਬ 'ਚੋਂ ਪੈਸੇ ਲੱਗਦੇ ਆ, ਦੈਟ ਇਜ਼ ਕਾਸਟ ਪ੍ਰਾਈਸ। ਤੇ ਜਿਹੜੇ ਪੈਸੇ ਸਾਨੂੰ ਮਿਲਦੇ ਆ ਕੋਈ ਸਮਾਨ ਵੇਚਣ ਤੇ, ਉਹ ਸੈਲਿੰਗ ਪ੍ਰਾਈਸ ਹੁੰਦਾ। ਤਾਂ ਪ੍ਰੋਫਿਟ ਹੁੰਦਾ ਜਦੋਂ SP ਜ਼ਿਆਦਾ ਹੋਵੇ CP ਨਾਲੋਂ। ਤੇ ਕਿੰਨਾ ਪ੍ਰੋਫਿਟ ਹੁੰਦਾ, SP ਮਾਈਨਸ CP। ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈਗਾ, ਮੈਂ ਬਸ ਇਹ ਉਮੀਦ ਕਰ ਰਿਹਾ। ਤਾਂ ਬੱਚੇ ਆਪਾਂ ਪ੍ਰੋਫਿਟ ਪਰਸੈਂਟ ਕੱਢਣਾ, ਤਾਂ ਪਰਸੈਂਟੇਜ ਦੇ ਵਿੱਚ ਕੱਢ ਲਾਂਗੇ। ਪਹਿਲਾਂ ਪ੍ਰੋਫਿਟ ਕੈਲਕੂਲੇਟ ਕਰ ਲਿਆ ਕਿੰਨਾ ਹੋ ਰਿਹਾ। ਤਾਂ ਬੱਚੇ CP ਕਿੰਨਾ ਹੈ, CP ਆ ਉਹਦਾ ਪਹਿਲਾਂ 7200 ਦੀਆਂ ਸ਼ੀਟਾਂ ਖਰੀਦੀਆਂ, ₹200 ਲਿਆਉਣ ਦਾ ਖਰਚਾ, ₹600 ਉੱਤੇ ਲੱਗ ਗਏ ਉਹਦੇ। ਤਾਂ 72 ਤੇ 2 74 ਪਲੱਸ 6 ₹8000 ਉਹਦਾ ਕਾਸਟ ਪ੍ਰਾਈਸ ਹੈ। ₹8000 ਉਹਦਾ ਕਾਸਟ ਪ੍ਰਾਈਸ ਹੈ। ਸੈਲਿੰਗ ਪ੍ਰਾਈਸ ਕਿੰਨਾ ਹੈ,
ਉਹਨੇ 330 ਡੱਬੇ ਬਣਾਏ ਤੇ ਹਰ ਇੱਕ ਡੱਬਾ 28 ਰੁਪਏ ਦਾ ਵੇਚਿਆ, ਈ ਚ ਲਿਖਿਆ ਹੋਇਆ। ਤਾਂ 330 ਡੱਬੇ ਕਿੰਨੇ ਦੇ ਵੇਚੇ ਹੋਣਗੇ? 330 ਗੁਣਾ 28। ਹੁਣ 330 ਗੁਣਾ 28 ਕਿਵੇਂ ਕਰੋਗੇ? ਪੂਰੇ ਦਾ ਪੂਰਾ 28 ਚੱਕ ਲਓ ਜੀ। 28 ਦੇ ਟੇਬਲ 'ਚ 330, 28 ਗੁਣਾ 0 0, 28 ਗੁਣਾ 3 84, 4 ਲਿਖਿਆ 8 ਕੈਰੀ, 28 ਗੁਣਾ 3 ਫਿਰ 84 ਤੇ 3 ਕੈਰੀ ਸੀ, ਕਿੰਨਾ ਕੈਰੀ ਸੀ? 8 ਕੈਰੀ ਸੀ। 84 ਤੇ 8 ਹੋ ਗਿਆ 92। ਤਾਂ ਇਹ ਆ ਗਿਆ ਬੱਚੇ ਤੁਹਾਡਾ 9240। ਤਾਂ ਬੱਚੇ ਤੁਹਾਡਾ ਸੀਪੀ ਕਿੰਨਾ ਹੈ? 8000। ਤੁਹਾਡਾ ਐਸਪੀ ਕਿੰਨਾ ਹੈ? 9240। ਐਗਜ਼ਾਮੀਨਰ ਕਹਿੰਦਾ ਪ੍ਰੋਫਿਟ ਦੱਸੋ ਕਿੰਨਾ ਹੈ? ਤਾਂ ਪ੍ਰੋਫਿਟ ਤੁਸੀਂ ਕੈਲਕੂਲੇਟ ਕਰ ਲਓਗੇ ਮਾਈਨਸ ਕਰਕੇ, ਪ੍ਰੋਫਿਟ ਆ ਗਿਆ 1240। ਪਰ ਤੁਸੀਂ ਪ੍ਰੋਫਿਟ ਪਰਸੈਂਟ ਕੈਲਕੂਲੇਟ ਕਰਨਾ ਤਾਂ 1240 ਰੁਪਏ ਦਾ ਪ੍ਰੋਫਿਟ ਹਮੇਸ਼ਾ ਸੀਪੀ ਤੇ ਦੇਖਿਆ ਜਾਊਗਾ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100। ਤਾਂ 00 ਨਾਲ 00 ਕੱਟੀ ਗਈ, ਉੱਪਰ 1 0 ਥੱਲੇ 1 0 ਕੱਟਿਆ ਗਿਆ। 124/8, 4 ਦੇ ਟੇਬਲ 'ਚ 31, 4 ਦੇ ਟੇਬਲ 'ਚ 2, ਤਾਂ 31/2 ਹੁੰਦਾ। 30/2 ਸਾਰਿਆਂ ਨੂੰ ਪਤਾ 15 ਹੁੰਦਾ, ਤਾਂ 31/2 15.5% ਬੱਚੇ ਤੁਹਾਡਾ ਆਨਸਰ ਆ ਗਿਆ। ਤਾਂ ਇਸ ਕੁਐਸਚਨ ਦਾ ਆਨਸਰ ਥਰਡ ਆਪਸ਼ਨ ਦੇਖੋ ਜੀ 15 1/2। ਮੈਂ ਉੱਥੇ 0.5 ਲਿਖਤਾ, ਮੈਂ ਡੈਸੀਮਲ 'ਚ ਲਿਖਤਾ, ਆਪਸ਼ਨ ਸਾਡੇ ਫ੍ਰੈਕਸ਼ਨ 'ਚ ਨੇ 15.5%, 15 1/2% ਆਨਸਰ ਆ ਗਿਆ। ਤਾਂ ਬੱਚੇ ਪ੍ਰੋਫਿਟ ਬਾਰੇ ਸਾਰਿਆਂ ਨੂੰ ਪਤਾ ਕਿ ਐਸਪੀ ਮਾਈਨਸ ਸੀਪੀ ਹੁੰਦਾ। ਜੇ ਕਿਤੇ ਸੀਪੀ ਜ਼ਿਆਦਾ ਹੁੰਦਾ ਐਸਪੀ ਘੱਟ ਹੁੰਦਾ ਫਿਰ ਲਾਸ ਹੁੰਦਾ ਸੀਪੀ ਮਾਈਨਸ ਐਸਪੀ। ਇਹ ਸਾਨੂੰ ਸਾਡਾ ਬੇਸਿਕ ਪਤਾ ਹੈ। ਫਿਰ ਅਸੀਂ ਕਾਸਟ ਪ੍ਰਾਈਸ ਕੱਢਿਆ। ਕਾਸਟ ਪ੍ਰਾਈਸ ਕੀ ਹੁੰਦਾ? ਉਹ ਪੈਸਾ ਜਿਹੜਾ ਸਾਡੀ ਜੇਬ 'ਚੋਂ ਲੱਗਿਆ, ਜਿਹੜਾ ਸਾਡਾ ਖਰਚਾ ਹੋਇਆ। ਤਾਂ ਖਰਚਾ ਹੋਇਆ 7200 ਰੁਪਏ ਦੀਆਂ ਸ਼ੀਟਾਂ ਖਰੀਦਿਆ, 200 ਰੁਪਏ ਲਿਆਉਣ ਦਾ ਖਰਚਾ 600 ਉੱਤੇ ਲੱਗ ਗਿਆ, ਤਾਂ 8000 ਉਹਦਾ ਸੀਪੀ। ਸੈਲਿੰਗ ਪ੍ਰਾਈਸ ਕੀ ਹੈ? 330 ਡੱਬੇ ਬਣਾਏ, ਹਰ ਇੱਕ ਡੱਬਾ 28 ਦਾ ਵੇਚਿਆ, ਤਾਂ 330 ਗੁਣਾ 28 9240। ਹੁਣ ਕੁਝ ਬੱਚਿਆਂ ਤੋਂ ਮੈਂ ਉਮੀਦ ਕਰਦਾ ਕਿ ਜਿਨ੍ਹਾਂ ਦੀ ਕੈਲਕੂਲੇਸ਼ਨ ਬਹੁਤ ਵੀਕ ਹੈ, ਮਲਟੀਪਲੀਕੇਸ਼ਨ ਬਹੁਤ ਵੀਕ ਹੈ, ਉਹ ਟੇਬਲ ਟੂਬਲ ਚੰਗੀ ਤਰ੍ਹਾਂ ਯਾਦ ਕਰ ਲਿਓ, ਕਿਤੇ ਪੇਪਰ 'ਚ ਇੱਥੇ ਹੀ ਸਾਡਾ ਟਾਈਮ ਵੇਸਟ ਹੋਈ ਜਾਵੇ। 28 ਗੁਣਾ 330 ਕਰਦੇ ਅਸੀਂ ਬਹੁਤ ਟਾਈਮ ਵੇਸਟ ਕਰ ਦਈਏ। ਇਹ ਮਤਲਬ ਜਿਹੜੇ ਕੈਲਕੂਲੇਸ਼ਨਸ ਨੇ ਇਹਨਾਂ 'ਚ ਸਮਾਂ ਬਚਾਉਣਾ ਹੁੰਦਾ, ਤਾਂ ਉਨੀ ਕੁ ਕੈਲਕੂਲੇਸ਼ਨ ਦੀ ਪ੍ਰੈਕਟਿਸ ਰੱਖਣੀ ਹੈ ਸਾਰੇ ਬੱਚਿਆਂ ਨੇ। ਇਹਦੇ ਨਾਲ ਇਹ ਪੁਰਾਣੇ ਪੇਪਰ ਦਾ ਕੁਐਸਚਨ ਹੈ ਬੱਚੇ। ਇਹਦੇ ਨਾਲ ਦਾ ਕੁਐਸਚਨ, ਅ ਡੀਲਰ ਬਾਇਜ਼ ਐਨ ਆਰਟੀਕਲ ਮਾਰਕਡ ਐਟ ₹24,000। ਇਹ ਮੈਂ ਆਪਣੇ ਵੱਲੋਂ ਕੁਐਸਚਨ ਲੈ ਕੇ ਆਇਆ, ਇਹ ਮੈਂ ਕੁਐਸਚਨ ਕਰਵਾਉਣਾ। ਇਹ ਤੋਂ ਅਗਲਾ ਕੁਐਸਚਨ ਹੈ ਜਿਹੜਾ, ਇਹ ਕੁਐਸਚਨ ਸਾਡਾ ਜਿਹੜਾ ਮੈਂ ਪਟਵਾਰੀ ਦੇ ਪੇਪਰ 'ਚ ਕਹਿ ਰਿਹਾ। ਤਾਂ ਪ੍ਰੋਫਿਟ ਲੋਸ ਦੇ ਜਿਹੜੇ ਇਹ 3 ਕੁਐਸਚਨ ਹੋ ਗਏ, ਇੱਕ ਆਪਾਂ ਕਰ ਲਿਆ, 2 ਆਪਾਂ ਕਰਨੇ ਆ। 3 'ਚੋਂ 2 ਪੁਰਾਣੇ ਪੇਪਰਾਂ ਦੇ, ਇੱਕ ਜਿਹੜਾ ਵਿਚਲਾ ਕੁਐਸਚਨ ਜਿਹੜਾ ਹੁਣ ਕਰਨ ਲੱਗਿਆ ਉਹ ਮੈਂ ਆਪਦੇ ਵੱਲੋਂ ਸਿਮਿਲਰ ਕੁਐਸਚਨ ਲੈ ਕੇ ਆਇਆ। ਐਗਜ਼ਾਮੀਨਰ ਕਹਿੰਦਾ ਅ ਡੀਲਰ ਬਾਇਜ਼ ਐਨ ਆਰਟੀਕਲ ਮਾਰਕਡ ਐਟ ₹24,000 with 2 successive discounts of 16 2/3% and 5%. ਉਹ ਕਹਿੰਦੇ he spends ₹1,000 on its repairs and sells it for ₹25,000. what is his gain or loss percent? ਆਪਾਂ ਇਹ ਦੇਖਣਾ ਕਿ ਗੇਨ ਹੋ ਰਿਹਾ ਜਾਂ ਲਾਸ ਹੋ ਰਿਹਾ, ਤੇ ਫਿਰ ਜੋ ਵੀ ਹੋ ਰਿਹਾ ਉਹਨੂੰ ਪਰਸੈਂਟੇਜ ਦੇ ਵਿੱਚ ਆਪਾਂ ਕੈਲਕੂਲੇਟ ਕਰਨਾ ਹੈ। ਤਾਂ ਬੱਚੇ ਗੇਨ ਜਾਂ ਲਾਸ ਜਿਹੜਾ ਹੋਊਗਾ ਉਹ ਹਮੇਸ਼ਾ ਸੀਪੀ ਦੇ ਉੱਤੇ ਕੈਲਕੂਲੇਟ ਕੀਤਾ ਜਾਊ, ਪਰਸੈਂਟੇਜ ਕੱਢ ਲਾਂਗੇ ਗੁਣਾ 100 ਕਰਕੇ, ਇਹ ਸਾਰਿਆਂ ਨੂੰ ਪਤਾ ਹੈ। ਤਾਂ ਗੇਨ ਹੋ ਰਿਹਾ ਜਾਂ ਲਾਸ ਹੋ ਰਿਹਾ, ਉਹਦੇ ਲਈ ਸਾਨੂੰ ਕੀ ਦੇਖਣਾ ਪੈਣਾ ਕਿ ਸੀਪੀ ਕਿੰਨਾ ਹੈ, ਐਸਪੀ ਕਿੰਨਾ ਹੈ, ਪੱਲਿਓ ਕਿੰਨਾ ਖਰਚਾ ਹੋਇਆ ਉਹ ਸੀਪੀ ਹੈ, ਮਿਲ ਗਿਆ ਕਿੰਨਾ ਉਹ ਐਸਪੀ ਹੈ। ਤਾਂ ਸੀਪੀ ਕਿੰਨਾ ਹੈ? ਸਮਾਨ 24000 ਰੁਪਏ ਦਾ ਖਰੀਦਿਆ ਨਹੀਂ ਹੈਗਾ, ਉਹਦਾ ਮਾਰਕਡ ਪ੍ਰਾਈਸ 24000 ਹੈ। ਤਾਂ ਸਮਾਨ ਉਹਨੇ ਕਿੰਨੇ ਦਾ ਖਰੀਦਿਆ? 24000 ਰੁਪਏ ਦੇ ਉੱਤੇ ਪਹਿਲਾਂ ਉਹਨੂੰ 16 2/3% ਦਾ ਡਿਸਕਾਊਂਟ ਮਿਲਿਆ। 16 2/3% ਦਾ ਡਿਸਕਾਊਂਟ ਇਜ਼ 1/6। ਤਾਂ 1/6 ਦਾ ਡਿਸਕਾਊਂਟ ਬੱਚੇ ਫ੍ਰੈਕਸ਼ਨਸ ਨੂੰ ਕਿਵੇਂ ਰੀਡ ਕਰਦੇ ਆ? 1/6 ਦਾ ਮਤਲਬ 6 ਦੇ ਵਿੱਚੋਂ 1 ਰੁਪਏ ਦਾ ਡਿਸਕਾਊਂਟ ਮਿਲਿਆ, ਤਾਂ ਚੀਜ਼ ਉਹਨੂੰ ਕਿੰਨੇ ਦੀ ਮਿਲੀ? 5/6 ਦੀ। 6 ਦੇ ਵਿੱਚੋਂ ਜੇ 1 ਰੁਪਏ ਦਾ ਡਿਸਕਾਊਂਟ ਮਿਲ ਗਿਆ ਤਾਂ ਉਹਨੂੰ ਚੀਜ਼ ਕਿੰਨੇ ਦੀ ਮਿਲੀ? 5/6 ਦੀ। ਇਹ ਤਾਂ ਪਹਿਲਾ ਡਿਸਕਾਊਂਟ ਆ, ਪਹਿਲੇ ਡਿਸਕਾਊਂਟ ਤੋਂ ਬਾਅਦ ਚੀਜ਼ ਇੰਨੇ ਦੀ ਰਹੇਗੀ। ਪਰ ਉਹਨੇ ਦੂਜਾ ਡਿਸਕਾਊਂਟ ਵੀ ਲਿਆ 5% ਦਾ। 5% ਦੀ ਫ੍ਰੈਕਸ਼ਨ ਹੁੰਦੀ ਹੈ ਬੱਚੇ 1/20। ਤਾਂ 1/20 ਦਾ ਡਿਸਕਾਊਂਟ ਮਤਲਬ 20 ਵਾਲੀ ਚੀਜ਼ ਤੇ 1 ਡਿਸਕਾਊਂਟ ਮਿਲ ਗਿਆ, ਚੀਜ਼ ਰਹੇਗੀ 19/20 ਦੀ, 19/20 ਦੀ। ਤਾਂ ਬੱਚੇ ਉਹਦਾ ਕਾਸਟ ਪ੍ਰਾਈਸ ਕਿੰਨਾ? ਉਹਦਾ ਕਾਸਟ ਪ੍ਰਾਈਸ ਆ ਗਿਆ 4000। ਸੌਖਾ ਹੋ ਜਾਊਗਾ, ਆ ਲਓ ਜੀ, ਆਪਾਂ ਇਹ ਨਹੀਂ ਕੱਟਦੇ, ਆਪਾਂ ਕੱਟਦੇ 5 ਤੇ 20 ਕੱਟਿਆ 4 ਆ ਗਿਆ, 5 ਤੇ 20 ਕੱਟਿਆ 4 ਆ ਗਿਆ, 6 ਗੁਣਾ 4 24, ਆ ਪੂਰਾ 24 ਕੱਟ ਦੋ 1000। ਦੇਖੋ ਕੈਲਕੂਲੇਸ਼ਨ ਕਿਵੇਂ ਸੌਖੀ ਕੀਤੀ, ਮੈਂ ਸਾਰੀ ਦੀ ਸਾਰੀ ਕੈਲਕੂਲੇਸ਼ਨ ਰਿਪੀਟ ਕਰ ਦੇਣਾ ਜੇ ਕੁਝ ਬੱਚਿਆਂ ਨੂੰ ਡਾਊਟ ਆ ਕੈਲਕੂਲੇਸ਼ਨ ਆਪਾਂ ਕਰਨੀ ਹੈ। ਤਾਂ ਬੱਚੇ ਕੈਲਕੂਲੇਸ਼ਨ ਕੀ ਹੋ ਰਹੀ ਹੈ? ਸੌਰੀ, 24000 ਗੁਣਾ 5/6 ਗੁਣਾ 19/20। ਤਾਂ ਪਹਿਲਾਂ ਮੈਂ 5 ਤੇ 20 ਨੂੰ ਕੱਟਿਆ, ਥੱਲੇ 4 ਆ ਗਿਆ। ਹੁਣ ਥੱਲੇ ਕੀ 6 ਤੇ 4 24, ਪੂਰਾ 24 ਕੱਟਤਾ 1000 ਰਹਿ ਗਿਆ। ਤਾਂ 1000 ਰਹਿ ਗਿਆ, ਇੱਕ 19 ਰਹਿ ਗਿਆ। ਤਾਂ ਬੱਚੇ ਸੀਪੀ ਕਿੰਨਾ ਆ ਗਿਆ? 19000 ਰੁਪਏ। ਤਾਂ ਸੀਪੀ ਕੱਢ ਲਿਆ 19000 ਰੁਪਏ। ਐਗਜ਼ਾਮੀਨਰ ਕਹਿੰਦਾ ਹੀ ਸਪੈਂਡਸ 1000 ਰੁਪਏ ਔਨ ਇਟਸ ਰਿਪੇਅਰਸ। 19000 ਰੁਪਏ 'ਚ ਤਾਂ ਉਹਨੇ ਚੀਜ਼ ਖਰੀਦ ਲਈ, ਜਿਹੜੀ 24000 ਦੀ ਚੀਜ਼ ਸੀ, ਆ 2 ਡਿਸਕਾਊਂਟ ਲੈ ਕੇ ਉਹਨੇ 19000 ਦੀ ਖਰੀਦ ਲਈ, ਪਰ 1000 ਰੁਪਏ ਉਹਦੀ ਰਿਪੇਅਰ ਦੇ ਉੱਤੇ ਵੀ ਖਰਚਾ ਹੋਇਆ, ਤਾਂ ਉਹ ਵੀ ਕਾਸਟ ਪ੍ਰਾਈਸ ਦੇ ਵਿੱਚ ਜੁੜੂਗਾ। ਤਾਂ 1000 ਰੁਪਏ ਦਾ ਖਰਚਾ ਜੋੜ ਕੇ ਬੱਚੇ ਉਹਦਾ ਸੀਪੀ ਕਿੰਨਾ ਹੋ ਗਿਆ? ਸੀਪੀ ਹੋ ਗਿਆ 20000 ਰੁਪਏ।
ਤੇ ਸੈਲਿੰਗ ਪ੍ਰਾਈਸ ਕਿੰਨਾ ਐਂਡ ਸੈਲਸ ਇਟ ਫॉर ₹25,000 ਤੇ ਉਹਨੇ ਸੈਲਿੰਗ ਪ੍ਰਾਈਸ ਕਿੰਨਾ 25,000 ਰੁਪਏ ਦੇ ਵਿੱਚ ਉਸੇ ਚੀਜ਼ ਨੂੰ ਵੇਚਤਾ। ਤਾਂ ਬੱਚੇ ਜੇ ਸੀਪੀ 20,000 ਹੈ ਐਸਪੀ 25,000 ਹੈ ਤਾਂ 5,000 ਦਾ ਪ੍ਰੋਫਿਟ ਹੋ ਗਿਆ। 5,000 ਦਾ ਪ੍ਰੋਫਿਟ ਹੈ, ਗੇਨ ਹੈ, ਤਾਂ ਆਪਾਂ ਪਰਸੈਂਟੇਜ ਦੇ ਵਿੱਚ ਕੈਲਕੂਲੇਟ ਕਰਨਾ ਤਾਂ ਕਿੱਥੋਂ ਕੈਲਕੂਲੇਟ ਕਰਾਂਗੇ? ਹਮੇਸ਼ਾ ਸੀਪੀ ਤੋਂ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਤਾਂ ਕਰਦੇ ਹੀ 5/20 ਆ ਗਿਆ 1/4 ਹਜ਼ਾਰ ਕੱਟਿਆ ਗਿਆ ਉੱਪਰ ਥੱਲੇ 5/20 1/4 1/4 ਕਿੰਨਾ ਹੁੰਦਾ 25% ਗੇਨ। ਤਾਂ ਇਸ ਕੁਐਸਚਨ ਦੇ ਵਿੱਚ ਆਨਸਰ ਸਾਡਾ ਆ ਜਾਊਗਾ 25% ਗੇਨ ਆਪਸ਼ਨਸ ਦੇ ਵਿੱਚ, ਕਿਉਂਕਿ ਕੁਐਸਚਨ ਦੇ ਵਿੱਚ ਗੇਨ ਔਰ ਲਾਸ ਲਿਖਿਆ ਤਾਂ ਆਪਸ਼ਨਾਂ ਦੇ ਵਿੱਚ ਗੇਨ ਲਾਸ ਲਿਖਣਾ ਚਾਹੀਦਾ ਸੀ। ਤਾਂ 25% ਗੇਨ ਆਨਸਰ ਆ ਜਾਊਗਾ ਬੱਚੇ ਤੁਹਾਡਾ। ਤਾਂ ਇਹ ਬੱਚੇ ਆਪਣਾ ਮਿਲਦਾ ਜੁਲਦਾ ਪ੍ਰੋਫਿਟ ਲਾਸ ਦਾ ਕੁਐਸਚਨ ਸੀਗਾ। ਇਹਦੇ ਨਾਲ ਦਾ ਕੁਐਸਚਨ ਮੈਂ ਕਰਵਾਉਣਾ, ਇਹ ਤੋਂ ਪਹਿਲਾਂ 1 ਮਿੰਟ ਮੈਂ ਪਾਣੀ ਪੀ ਲਾਂ। ਮੈਂ ਅਗਲਾ ਕੁਐਸਚਨ ਖੋਲ ਦਿੰਨਾਗਾ ਤੁਹਾਨੂੰ, ਮੈਂ ਜਿੰਨੀ ਦੇਰ ਪਾਣੀ ਪੀਣਾ ਤੁਸੀਂ ਅਗਲਾ ਕੁਐਸਚਨ। ਇਹ ਬੱਚੇ ਜਿਹੜਾ ਆਪਣਾ ਪਿਛਲੇ ਸਾਲ ਪਟਵਾਰੀ ਦਾ ਪ੍ਰੀਲਿਮਸ ਹੋਇਆ ਹੈਗਾ 8 ਅਗਸਤ ਨੂੰ, ਉਹਦੇ ਵਿੱਚ ਪੁੱਛਿਆ ਗਿਆ ਕੁਐਸਚਨ ਹੈ, ਤੁਸੀਂ ਕੁਐਸਚਨ ਪੜ੍ਹ ਲਓ ਉਹਨਾਂ ਟਾਈਮ। ਹਾਂਜੀ ਬੱਚੇ ਕੁਐਸਚਨ ਕੀ ਹੈ? ਜੈਕਬ ਬੋਟ ਅ ਸਕੂਟਰ ਫॉर ਅ ਸਰਟਨ ਅਮਾਊਂਟ ਆਫ ਮਨੀ। ਜੈਕਬ ਨੇ ਇੱਕ ਸਕੂਟਰ ਖਰੀਦਿਆ, ਕਿੰਨੇ ਦਾ ਖਰੀਦਿਆ ਸਾਨੂੰ ਦੱਸਿਆ ਨਹੀਂ ਹੋਇਆ, ਸਰਟਨ ਅਮਾਊਂਟ ਆਫ ਮਨੀ। ਹੀ ਸਪੈਂਟ 10% ਆਫ ਦਾ ਕੋਸਟ ਔਨ ਰਿਪੇਅਰਸ। ਉਹਨੇ ਜਿੰਨੇ ਦਾ ਵੀ ਸਕੂਟਰ ਖਰੀਦਿਆ ਜੋ ਕਿ ਸਾਨੂੰ ਨਹੀਂ ਪਤਾ, ਉਹਦਾ 10% ਉਹਨੇ ਉਹਦੀ ਰਿਪੇਅਰ ਦੇ ਉੱਤੇ ਖਰਚਾ ਕੀਤਾ। ਐਂਡ ਸੋਲਡ ਦਾ ਸਕੂਟਰ ਫॉर ਅ ਪ੍ਰੋਫਿਟ ਆਫ 1100 ਤੇ 1100 ਰੁਪਏ 'ਚ ਸਕੂਟਰ ਨਹੀਂ ਵੇਚਿਆ। ਪਿਛਲੇ ਸਾਲ ਪੇਪਰ ਦੇ ਵਿੱਚ ਕੁਐਸਚਨ ਸੋਲਵ ਕਰਦੇ ਬੱਚਿਆਂ ਨੇ ਜਿਹੜੀ ਗਲਤੀ ਕੀਤੀ ਸੀ, ਸੋਲਡ ਦਾ ਸਕੂਟਰ ਫॉर ਅ ਪ੍ਰੋਫਿਟ ਆਫ 1100 ਰੁਪਏ ਦੇ ਪ੍ਰੋਫਿਟ ਦੇ ਉੱਤੇ ਵੇਚਿਆ। ਸੋ ਇਹ ਗਲਤੀ ਨਹੀਂ ਕਰਨੀ ਹੈਗੀ। ਕੁਝ ਬੱਚੇ ਗਲਤੀ ਕਰ ਗਏ ਸੀ ਕਿ 1100 ਰੁਪਏ ਦਾ ਸਕੂਟਰ ਵੇਚਿਆ ਲਾ ਕੇ 1100 ਰੁਪਏ ਦਾ ਪ੍ਰੋਫਿਟ ਲੈ ਕੇ ਵੇਚਿਆ। ਹਾਊ ਮਚ ਡਿਡ ਹੀ ਸਪੈਂਡ ਔਨ ਰਿਪੇਅਰਸ? ਆਪਾਂ ਰਿਪੇਅਰਸ ਦੇ ਉੱਤੇ ਖਰਚਾ ਦੱਸਣਾ ਕਿੰਨਾ ਹੋਇਆ ਜਿਹੜਾ ਕਿ 10% ਦਿੱਤਾ। ਇਫ ਹੀ ਮੇਡ ਅ ਪ੍ਰੋਫਿਟ ਆਫ 20%, ਜੇ ਉਹਨੂੰ 20% ਦਾ ਪ੍ਰੋਫਿਟ ਹੋਇਆ। ਤਾਂ ਬੱਚੇ ਬਹੁਤ ਸਿੰਪਲ ਕੁਐਸਚਨ ਹੈ। ਦੇਖੋ ਸਕੂਟਰ ਜਿੰਨੇ ਦਾ ਮਰਜ਼ੀ ਖਰੀਦਿਆ, 10% ਉਹਨੇ ਰਿਪੇਅਰਸ ਦੇ ਉੱਤੇ ਲਾਇਆ। ਕਹਿਣ ਦਾ ਮਤਲਬ ਜੇ ਸਕੂਟਰ 100% ਦਾ ਖਰੀਦਿਆ, ਆਪਾਂ ਪਰਸੈਂਟੇਜ ਦੇ ਵਿੱਚ ਗੱਲ ਕਰ ਲਈਏ ਤਾਂ 10% ਰਿਪੇਅਰਸ ਦੇ ਉੱਤੇ ਲਾਇਆ ਤਾਂ ਸਕੂਟਰ ਦੀ ਕਾਸਟ ਪਲੱਸ ਰਿਪੇਅਰਸ ਦੀ ਕਾਸਟ ਇਹ ਕੀ ਆ 100 ਤੇ 10 ਯਾਨੀ ਕਿ 10:1। ਇੰਨੀ ਗੱਲ ਸਮਝ ਆ ਗਈ ਜੀ ਸਾਰਿਆਂ ਨੂੰ? ਸਕੂਟਰ ਜਿੰਨੇ ਦਾ ਵੀ ਖਰੀਦਿਆ ਉਹਦਾ 10% ਉਹਨੇ ਰਿਪੇਅਰਸ ਦੇ ਉੱਤੇ ਲਾਇਆ। ਮੈਂ ਕਹਿੰਦਾ ਯਾਰ 100% ਵੀ ਲਿਖਣ ਦੀ ਲੋੜ ਨਹੀਂ, ਮੈਂ ਤੁਹਾਨੂੰ ਸਿੱਧਾ ਹੀ ਫ੍ਰੈਕਸ਼ਨ 'ਚ ਦੱਸ ਦਿੰਦਾ। 10% ਦੀ ਫ੍ਰੈਕਸ਼ਨ ਕੀ ਹੁੰਦੀ ਹੈ? 1/10 ਹੁੰਦੀ ਹੈ ਨਾ। 1/10 ਦਾ ਮਤਲਬ ਜੇ 10 ਰੁਪਏ ਦਾ ਸਕੂਟਰ ਹੈ ਤਾਂ 1 ਰੁਪਇਆ ਰਿਪੇਅਰ ਦੇ ਉੱਤੇ ਲਾਇਆ। ਜੇ ਸਕੂਟਰ 10 ਰੁਪਏ ਦਾ ਲਿਆ ਤਾਂ 1 ਰੁਪਇਆ ਰਿਪੇਅਰ ਦੇ ਉੱਤੇ ਲਾਇਆ। ਇਹ ਪੂਰਾ ਕਾਸਟ ਪ੍ਰਾਈਸ ਹੈ, ਕਿਉਂਕਿ ਸਕੂਟਰ ਜਿੰਨੇ ਦਾ ਖਰੀਦਿਆ ਤੇ ਜਿੰਨੇ ਦੀ ਉਹਦੀ ਮੁਰੰਮਤ ਕਰਾਈ ਦੋਨੇ ਕਾਸਟ ਪ੍ਰਾਈਸ 'ਚ ਗਿਣੇ ਜਾਣਗੇ, ਪੱਲੇ ਵੀ ਲੱਗ ਰਹੇ ਨੇ। ਇੰਨੇ ਦਾ ਸਕੂਟਰ ਖਰੀਦਿਆ ਤੇ 1100 ਰੁਪਏ ਦੇ ਪ੍ਰੋਫਿਟ ਤੇ ਵੇਚਤਾ ਜੋ ਕਿ 20% ਹੈ। ਤਾਂ ਇਹਦਾ ਮਤਲਬ 20% ਦੀ ਵੈਲਿਊ 1100 ਹੈ। ਐਗਜ਼ਾਮੀਨਰ ਰੁਪੀਸ ਦੇ ਵਿੱਚ ਕਹਿ ਰਿਹਾ ਕਿ 1100 ਰੁਪਏ ਦੇ ਪ੍ਰੋਫਿਟ ਤੇ ਵੇਚਿਆ, ਰੁਪੀਸ ਦੇ ਵਿੱਚ ਕਹਿ ਰਿਹਾ ਕਿ 1100 ਦੇ ਪ੍ਰੋਫਿਟ ਤੇ ਵੇਚਿਆ, ਤੇ ਪਰਸੈਂਟੇਜ ਦੇ ਵਿੱਚ ਕਹਿੰਦਾ ਕਿ ਪ੍ਰੋਫਿਟ ਆਫ 20% ਉਹਨੂੰ obtain ਹੋਇਆ, ਉਹਨੂੰ 20% ਦਾ ਪ੍ਰੋਫਿਟ ਹੋਇਆ। ਤਾਂ ਇਹਦਾ ਮਤਲਬ 20% ਦੀ ਵੈਲਿਊ 1100 ਹੈ। ਬੱਚੇ ਗਲਤੀ ਨਾਲ 120% ਦੀ ਵੈਲਿਊ 1100 ਲਿਖ ਗਏ ਸੀ, ਸੈਲਿੰਗ ਪ੍ਰਾਈਸ 1100 ਮੰਨ ਗਏ ਸੀ। ਤਾਂ 20% ਪ੍ਰੋਫਿਟ 1100 ਦੇ ਬਰਾਬਰ ਹੈ। ਤਾਂ ਸੀਪੀ ਕਿੰਨਾ ਹੋ ਜਾਊਗਾ ਬੱਚੇ? 5 ਗੁਣਾ ਕਰਕੇ 100%। ਸੀਪੀ ਹਮੇਸ਼ਾ 100% ਹੁੰਦਾ। ਤਾਂ ਬੱਚੇ ਤੁਹਾਡਾ ਸੀਪੀ ਕਿੰਨਾ ਹੋ ਜਾਊਗਾ? ਦੋਨੇ ਪਾਸੇ 5 ਗੁਣਾ ਕਰ ਦਿਓ ਤਾਂ ਸੀਪੀ ਵਿਲ ਬੀ 100%, ਦੈਟ ਇਜ਼ 5500। ਤਾਂ ਇਹ ਤੁਹਾਡਾ ਕਾਸਟ ਪ੍ਰਾਈਸ ਹੈ। ਤਾਂ ਬੱਚੇ ਟੋਟਲ ਸੀਪੀ ਕਿੰਨਾ ਹੈ? 10 ਤੇ 1 11। 10 ਦਾ ਸਕੂਟਰ ਖਰੀਦਿਆ, 1 ਰੁਪਇਆ ਰਿਪੇਅਰ ਦੇ ਉੱਤੇ ਲਾਤਾ ਤਾਂ ਟੋਟਲ ਸੀਪੀ 11। 11 ਦੀ ਵੈਲਿਊ ਤੁਹਾਡੇ ਕੋਲ 5500 ਰੁਪਏ ਆ ਚੁੱਕੀ ਹੈ। ਪਰਲੇ ਪਾਸੇ ਦੇਖੋ ਸੀਪੀ ਕੱਢਿਆ 100%। ਜੇ 11 ਦੀ ਵੈਲਿਊ 5500 ਹੈ ਤਾਂ ਰਿਪੇਅਰਸ ਦੇ ਉੱਤੇ ਕਿੰਨਾ ਖਰਚਾ ਹੋਇਆ? 11 ਦੀ ਵੈਲਿਊ 5500 ਹੈ, 500 ਗੁਣਾ, ਤਾਂ 1 ਦੀ ਵੈਲਿਊ ਵੀ 500 ਗੁਣਾ ਕਰਕੇ ਆਨਸਰ ਆ ਜਾਊਗਾ ਤੁਹਾਡਾ 500 ਰੁਪਏ। ਇਹ ਤੋਂ ਸੌਖਾ ਕੋਈ ਤਰੀਕਾ ਨਹੀਂ ਹੈਗਾ ਇਸ ਕੁਐਸਚਨ ਨੂੰ ਸੋਲਵ ਕਰਨ ਦਾ। ਜਿੰਨਾ ਮਰਜ਼ੀ ਮੱਥਾ ਮਾਰ ਲਓ, ਆਪਸ਼ਨ ਚੱਕ ਲਓ, ਜੋ ਮਰਜ਼ੀ ਕਰਕੇ ਦੇਖ ਲਓ। ਇਹ ਸਭ ਤੋਂ ਸੌਖਾ ਤਰੀਕਾ ਹੈ। ਇਹ ਸਮਝਣਾ ਕਿ ਸਕੂਟਰ ਜਿੰਨੇ ਦਾ ਵੀ ਖਰੀਦਿਆ ਉਹਦਾ 10% ਰਿਪੇਅਰਸ ਦੇ ਉੱਤੇ ਲੱਗਿਆ ਤਾਂ 10% ਦੀ ਫ੍ਰੈਕਸ਼ਨ 1/10 ਹੁੰਦੀ ਆ। 1/10 ਦਾ ਮਤਲਬ 10 ਰੁਪਏ ਦਾ ਸਕੂਟਰ ਖਰੀਦਿਆ ਤਾਂ 1 ਰੁਪਏ ਦਾ ਰਿਪੇਅਰ ਹੋਇਆ। 10 ਰੁਪਏ ਦਾ ਸਕੂਟਰ ਖਰੀਦਿਆ ਤਾਂ 1 ਰੁਪਏ ਦੀ ਰਿਪੇਅਰ ਕਰਵਾਈ ਤਾਂ ਮਤਲਬ ਪੂਰਾ ਸੀਪੀ 11 ਰੁਪਏ ਬਣ ਗਿਆ। ਪੂਰਾ ਸੀਪੀ 11 ਰੁਪਏ ਬਣ ਗਿਆ। ਉਹ 11 ਰੁਪਏ ਕਿਵੇਂ ਨਿਕਲੂਗਾ? ਉਹ ਕਹਿੰਦੇ ਸਕੂਟਰ 1100 ਰੁਪਏ ਦੇ ਪ੍ਰੋਫਿਟ ਤੇ ਵੇਚਿਆ ਜੋ ਕਿ 20% ਹੈ। ਤਾਂ ਮਤਲਬ 20% ਦੀ ਵੈਲਿਊ 1100। ਤਾਂ ਸੀਪੀ ਹਮੇਸ਼ਾ 100% ਹੁੰਦਾ। ਤਾਂ 100% ਆ ਗਿਆ 5500। 11 ਦੀ ਵੈਲਿਊ 5500 ਤਾਂ 1 ਦੀ ਵੈਲਿਊ ਕੱਢਣੀ ਹੈ। ਆਪਾਂ ਰਿਪੇਅਰ ਦਾ ਖਰਚਾ ਕੱਢਣਾ ਹੈ। ਹਾਊ ਮਚ ਡਿਡ ਹੀ ਸਪੈਂਡ ਔਨ ਰਿਪੇਅਰਸ? ਇਹ ਬੱਚੇ ਆਪਣਾ ਪਟਵਾਰੀ ਦਾ ਕੁਐਸਚਨ ਹੈ। ਕੁਝ ਬੱਚੇ ਜਿਹੜੇ ਇੱਥੇ ਬੈਠੇ ਹੋਣਗੇ, ਰਜਿੰਦਰ ਬੈਠਾ ਹੋਊਗਾ, ਮੇਰੇ ਖਿਆਲ ਸ਼ਿਵਮ ਬੈਠਾ ਹੋਊਗਾ, ਜਾਂ ਹੋਰ ਕੁਝ ਬੱਚੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਹੈਗਾ,
ਉਹ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਨੇ ਕਿ ਪੰਜਾਬ ਦੇ ਪਟਵਾਰੀ ਦੇ ਪੇਪਰ 'ਚ ਇਹ ਕੁਐਸਚਨ ਆਇਆ ਸੀ ਜਾਂ ਨਹੀਂ ਆਇਆ ਸੀ। ਮਤਲਬ ਮੈਂ ਵੈਸੇ ਦੱਸ ਰਿਹਾ ਕਿ ਆਇਆ ਸੀਗਾ, ਮਤਲਬ ਜਦੋਂ ਪੇਪਰ ਹੋਏ ਸੀਗੇ ਉਦੋਂ ਇਹ ਸਵਾਲ ਇੰਜ ਲੱਗੇ ਸੀ ਵੀ ਆਹ ਟੇਢੇ ਸਵਾਲ ਪੁੱਛ ਲਏ। ਪੇਪਰ ਦਿੰਦੇ ਸਾਨੂੰ ਐਂ ਲੱਗ ਰਿਹਾ ਸੀਗਾ ਕਿ ਯਾਰ ਪੇਪਰ ਤਾਂ ਟਿਪੀਕਲ ਆ ਰਹੇ ਨੇ, ਪੇਪਰ 'ਚ ਤਾਂ ਟੇਢੀਆਂ ਸਟੇਟਮੈਂਟਸ ਆ ਰਹੀਆਂ ਨੇ, ਕੰਪਲੀਕੇਟਿਡ ਕੰਪਲੈਕਸ ਸਟੇਟਮੈਂਟਸ ਆ ਰਹੀਆਂ ਨੇ। ਪਰ ਬੱਚੇ ਜੇ ਥੋੜ੍ਹਾ ਜਿਹਾ ਧਿਆਨ ਨਾਲ ਦੇਖਾਂਗੇ, ਚੰਗੀ ਤਰ੍ਹਾਂ ਸਿਲੇਬਸ ਤਿਆਰ ਕਰਾਂਗੇ, ਫਿਰ ਚੰਗੀ ਤਰ੍ਹਾਂ ਪ੍ਰੈਕਟਿਸ ਕਰਾਂਗੇ। ਆਪਾਂ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਜਦੋਂ ਕਰ ਰਹੇ ਤਾਂ ਪ੍ਰੈਕਟਿਸ ਹੀ ਹੋ ਰਹੀ ਹੈ ਇੱਕ ਤਰ੍ਹਾਂ ਦੀ, ਤਾਂ ਉਹ ਬੇਸਿਕਲੀ ਸਾਡੀ ਜਦੋਂ ਇੰਨੀ ਚੰਗੀ ਰਿਵੀਜ਼ਨ ਹੋਊਗੀ ਉਦੋਂ ਆਈਡੀਆ ਹੋ ਜਾਊਗਾ ਕਿ ਕੋਈ ਬਹੁਤੀਆਂ ਕੰਪਲੈਕਸ ਸਟੇਟਮੈਂਟਸ ਨਹੀਂ ਹੈਗੀਆਂ, ਕਿਉਂਕਿ ਹੁਣ ਸਾਨੂੰ ਇਹਨਾਂ ਨੂੰ ਸੌਖੇ ਤਰੀਕੇ ਨਾਲ ਸੋਲਵ ਕਰਨਾ ਆ ਗਿਆ। ਕੰਪਲੈਕਸ ਉਦੋਂ ਲੱਗਦਾ ਜਦੋਂ ਸਾਨੂੰ ਸੋਲਵ ਕਰਨ ਦਾ ਸੌਖਾ ਤਰੀਕਾ ਨਾ ਪਤਾ ਹੋਵੇ, ਐਂ ਪਤਾ ਲੱਗੇ ਵੀ ਪਹਿਲਾਂ ਉਹ ਕੱਢੋ ਜੀ, ਫਿਰ ਉਹ ਕੱਢੋ, ਫਿਰ ਉਹ ਕੱਢੋ, ਫਿਰ ਉਹ ਕੱਢੋ, ਵੀ ਇਹ 'ਚ ਤਾਂ ਬਾਹਲਾ ਕੁਛ ਕੱਢਣਾ ਪੈ ਰਿਹਾ, ਬਹੁਤ ਕੈਲਕੂਲੇਸ਼ਨਸ ਹੋ ਰਹੀਆਂ ਨੇ। ਉਦੋਂ ਲੱਗਦਾ ਕਿ ਯਾਰ ਸਟੇਟਮੈਂਟ ਸੱਚੀ ਬਹੁਤ ਕੰਪਲੈਕਸ ਹੈ। ਤਾਂ ਬੱਚੇ ਬਹੁਤਾ ਕੁਛ ਨਹੀਂ ਹੈਗਾ ਕੱਢਣ ਪਾਉਣ ਨੂੰ, ਬਹੁਤ ਆਸਾਨ ਕੁਐਸਚਨ ਹੈਗਾ। ਅਗਲੇ ਕੁਐਸਚਨਸ ਦੇਖੋ। ਅਗਲਾ ਕੁਐਸਚਨ, ਇਹ ਬੱਚੇ ਜਿਹੜੇ ਮੈਂ ਕਹਿ ਰਿਹਾ ਸੀ ਫ੍ਰੈਕਸ਼ਨਸ ਵਾਲੇ ਕੁਐਸਚਨ ਨੇ। ਇਨ ਐਨ ਆਫਿਸ ਇਹ 3 ਕੁਐਸਚਨ ਲੈ ਕੇ ਆਇਆ। ਇਹ ਤਿੰਨਾਂ 'ਚੋਂ 2 ਪੰਜਾਬ ਦੇ ਪੁਰਾਣੇ ਪੇਪਰਾਂ ਦੇ ਕੁਐਸਚਨ ਹੈ, ਇੱਕ ਮੈਂ ਮਿਲਦਾ ਜੁਲਦਾ ਕੁਐਸਚਨ ਲੈ ਕੇ ਆਇਆ। In an office, ਇਹ ਪੰਜਾਬ ਦੇ ਪੇਪਰ ਦਾ ਕੁਐਸਚਨ ਹੈ। In an office, a steno can complete typing a report in X hours. ਐਗਜ਼ਾਮੀਨਰ ਕਹਿੰਦਾ ਕਿਸੇ ਦਫ਼ਤਰ ਦੇ ਵਿੱਚ ਇੱਕ ਟਾਈਪਰਾਈਟਰ ਹੈ, ਸਟੈਨੋਗ੍ਰਾਫਰ ਹੈ, ਉਹ ਇੱਕ ਰਿਪੋਰਟ X ਘੰਟਿਆਂ 'ਚ ਟਾਈਪ ਕਰ ਪਾਉਂਦਾ ਹੈਗਾ। ਤਾਂ 2 ਘੰਟੇ ਬਾਅਦ ਉਹ ਕਹਿੰਦੇ ਹੀ ਵਾਸ ਕਾਲਡ ਅਵੇ, 2 ਘੰਟੇ ਬਾਅਦ ਉਹਨੂੰ ਆਵਾਜ਼ ਪੈ ਗਈ, ਬਾਹਰ ਬੁਲਾ ਲਿਆ। ਤਾਂ ਵਟ ਫ੍ਰੈਕਸ਼ਨਲ ਪਾਰਟ ਆਫ ਦਾ ਅਸਾਈਨਮੈਂਟ ਵਾਸ ਲੈਫਟ ਇਨਕੰਪਲੀਟ। ਤਾਂ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਐਕਸ ਦੇਖੋ, ਐਕਸ ਘੰਟਿਆਂ 'ਚ ਉਹ ਪੂਰੀ ਰਿਪੋਰਟ ਟਾਈਪ ਕਰ ਲੈਂਦਾ, ਇਹ ਦਿੱਤਾ। ਤਾਂ ਕਹਿੰਦੇ 2 ਘੰਟੇ ਤੋਂ ਉਹਨੇ ਟਾਈਪਿੰਗ ਕੀਤੀ, 2 ਘੰਟੇ ਬਾਅਦ ਆਵਾਜ਼ ਪੈ ਗਈ। ਤਾਂ ਐਗਜ਼ਾਮੀਨਰ ਨੇ ਇਹ ਨਹੀਂ ਪੁੱਛਿਆ ਕਿ 2 ਘੰਟਿਆਂ 'ਚ ਕਿੰਨਾ ਟਾਈਪ ਕਰ ਲਿਆ, ਐਗਜ਼ਾਮੀਨਰ ਨੇ ਪੁੱਛਿਆ ਕਿ 2 ਘੰਟਿਆਂ ਤੋਂ ਬਾਅਦ ਕਿੰਨਾ ਬਚ ਗਿਆ ਫ੍ਰੈਕਸ਼ਨ 'ਚ ਦੱਸੋ। ਤਾਂ ਬੱਚੇ ਕੰਮ ਕਿੰਨੇ ਟਾਈਮ 'ਚ ਕੰਪਲੀਟ ਕਰਦਾ ਹੈ? ਐਕਸ ਘੰਟਿਆਂ 'ਚ। ਜੇ ਐਕਸ ਘੰਟਿਆਂ 'ਚ ਕੰਮ ਕੰਪਲੀਟ ਹੋ ਰਿਹਾ ਹੈ ਤਾਂ 1 ਘੰਟੇ 'ਚ ਕਿੰਨਾ ਕੰਮ ਹੁੰਦਾ ਹੋਊਗਾ? 1/x। 1 ਘੰਟੇ 'ਚ ਕਿੰਨਾ ਕੰਮ ਹੁੰਦਾ ਹੋਊਗਾ? 1/x। ਤਾਂ 2 ਘੰਟੇ 'ਚ ਕਿੰਨਾ ਕੰਮ ਹੋ ਜਾਊਗਾ? 2/x। 5 ਘੰਟੇ 'ਚ ਕਿੰਨਾ ਕੰਮ ਹੋ ਜਾਊਗਾ? 5/x। ਇਹੀ ਹੋਊਗਾ। ਇੱਕ ਤਾਂ ਤਰੀਕਾ ਇਹ ਹੈ। ਇਹ ਤੋਂ ਵੀ ਸੌਖਾ ਤਰੀਕਾ ਦੇਖਣਾ ਤਾਂ ਤੁਸੀਂ ਮੰਨ ਲਓ ਕਿ ਰਿਪੋਰਟ x ਪੇਜਿਸ ਦੀ ਹੈ, ਰਿਪੋਰਟ x ਪੇਜਿਸ ਦੀ ਹੈ। ਜੇ ਬਿਨਾ ਪੈਨ ਤੋਂ ਕਰਨਾ ਹੈਗਾ ਤਾਂ x ਪੇਜ x ਘੰਟੇ 'ਚ ਟਾਈਪ ਕਰ, x ਘੰਟੇ 'ਚ x ਪੇਜ ਟਾਈਪ ਕਰ ਰਿਹਾ ਤਾਂ 1 ਘੰਟੇ 'ਚ 1 ਪੇਜ ਟਾਈਪ ਕਰਦਾ ਹੋਊਗਾ, 2 ਘੰਟੇ 'ਚ 2 ਪੇਜ ਟਾਈਪ ਕਰਦਾ ਹੋਊਗਾ। ਤਾਂ 2 ਘੰਟਿਆਂ ਬਾਅਦ ਕਿੰਨੇ ਪੇਜ ਰਹਿ ਗਏ? x ਦੇ ਵਿੱਚੋਂ 2 ਪੇਜ ਟਾਈਪ ਕਰਤੇ, ਤਾਂ 2 ਘੰਟਿਆਂ ਬਾਅਦ ਇੰਨਾ ਕੰਮ ਰਹਿ ਗਿਆ x - 2। ਤਾਂ ਫ੍ਰੈਕਸ਼ਨ ਦੇ ਵਿੱਚ ਕਿੰਨਾ ਰਹਿ ਗਿਆ? ਡਿਵਾਈਡ ਬਾਈ ਟੋਟਲ। ਤਾਂ ਟੋਟਲ x ਹੁੰਦਾ ਤਾਂ x - 2/x, x - 2/x। ਚੌਥਾ ਆਪਸ਼ਨ ਧਿਆਨ ਨਾਲ ਦੇਖੋ ਜੀ, ਇਹਦੇ ਤਾਂ ਆਪਸ਼ਨ ਹੀ ਉਲਝਾ ਦੇਣਗੇ ਕੁਝ ਬੱਚਿਆਂ ਨੂੰ, ਤਾਂ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ। ਆਹ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ, ਮੈਂ ਜਿਹੜਾ ਤਰੀਕਾ ਦੱਸਿਆ ਕਿ ਬਿਨਾ ਪੈਨ ਤੋਂ ਦਿਮਾਗ 'ਚ ਹੋ ਜਾਊਗਾ, ਉਹ ਦੇਖੋ। ਆਪਣੇ ਵੱਲੋਂ ਮੰਨ ਲਓ ਐਗਜ਼ਾਮੀਨਰ ਕਹਿੰਦਾ ਕੋਈ ਟਾਈਪਰਾਈਟਰ ਹੈ, ਕੋਈ ਸਟੈਨੋਗ੍ਰਾਫਰ ਹੈ, ਉਹ x ਘੰਟੇ 'ਚ ਇੱਕ ਰਿਪੋਰਟ ਟਾਈਪ ਕਰ ਦਿੰਦਾ। ਤਾਂ ਮੈਂ ਕਿਹਾ ਯਾਰ ਤੁਸੀਂ ਮੰਨ ਲਓ ਕਿ ਰਿਪੋਰਟ x ਪੇਜਿਸ ਦੀ ਹੈ, ਤਾਂ ਇਹਦਾ ਮਤਲਬ x ਘੰਟਿਆਂ 'ਚ x ਪੇਜ, ਤਾਂ 1 ਘੰਟੇ 'ਚ 1 ਪੇਜ ਟਾਈਪ ਕਰਦਾ ਹੋਊਗਾ। ਜੇ ਉਹਨੂੰ 2 ਘੰਟਿਆਂ ਬਾਅਦ ਆਵਾਜ਼ ਪੈ ਗਈ ਮਤਲਬ ਉਹ 2 ਪੇਜ ਟਾਈਪ ਕਰ ਗਿਆ। ਤਾਂ ਫਿਰ ਕਿੰਨੇ ਪੇਜ ਰਹਿ ਗਏ? ਜੇ x ਦੇ ਵਿੱਚੋਂ 2 ਪੇਜ ਟਾਈਪ ਕਰ ਗਿਆ ਤਾਂ ਕਿੰਨੇ ਪੇਜ ਰਹਿ ਗਏ? x - 2। ਤਾਂ ਆਪਾਂ ਇਹ ਫ੍ਰੈਕਸ਼ਨ 'ਚ ਦੱਸਣਾ ਹੈ ਵਟ ਫ੍ਰੈਕਸ਼ਨਲ ਪਾਰਟ ਆਫ ਦਾ ਅਸਾਈਨਮੈਂਟ ਵਾਸ ਲੈਫਟ ਇਨਕੰਪਲੀਟ। ਤਾਂ ਫ੍ਰੈਕਸ਼ਨ 'ਚ ਹਮੇਸ਼ਾ ਦੱਸਿਆ ਜਾਂਦਾ ਡਿਵਾਈਡ ਬਾਈ ਟੋਟਲ ਕਰਕੇ। ਤਾਂ x - 2 ਡਿਵਾਈਡ ਬਾਈ ਟੋਟਲ x ਸੀਗਾ, ਤਾਂ x - 2/x ਇੰਨਾ ਪਾਰਟ ਬਚ ਗਿਆ ਰਿਪੋਰਟ ਦਾ। ਤਾਂ ਆਹ ਸਭ ਤੋਂ ਸੌਖਾ ਤਰੀਕਾ ਬੱਚੇ ਇਸ ਕੁਐਸਚਨ ਨੂੰ ਕਰਨ ਦਾ। ਅਗਲਾ ਸਵਾਲ, ਇਹ ਵੀ ਪੰਜਾਬ ਦੇ ਪੁਰਾਣੇ ਪੇਪਰ ਦਾ, ਤੇ ਇਹ ਸ਼ਾਇਦ ਮੈਂ ਆਪਦੇ ਵੱਲੋਂ ਲੈ ਕੇ ਆਇਆ, ਇਹ ਨਹੀਂ ਪਤਾ ਪੰਜਾਬ ਦੇ ਪੁਰਾਣੇ ਪੇਪਰ 'ਚ ਆਇਆ ਜਾਂ ਨਹੀਂ। ਆਹ ਸਵਾਲ ਪੰਜਾਬ ਦੇ ਪੁਰਾਣੇ ਪੇਪਰ ਦਾ ਆਇਆ ਹੋਇਆ, ਤੇ ਮੈਂ ਮੇਰੇ ਖਿਆਲ 'ਚ ਮਹੀਨਾ ਕੁ ਪਹਿਲਾਂ ਜਦੋਂ ਆਪਾਂ ਇੱਕ ਪੂਰਾ ਕੰਪਲੀਟ ਸੈਸ਼ਨ ਲਿਆ ਸੀਗਾ, ਉਹਦੇ ਵਿੱਚ ਮੈਂ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਕੁਝ ਕੁਐਸਚਨ ਕਰਾਏ ਸੀ। ਇਹ ਕੁਐਸਚਨ ਉਦੋਂ ਕਰਾਇਆ ਸੀਗਾ, ਇੱਕ ਪੂਰਾ 1.5 ਘੰਟੇ ਦਾ ਸੈਸ਼ਨ ਲਿਆ ਸੀਗਾ। ਹਾਂਜੀ, ਐਗਜ਼ਾਮੀਨਰ ਕਹਿੰਦਾ ਅ ਬॉय ਰੀਡ 3/8 ਆਫ ਅ ਬੁੱਕ। ਕਿਸੇ ਕਿਤਾਬ ਦਾ 3/8 ਪਾਰਟ ਉਹ ਪੜ੍ਹ ਰਿਹਾ ਹੈ ਔਨ ਦਾ ਫਸਟ ਡੇ and 4/5 of the remaining ਕਿਤਾਬ on another day, on second day। ਐਗਜ਼ਾਮੀਨਰ ਕਹਿੰਦਾ ਜੇ ਸਟਿਲ ਹਲੇ 30 ਪੇਜ ਬਚੇ ਹੋਏ ਨੇ ਪੜ੍ਹਨ ਵਾਲੇ, if there were 30 pages still unread, how many pages did the book contain? ਤਾਂ ਕਿਤਾਬ 'ਚ ਟੋਟਲ ਕਿੰਨੇ ਪੇਜ ਨੇ ਇਹ ਦੱਸਣਾ। ਤਾਂ ਬੱਚੇ ਕਿਤਾਬ 'ਚ ਟੋਟਲ ਜਿੰਨੇ ਮਰਜ਼ੀ ਪੇਜ ਹੋਣ, ਕਿਤਾਬ 'ਚ ਟੋਟਲ ਜਿੰਨੇ ਮਰਜ਼ੀ ਪੇਜ ਹੋਣ, ਉਹਨਾਂ ਦੇ ਵਿੱਚੋਂ ਉਹਨੇ 3/8 ਪਹਿਲੇ ਦਿਨ ਪੜ੍ਹ ਲਏ, 3/8 ਦਾ ਮਤਲਬ 8 'ਚੋਂ 3 ਪੜ੍ਹ ਲਏ, ਚਲੋ ਐਂ ਕਹਿ ਲਓ। ਫਿਰ ਜਿੰਨੇ ਵੀ ਪੜ੍ਹ ਲਏ ਬਾਕੀ ਬਚ ਗਏ ਕੁਛ, ਉਹਦਾ 4/5 ਉਹਨੇ ਅਗਲੇ ਦਿਨ ਪੜ੍ਹ ਲਏ।
ਬਚੇ ਹੋਏ ਦਾ 4/5 4/5 ਆਫ ਦਾ ਰਿਮੇਨਿੰਗ ਲਿਖਿਆ ਤਾਂ ਪਹਿਲੇ ਦਿਨ ਜਿੰਨੇ ਕ ਪੇਜ ਪੜ ਗਿਆ ਉਹਦੇ ਬਾਅਦ ਜਿਹੜੇ ਬਚ ਗਏ ਉਹ ਬਚੇ ਹੋਏ ਦਾ 4/5 ਅਗਲੇ ਦਿਨ ਪੜ ਗਿਆ ਉਸ ਤੋਂ ਬਾਅਦ 30 ਪੇਜ ਹਲੇ ਹੋਰ ਬਚ ਗਏ ਤਾਂ ਟੋਟਲ ਪੇਜ ਜੇ P ਲਿਖ ਲਈਏ ਤਾਂ ਅਖੀਰ ਤੇ ਹਲੇ 30 ਪੇਜ ਬਚੇ ਹੋਏ ਨੇ ਆਪਾਂ ਟੋਟਲ ਪੇजेस P ਮੰਨ ਲਏ ਤਾਂ ਉਹਦੇ ਵਿੱਚੋਂ 30 ਤੇ ਪਹੁੰਚਦੇ ਆ ਤਾਂ ਸਭ ਤੋਂ ਪਹਿਲਾਂ ਕੀ ਹੋਊਗਾ ਪਹਿਲੇ ਦਿਨ ਉਹਨੇ 3/8 ਪੜ੍ਹੇ ਜੇ 3/8 ਪੜ੍ਹ ਲਏ ਤਾਂ ਰਿਮੇਨਿੰਗ ਕਿੰਨੇ ਰਹਿ ਗਏ 5/8 3/8 ਦਾ ਮਤਲਬ 8 ਚੋਂ 3 ਪੜ੍ਹ ਲਏ ਤਾਂ ਬਾਕੀ 5 ਬਚ ਗਏ 5/8 ਤਾਂ ਪਹਿਲੇ ਦਿਨ ਕਿੰਨੇ ਬਚ ਗਏ 5/8 ਅਗਲੇ ਦਿਨ 4/5 ਆਫ ਦਾ ਰਿਮੇਨਿੰਗ ਤਾਂ ਕੱਢ ਲਿਆ ਨਾ ਆਪਾਂ ਪਹਿਲੇ ਦਿਨ ਜੇ ਇੰਨੇ ਪੜ੍ਹ ਲਏ ਤਾਂ ਆਹ ਰਿਮੇਨਿੰਗ ਰਹਿ ਗਏ 5/8 ਆਫ ਟੋਟਲ ਅਗਲੇ ਦਿਨ ਇਹਦਾ 4/5 ਪੜ੍ਹ ਰਿਹਾ ਐਂਡ 4/5 ਆਫ ਦਾ ਰਿਮਾਈਂਡਰ ਔਨ ਅਨਦਰ ਡੇ ਤਾਂ ਆਪਾਂ ਤਾਂ ਬਚੇ ਹੋਏ ਦੇਖਣੇ ਆ ਨਾ ਤਾਂ ਜੇ 4/5 ਪੜ੍ਹ ਲਏ ਤਾਂ ਬਚ ਕਿੰਨੇ ਗਏ 5 ਚੋਂ 4 ਪੜ੍ਹ ਲਏ ਤਾਂ 1/5 ਬਚ ਗਏ ਤਾਂ ਇਹਦਾ 1/5 ਬਚ ਗਏ ਐਗਜ਼ਾਮੀਨਰ ਕਹਿੰਦਾ ਉਹ 30 ਦੇ ਬਰਾਬਰ ਹੈ ਤਾਂ ਜੇ 30 ਦੇ ਬਰਾਬਰ ਹੈ ਤਾਂ 5 ਨਾਲ 5 ਕੱਟਿਆ ਟੋਟਲ ਪੇਜ ਕਿੰਨੇ ਆ ਗਏ 30 ਗੁਣਾ 8 240 ਤਾਂ ਇਹ ਬੱਚੇ ਕੁਐਸਚਨ ਹੈ ਤੁਹਾਡਾ 240 ਆ ਲਓ ਜੀ ਸਮਝ ਆ ਗਿਆ ਬੱਚੇ ਸਾਰਿਆਂ ਨੂੰ ਤਾਂ ਇਸ ਕੁਐਸਚਨ ਦੇ ਵਿੱਚ ਆਪਾਂ ਟੋਟਲ ਪੇजेस ਫਾਈਂਡ ਕਰਨੇ ਸੀ ਹਾਂ that comes out to be 240 ਤਾਂ ਇਹ ਬੱਚੇ ਆਪਣਾ ਫ੍ਰੈਕਸ਼ਨਸ ਦਾ ਕੁਐਸਚਨ ਹੈ ਬੇਸਿਕਲੀ ਫ੍ਰੈਕਸ਼ਨਸ ਦੇ ਕੁਐਸਚਨ ਉਹ ਨੰਬਰ ਸਿਸਟਮ ਦੇ ਵਿੱਚ ਵੀ ਕਾਊਂਟ ਕਰ ਸਕਦੇ ਹੋ ਨੰਬਰ ਸਿਸਟਮ ਦੇ ਵਿੱਚ ਆ ਸਾਰਾ ਕੁਝ ਜਿਹੜੇ ਆਪਣੇ ਆ 15-16 ਚੈਪਟਰਾਂ ਤੋਂ ਬਿਨਾਂ ਬਾਕੀ ਸਾਰੀ ਰੱਦੀ ਜੀ ਬਚ ਜਾਂਦੀ ਆ ਆਪਾਂ ਅਲਜੈਬਰਿਕ ਐਕਸਪ੍ਰੈਸ਼ਨਸ ਕਰ ਲਏ ਆਪਾਂ ਐਲਸੀਐਮ ਐਚਸੀਐਫ ਦੇਖ ਰਹੇ ਆ ਯੂਨਿਟ ਡਿਜਿਟ ਦੇ ਕੁਐਸਚਨਸ ਹਲੇ ਕਰਨੇ ਨੇ ਆ ਫ੍ਰੈਕਸ਼ਨਸ ਆ ਗਈਆਂ ਇਹ ਸਾਰਾ ਕੁਝ ਸਾਡਾ ਨੰਬਰ ਸਿਸਟਮ ਦੇ ਵਿੱਚ ਆ ਜਾਂਦਾ ਹੈਗਾ ਤਾਂ ਅੱਗੇ ਦੇਖੋ ਬੱਚੇ ਫ੍ਰੈਕਸ਼ਨਸ ਦਾ ਹੀ ਕੁਐਸਚਨ ਹੈ ਐਗਜ਼ਾਮੀਨਰ ਕਹਿੰਦਾ ਇਫ 4/7 of piece of work is completed in 7/4 days ਐਗਜ਼ਾਮੀਨਰ ਕਹਿੰਦਾ ਕਿਸੇ ਕੰਮ ਦਾ 4/7 ਪਾਰਟ 7/4 ਦਿਨਾਂ ਚ ਨਿਬੜ ਰਿਹਾ ਤਾਂ ਪੁੱਛ ਰਿਹਾ ਇਨ ਹਾਊ ਮੈਨੀ ਡੇਜ਼ ਕੈਨ ਰੈਸਟ ਆਫ ਦਾ ਵਰਕ ਬੀ ਕੰਪਲੀਟਡ ਤਾਂ ਬਾਕੀ ਬਚਿਆ ਹੋਇਆ ਕੰਮ ਕਿੰਨੇ ਦਿਨਾਂ ਚ ਨਿਬੜੂ ਬੱਚੇ ਬਹੁਤ ਸੌਖਾ ਹੈ 4/7 ਦਾ ਮਤਲਬ ਕੀ ਹੈ 7 ਦੇ ਵਿੱਚੋਂ 4 ਫ੍ਰੈਕਸ਼ਨਸ ਨੂੰ ਆਪਾਂ ਹਮੇਸ਼ਾ ਕਿਵੇਂ ਪੜ੍ਹਦੇ ਆ ਜੇ 3/5 ਲਿਖਿਆ ਤਾਂ 5 ਚੋਂ 3 ਜੇ 4/7 ਲਿਖਿਆ ਤਾਂ 7 ਦੇ ਵਿੱਚੋਂ 4 ਐਗਜ਼ਾਮੀਨਰ ਕਹਿੰਦਾ 4/7 ਆਫ ਪੀਸ ਆਫ ਵਰਕ ਮਤਲਬ ਜੇ ਟੋਟਲ ਕੰਮ 7 ਹੈ ਜੇ ਟੋਟਲ ਕੰਮ 7 ਹੈ ਤਾਂ ਉਹਦੇ ਵਿੱਚੋਂ 4 ਯੂਨਿਟ ਕੰਮ ਉਹਨੇ 7/4 ਡੇਜ਼ ਦੇ ਵਿੱਚ ਕੀਤਾ ਤਾਂ 4 ਯੂਨਿਟ ਕੰਮ ਕਿੰਨੇ ਦਿਨਾਂ 'ਚ ਕੀਤਾ 7/4 ਡੇਜ਼ ਦੇ ਵਿੱਚ ਤਾਂ ਐਗਜ਼ਾਮੀਨਰ ਪੁੱਛਦਾ ਕਿ ਬਚਿਆ ਹੋਇਆ ਕੰਮ ਕਿੰਨੇ ਦਿਨਾਂ 'ਚ ਕਰੂ ਜੇ ਟੋਟਲ 7 ਦੇ ਵਿੱਚੋਂ 4 ਕੰਮ ਕਰ ਲਿਆ ਤਾਂ ਬਚਿਆ ਹੋਇਆ ਤਾਂ 3 ਹੀ ਰਹਿ ਗਿਆ ਤਾਂ ਆਪਾਂ 3 ਯੂਨਿਟ ਫਾਈਂਡ ਕਰਨਾ ਕਿ 3 ਯੂਨਿਟ ਕਿੰਨੇ ਦਿਨਾਂ 'ਚ ਹੋਊਗਾ ਬੱਚੇ ਜੇ 4 ਯੂਨਿਟ ਕੰਮ 7/4 ਡੇਜ਼ 'ਚ ਹੋਇਆ ਤਾਂ 1 ਯੂਨਿਟ ਕੰਮ ਕਿੰਨੇ 'ਚ ਹੋਊਗਾ 4 ਇੱਧਰ ਡਿਵਾਈਡ ਹੋ ਜਾਊਗਾ 4 ਉੱਧਰ ਜਾ ਕੇ ਡਿਵਾਈਡ ਹੋ ਜੂ 7/16 1 ਯੂਨਿਟ ਕੰਮ 7/16 'ਚ ਤਾਂ 3 ਯੂਨਿਟ ਕੰਮ 3 ਗੁਣਾ 7/16 ਆਨਸਰ ਵਿਲ ਬੀ 21/16 ਦਿਨ ਲੱਗਣਗੇ ਜੀ ਜਾਂ ਤਾਂ 21/16 ਹੋਊਗਾ ਨਹੀਂ ਤਾਂ 15/16 ਹੋਊਗਾ 21/16 ਮਿਕਸਡ ਫ੍ਰੈਕਸ਼ਨ 'ਚ ਵੀ ਆਨਸਰ ਹੋ ਸਕਦਾ ਸੀ ਪਰ ਆਪਣਾ ਆਨਸਰ ਇੰਪ੍ਰੋਪਰ ਫ੍ਰੈਕਸ਼ਨ ਦੇ ਵਿੱਚ ਹੈ 21/16 ਦਿਨ ਐਗਜ਼ਾਮੀਨਰ ਕਹਿੰਦਾ 4/7 ਆਫ ਦਾ ਵਰਕ ਇਜ਼ ਕੰਪਲੀਟਡ ਇਨ ਇੰਨੇ ਦਿਨ 4/7 ਦਾ ਮਤਲਬ ਟੋਟਲ ਜੇ 7 ਕੰਮ ਹੈ ਉਹਦੇ ਵਿੱਚੋਂ 4 ਦੀ ਗੱਲ ਹੋ ਰਹੀ ਹੈ ਕਿ ਇੰਨੇ ਟਾਈਮ 'ਚ ਨਿਬੜ ਰਿਹਾ ਤਾਂ ਜੇ 4 ਯੂਨਿਟ ਕੰਮ ਇੰਨੇ ਟਾਈਮ 'ਚ ਨਿਬੜ ਰਿਹਾ ਤਾਂ ਉਹ ਪੁੱਛ ਰਿਹਾ ਰੈਸਟ ਆਫ ਦਾ ਵਰਕ ਕਦੋਂ ਮੁੱਕੂ ਤਾਂ ਰੈਸਟ ਰਹਿ ਗਿਆ 3 7 ਚੋਂ 4 ਟੌਫੀਆਂ ਖਾ ਲਈਆਂ ਤਾਂ 3 ਰਹਿ ਗਈਆਂ 4 ਟੌਫੀਆਂ ਜੇ ਇੰਨੇ ਦਿਨਾਂ 'ਚ ਖਾਧੀ ਆ ਤਾਂ 3 ਟੌਫੀਆਂ ਕਿੰਨੇ ਦਿਨਾਂ 'ਚ ਖਾਊਗਾ ਇਹ ਸਵਾਲ ਹੈ ਤਾਂ ਬੱਚੇ 4 ਟੌਫੀਆਂ ਇੰਨੇ ਦਿਨਾਂ 'ਚ ਤਾਂ 1 ਟੌਫੀ 4 ਨਾਲ ਡਿਵਾਈਡ ਕਰਕੇ 1 ਆ ਜਾਊਗਾ ਤਾਂ ਇੱਧਰ ਵੀ 4 ਨਾਲ ਡਿਵਾਈਡ ਹੋ ਜਾਊਗਾ 7/16 ਦਿਨਾਂ 'ਚ ਤਾਂ 1 ਟੌਫੀ ਜੇ 7/16 ਦਿਨਾਂ 'ਚ ਆਇਆ ਤਾਂ 3 ਟੌਫੀਆਂ 3 ਗੁਣਾ 7/16 ਸਾਡਾ ਆਨਸਰ ਆ ਗਿਆ 21/16 ਦਿਨਾਂ ਦੇ ਵਿੱਚ ਤਾਂ ਬੱਚੇ ਆਪਾਂ ਅੱਗੇ ਕੁਐਸਚਨਸ ਕਰਦੇ ਜਾਂਦੇ ਹਾਂ ਇਸ ਤੋਂ ਬਾਅਦ ਆਪਣੇ ਦੋ ਇੰਪੋਰਟੈਂਟ ਟਾਈਪ ਬਚੇ ਹੋਏ ਨੇ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਵਿੱਚੋਂ ਇੱਕ ਤਾਂ ਪ੍ਰੋਫਿਟ ਲੋਸ ਦੇ ਵਿੱਚੋਂ ਡਿਸਓਨੈਸਟ ਸ਼ਾਪਕੀਪਰ ਵਾਲਾ ਟਾਈਪ ਇਸ ਤੋਂ ਅਗਲਾ ਉਹੀ ਆ ਰਿਹਾ ਮੇਰੇ ਖਿਆਲ 'ਚ ਅਖੀਰ ਤੇ ਮੈਂਸੂਰੇਸ਼ਨ ਦੇ 3-4 ਕੁਐਸਚਨ ਨੇ ਤਾਂ ਮੈਂਸੂਰੇਸ਼ਨ ਦੇ ਤਾਂ ਉਹ 3 ਕੁਐਸਚਨਸ ਦੇ ਵਿੱਚੋਂ 2 ਪੁਰਾਣੇ ਪੇਪਰਾਂ 'ਚੋਂ ਨੇ ਇੱਕ ਮੈਂ ਮਿਲਦਾ ਜੁਲਦਾ ਸਿਮਿਲਰ ਕੁਐਸਚਨ ਲੈ ਕੇ ਆਇਆ ਹੋਇਆ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਣੇ ਇਹ ਅਗਲੇ 2 ਟਾਈਪਸ ਨੇ ਤਾਂ ਮੈਂ ਫਿਰ ਬੱਚਿਆਂ ਨੂੰ ਕਹਿ ਰਿਹਾ ਜਿਹੜੇ ਬੱਚੇ ਦੇਖ ਰਹੇ ਨੇ ਇਸ ਸੈਸ਼ਨ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਆ ਕਰੋ ਮਤਲਬ ਇਹ ਤਾਂ ਫਾਰਮੈਲਿਟੀ ਜਿਹਨੂੰ ਮੈਂ ਕਹਿਣਾ ਹੁੰਦਾ ਹੈਗਾ ਤੁਸੀਂ ਆਪਦਾ ਫਾਰਮੈਲਿਟੀ ਜੀ ਆਪਦੇ ਐਂਡ ਤੇ ਕਰਦੇ ਜਾਇਆ ਕਰੋ ਹਾਂਜੀ ਬੱਚੇ ਅਗਲਾ ਡਿਸਓਨੈਸਟ ਸ਼ਾਪਕੀਪਰ ਦਾ ਕੁਐਸਚਨ ਹੈ ਤਾਂ ਡਿਸਓਨੈਸਟ ਸ਼ਾਪਕੀਪਰ ਵਾਲੇ ਮਾਮਲੇ ਦੇ ਵਿੱਚ ਦੇਖੋ ਇਹ ਕੁਐਸਚਨ ਮੈਂ ਉਮੀਦ ਕਰਦਾ ਕਿ ਯਾਰ ਜਿਹੜੇ ਜਵਾਕਾਂ ਨੇ ਪ੍ਰੋਫਿਟ ਲੋਸ ਚੈਪਟਰ ਕਿਤੋਂ ਵੀ ਪੜ੍ਹਿਆ ਕਦੇ ਵੀ ਪੜ੍ਹਿਆ ਆਹ ਡਿਸਓਨੈਸਟ ਸ਼ਾਪਕੀਪਰ ਆਉਂਦਾ ਹੀ ਹੋਊਗਾ ਆਹ ਪਹਿਲੀ ਐਗਜ਼ਾਮਪਲ ਤਾਂ ਬਹੁਤ ਸਿੰਪਲ ਹੈ ਇਹ ਪਹਿਲੀ ਐਗਜ਼ਾਮਪਲ ਪੇਪਰ ਦੇ ਵਿੱਚ ਆਈ ਹੋਈ ਸੀ ਮੇਰੇ ਖਿਆਲ 'ਚ 850 ਜਾਂ 950 ਗ੍ਰਾਮ ਮੈਂ 900 ਗ੍ਰਾਮ ਲਿਆ ਆਇਆ ਤਾਂ ਕੁਐਸਚਨ ਇਹ ਪੇਪਰ ਦਾ ਹੀ ਹੈ ਮੈਂ ਬਸ ਆ 900 ਦੀ ਥਾਂ ਤੇ ਮਤਲਬ ਉਹਦਾ 950 ਸੀਗਾ ਸ਼ਾਇਦ ਮੈਂ ਫਿਗਰ ਚੇਂਜ ਕਰਕੇ ਲਿਆਇਆ ਤਾਂ ਅਕੋਰਡਿੰਗਲੀ ਮੈਂ ਆਪਸ਼ਨਸ ਲੈ ਆਇਆ ਬਾਕੀ ਅਗਲੇ ਜਿਹੜੇ 2 ਕੁਐਸਚਨ ਨੇ ਉਹਨਾਂ ਦੇ ਵਿੱਚੋਂ ਇੱਕ ਪੁਰਾਣੇ ਪੇਪਰ ਦਾ ਕੁਐਸਚਨ ਹੈ ਇੱਕ ਮੈਂ ਆਪਦੇ ਵੱਲੋਂ ਲੈ ਕੇ ਆਇਆ ਜਿਹੜਾ ਕਿ ਥੋੜਾ ਜਿਹਾ
ਧਿਆਨ ਨਾਲ ਦੇਖਣ ਵਾਲਾ ਕੁਐਸਚਨ ਹੋਊਗਾ। ਤਾਂ ਬੱਚੇ ਡਿਸਓਨੈਸਟ ਸ਼ਾਪਕੀਪਰ ਵਾਲੇ ਮਾਮਲੇ 'ਚ ਕੀ ਹੁੰਦਾ ਹੈਗਾ, ਕੋਈ ਬੇਈਮਾਨ ਦੁਕਾਨਦਾਰ, ਖੈਰ ਬੇਈਮਾਨ ਨਹੀਂ ਕਹਿਣਾ ਚਾਹੀਦਾ, ਮਤਲਬ ਹਰ ਇੱਕ ਦੇ ਆਪਦੇ ਤਰੀਕੇ ਨੇਗੇ। ਇੱਕ ਦੁਕਾਨਦਾਰ ਕੀ ਕਰਦਾ, ਪ੍ਰੋਫਿਟ ਕਮਾਉਣ ਦੇ ਲਈ ਉਹ ਇਲਾਕੇ 'ਚ ਐਲਾਨ ਕਰਾ ਦਿੰਦਾ ਵੀ ਭਾਈ ਮੈਂ ਚੀਜ਼ਾਂ ਜਿੰਨੇ 'ਚ ਖਰੀਦ ਰਿਹਾ ਉਨੇ 'ਚ ਹੀ ਵੇਚ ਰਿਹਾ। ਤਾਂ ਕੁਐਸਚਨ 'ਚ ਵੀ ਲਿਖਿਆ ਜਾਊਗਾ ਪ੍ਰੋਫੈਸਿਸ ਟੂ ਸੈਲ ਦਾ ਗੁੱਡਸ ਐਟ ਕਾਸਟ ਪ੍ਰਾਈਸ। ਸੈਲ ਦਾ ਗੁੱਡਸ ਐਟ ਕਾਸਟ ਪ੍ਰਾਈਸ ਮਤਲਬ ਜਿੰਨੇ 'ਚ ਖਰੀਦਿਆ, ਕਾਸਟ ਪ੍ਰਾਈਸ ਹੁੰਦਾ ਜਿੰਨੇ 'ਚ ਖਰੀਦਿਆ ਉਨੇ 'ਚ ਸੈਲ ਕਰ ਰਿਹਾ, ਉਨੇ 'ਚ ਵੇਚ ਰਿਹਾ। ਮਤਲਬ ਮੈਂ ਪੈਸੇ ਦੇ ਲੈਣ ਦੇਣ 'ਚ ਕੋਈ ਘਪਲਾ ਨਹੀਂ ਕਰ ਰਿਹਾ, ਜਿੰਨੇ 'ਚ ਚੀਜ਼ ਪਿੱਛੋਂ ਖਰੀਦੀ ਉਨੇ 'ਚ ਤੁਹਾਨੂੰ ਵੇਚ ਰਿਹਾ। ਫਿਰ ਉਹ ਪ੍ਰੋਫਿਟ ਕਿੱਥੋਂ ਕਮਾਉਂਦਾ, ਤਾਂ ਬੱਚੇ ਉਹ ਪ੍ਰੋਫਿਟ ਕਮਾਉਂਦਾ ਕੁਆਂਟੀਟੀ 'ਚ ਘਪਲਾ ਕਰਕੇ। ਕੁਆਂਟੀਟੀ 'ਚ ਘਪਲਾ ਕਿਵੇਂ ਕਰਦਾ ਹੈ, ਯੂਜ਼ਸ ਅ ਫਾਲਸ weight ਆਫ 900 ਗ੍ਰਾਮ ਫॉर ਈਚ kg ਇੰਸਟੈਡ ਆਫ 1 kg। 1 ਕਿਲੋ ਦੀ ਥਾਂ ਤੇ ਉਹ 900 ਗ੍ਰਾਮ ਦਿੰਦਾ, ਮਤਲਬ ਲੋਕਾਂ ਤੋਂ ਪੈਸੇ ਤਾਂ ਕਿਲੋ ਦੇ ਲੈ ਲੈਂਦਾ। ਕਿਆ ਚੱਕੋ ਜੀ 1 ਕਿਲੋ ਚੌਲ ਜਾਂ ਆਹ ਚੱਕੋ ਜੀ 1 ਕਿਲੋ ਖੰਡ, ਪਰ ਅਸਲ 'ਚ 900 ਗ੍ਰਾਮ ਦਿੱਤਾ। ਤਾਂ ਜਿੰਨੇ 'ਚ ਕੋਈ ਚੀਜ਼ ਕਿਲੋ ਖਰੀਦੀ ਉਨੇ ਹੀ ਪੈਸੇ ਲੈ ਲਏ ਕਿਲੋ ਦੇ ਬਦਲੇ 'ਚ, ਕਿਹਾ ਵੀ ਕਿਲੋ ਵੀ ਆ ਚੱਕੋ ਕਿਲੋ, ਪਰ ਅਸਲ 'ਚ 900 ਗ੍ਰਾਮ ਦਿੱਤੇ, ਮਤਲਬ 100 ਗ੍ਰਾਮ ਚੀਜ਼ ਬਚਾ ਗਿਆ ਨਾ, ਉੱਥੋਂ ਪ੍ਰੋਫਿਟ ਕਮਾ ਰਿਹਾ ਹੈ। ਆਪਾਂ ਪਰਸੈਂਟੇਜ ਦੇ ਵਿੱਚ ਕੈਲਕੂਲੇਟ ਕਰਕੇ ਦੱਸਣਾ ਤਾਂ ਗੇਨ ਪਰਸੈਂਟੇਜ, ਉਹਦਾ ਗੇਨ ਪਰਸੈਂਟ ਕਿੰਨਾ। ਤਾਂ ਬੱਚੇ ਇਹਨਾਂ ਸਵਾਲਾਂ 'ਚ ਹਮੇਸ਼ਾ ਜਿਹੜਾ ਫਾਲਸ weight ਹੁੰਦਾ, ਜਿੰਨਾ ਵੀ ਹੈ ਫਾਲਸ weight, ਉਹ ਤੁਹਾਡਾ CP ਹੋਊਗਾ, ਤੇ ਜਿਹਦੀ ਥਾਂ ਤੇ ਵਰਤ ਰਿਹਾ ਉਹ ਤੁਹਾਡਾ SP ਹੋਊਗਾ, ਜਦੋਂ ਤਾਂ ਉਹ ਸੈਲ ਹਿਸ ਗੁੱਡਸ ਐਟ ਕਾਸਟ ਪ੍ਰਾਈਸ ਹੈ। ਆਮ ਤੌਰ ਤੇ ਜੇ ਕੁਐਸਚਨ ਐ ਬਣ ਰਿਹਾ ਨਾ, ਡਿਸਓਨੈਸਟ ਸ਼ਾਪਕੀਪਰ ਪ੍ਰੋਫੈਸਿਸ ਟੂ ਸੈਲ ਹਿਸ ਗੁੱਡਸ ਐਟ ਕਾਸਟ ਪ੍ਰਾਈਸ ਕਲੇਮਸ ਟੂ ਸੈਲ ਦਾ ਗੁੱਡਸ ਐਟ ਕਾਸਟ ਪ੍ਰਾਈਸ, ਤਾਂ ਤੁਸੀਂ ਜਿੰਨਾ ਉਹ ਫਾਲਸ weight ਯੂਜ਼ ਕਰ ਰਿਹਾ ਉਹਨੂੰ CP ਮੰਨ ਲੈਣਾ, ਜਿਹਦੀ ਥਾਂ ਤੇ ਵਰਤ ਰਿਹਾ ਉਹਨੂੰ SP ਮੰਨ ਲਿਆ। ਤਾਂ ਇਹਦੇ ਵਿੱਚ ਬੱਚੇ ਤੁਹਾਡਾ CP ਆ ਗਿਆ 900 ਰੁਪਏ ਤੇ SP 1 ਕਿਲੋ ਲਿਖਿਆ, ਤਾਂ ਕਿਤੇ 1 ਨਾ ਲਿਖ ਦਿਓ, ਗ੍ਰਾਮਾਂ ਦੇ ਵਿੱਚ ਲਿਖਣਾ 1000 ਰੁਪਏ। CP 900 ਗ੍ਰਾਮ ਹੈ ਤਾਂ ਇਹ 1 kg 1000 ਗ੍ਰਾਮ ਬਣਿਆ, ਤਾਂ CP 900 ਰੁਪਏ, SP 1000 ਰੁਪਏ। ਤਾਂ ਬੱਚੇ ਕਿੰਨਾ ਪ੍ਰੋਫਿਟ ਹੈ, 100 ਰੁਪਏ ਦਾ, ਕਿਹਦੇ ਤੇ 900 ਦੇ ਉੱਤੇ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਹੋ ਜਾਊਗਾ ਵੈਸੇ, ਪਰ 00 ਨਾਲ 00 ਜਦੋਂ ਕੱਟੀ ਤਾਂ 1/9, 1/9 ਦੀ ਫ੍ਰੈਕਸ਼ਨ ਪਰਸੈਂਟ ਵੈਲਿਊ ਪਤਾ ਹੋਣੀ ਚਾਹੀਦੀ ਹੈ। 11 1/9% ਪ੍ਰੋਫਿਟ ਜਾਂ ਫਿਰ ਗੇਨ, ਜੋ ਵੀ ਸ਼ਬਦ ਲਿਖਿਆ ਹੋਇਆ, 11 1/9% ਬੱਚੇ ਸਾਡਾ ਸੈਕਿੰਡ ਆਪਸ਼ਨ ਆ ਗਿਆ। ਇੰਨੀ ਗੱਲ ਸਮਝ ਆ ਗਈ ਜੀ। ਇਹ ਪੁਰਾਣੇ ਪੇਪਰ ਦਾ ਕੁਐਸਚਨ ਹੈ, ਬਸ ਮੈਂ ਫਿਗਰਸ ਚੇਂਜ ਕਰ ਲਿਆ, ਇੱਕੋ ਹੀ ਫਿਗਰ ਹੈ ਉਹੀ ਚੇਂਜ ਕਰ ਲਿਆ ਆ, ਪੁਰਾਣੇ ਪੇਪਰ ਦਾ ਕੁਐਸਚਨ ਹੈ। ਫਿਰ ਇਹਦੇ ਨਾਲ ਦੇ 2 ਕੁਐਸਚਨ ਮੈਂ ਲੈ ਕੇ ਆਇਆ, ਜਿਹਦੇ ਵਿੱਚੋਂ ਇੱਕ ਤਾਂ ਪੁਰਾਣੇ ਪੇਪਰ 'ਚ ਆਇਆ ਹੋਇਆ, ਇੱਕ ਮੈਂ ਆਪਦੇ ਵੱਲੋਂ ਲੈ ਕੇ ਆਇਆ। ਉਹ ਧਿਆਨ ਨਾਲ ਦੇਖਿਓ, ਇੰਨੇ ਸੌਖੇ ਨਹੀਂ ਹੈਗੇ, ਮਤਲਬ ਇੰਨੇ ਸੌਖੇ ਤਾਂ ਇੰਨੇ ਹੀ ਨੇ, ਡਿੱਟੋ ਨਹੀਂ ਹੈਗੇ। ਤਾਂ ਥੋੜਾ ਜਿਹਾ ਫਰਕ ਦੇਖ ਲਿਓ ਕੀ ਹੈ। ਤਾਂ ਡਿਸਓਨੈਸਟ ਸ਼ਾਪਕੀਪਰ ਵਾਲੇ ਸਵਾਲਾਂ 'ਚ ਐਗਜ਼ਾਮੀਨਰ ਕਿੰਨਾ ਕੁ ਸਵਾਲ ਘੁਮਾ ਸਕਦਾ ਹੈ, ਉਹ ਦੇਖ ਲਿਓ ਬੱਚੇ ਅਗਲੇ ਸਵਾਲਾਂ ਦੇ ਵਿੱਚ। ਤਾਂ ਆਹ ਕੁਐਸਚਨ ਹੈ ਜਿਹੜਾ, ਅ ਡਿਸਓਨੈਸਟ ਸ਼ਾਪਕੀਪਰ ਸੈਲਸ ਦਾ ਗੁੱਡਸ ਐਟ 10% ਗੇਨ। ਪਿਛਲੇ ਕੁਐਸਚਨ 'ਚ ਕੀ ਸੀ, ਅ ਡਿਸਓਨੈਸਟ ਸ਼ਾਪਕੀਪਰ ਸੈਲਸ ਦਾ ਗੁੱਡਸ ਐਟ ਕਾਸਟ ਪ੍ਰਾਈਸ। ਅਗਲੇ ਕੁਐਸਚਨ 'ਚ ਕੀ ਆ ਗਿਆ, ਅ ਡਿਸਓਨੈਸਟ ਡੀਲਰ ਸੈਲਸ ਦਾ ਗੁੱਡਸ ਐਟ 10% ਗੇਨ। ਐਤਕੀ ਤਾਂ ਉਹਨੇ ਉਹ ਵੀ ਦਾਵਾ ਛੱਡਤਾ ਵੀ ਭਾਈ ਮੈਂ ਜਿੰਨੇ 'ਚ ਚੀਜ਼ ਖਰੀਦ ਰਿਹਾ ਉਹਨੇ 'ਚ ਵੇਚ ਰਿਹਾ, ਕਹਿੰਦਾ ਯਾਰ ਮੈਂ 10% ਦਾ ਗੇਨ ਲੈ ਕੇ ਤਾਂ ਵੇਚ ਰਿਹਾ, ਤਾਂ ਮੰਨ ਗਿਆ ਵੀ 10% ਦਾ ਗੇਨ ਲੈ ਰਿਹਾ ਔਨ ਕਾਸਟ ਪ੍ਰਾਈਸ, ਬਟ ਆਲਸੋ ਯੂਜ਼ਸ 20% ਲੈਸ weight, 20% ਘੱਟ weight ਯੂਜ਼ ਕਰ ਰਿਹਾ। 20% ਘੱਟ ਦਾ ਮਤਲਬ 80 ਯੂਜ਼ ਕਰ ਰਿਹਾ। ਮੈਂ ਸੈਂਟੈਂਸ ਲਿਖ ਦਿੰਨਾਗਾ, 20% ਘੱਟ ਦਾ ਮਤਲਬ ਯੂਜ਼ਸ 80 ਇੰਸਟੈਡ ਆਫ 100। ਇਹਨੂੰ ਤੁਸੀਂ ਗ੍ਰਾਮ ਲਿਖ ਲਓ, ਕਿਲੋ ਲਿਖ ਲਓ, ਜੋ ਮਰਜ਼ੀ ਲਿਖ ਲਓ। 20% ਘੱਟ weight ਯੂਜ਼ ਕਰਨ ਦਾ ਮਤਲਬ 80 ਯੂਜ਼ ਕਰ ਰਿਹਾ 100 ਦੀ ਥਾਂ ਤੇ, ਤਾਂ ਬੱਚੇ 80 ਤੁਹਾਡਾ CP ਆ ਜਾਊਗਾ, 100 ਤੁਹਾਡਾ SP ਆ ਜਾਊਗਾ। ਇੰਨੀ ਗੱਲ ਤਾਂ ਸਮਝ ਆ ਗਈ। ਪਰ ਇਹ 80 CP ਤੇ 100 SP ਤਾਂ ਉਦੋਂ ਆਉਣਾ ਸੀਗਾ ਜਦੋਂ ਸੈਲਸ ਦਾ ਗੁੱਡਸ ਐਟ ਕਾਸਟ ਪ੍ਰਾਈਸ ਹੁੰਦਾ, ਜਦੋਂ ਉਹਨੇ ਚੀਜ਼ਾਂ ਕਾਸਟ ਪ੍ਰਾਈਸ ਦੇ ਉੱਤੇ ਵੇਚਣੀਆਂ ਹੁੰਦੀਆਂ। ਪਰ ਹੁਣ ਕੀ ਕਰ ਰਿਹਾ, ਹੁਣ ਉਹ weight ਦੇ ਹਿਸਾਬ ਨਾਲ ਗੱਲ ਕਰੀਏ ਤਾਂ 20% ਲੈਸ weight ਦਾ ਮਤਲਬ ਯੂਜ਼ਸ 80 ਗ੍ਰਾਮ ਇੰਸਟੈਡ ਆਫ 100 ਗ੍ਰਾਮ, ਤਾਂ CP 80 ਤੇ SP 100 ਲਿਖ ਲਿਆ। ਪਰ ਉਹ SP 100 ਨਹੀਂ ਹੈਗਾ, ਉਹਦੇ ਤੇ ਵੀ ਉਹਨੇ 10% ਦਾ ਗੇਨ ਲੈਣਾ, ਤਾਂ 100 ਦਾ 10% ਗੇਨ ਲੈ ਕੇ SP ਅਸਲ 'ਚ 110 ਹੈ। ਤਾਂ ਜਿੰਨੇ ਵੀ ਗੇਨ ਤੇ ਵੇਚ ਰਿਹਾ ਉਹ ਬੱਚੇ ਸੈਲਿੰਗ ਪ੍ਰਾਈਸ ਦੇ ਉੱਤੇ ਲਾ ਦਿਓ। ਅਸਲ 'ਚ ਤਾਂ ਉਹਨੇ 100 ਤੇ ਵੇਚਣਾ ਸੀ, ਪਰ 10% ਦਾ ਗੇਨ ਹੋਰ ਲੈ ਰਿਹਾ, ਤਾਂ ਇਸ ਕਰਕੇ 100 ਦੇ ਉੱਤੇ 10% ਗੇਨ ਲਾ ਦਿਓ, 110। ਤਾਂ CP ਬੱਚੇ ਤੁਹਾਡਾ 80 ਹੈ, SP ਤੁਹਾਡਾ 110 ਹੈ। ਤਾਂ ਕਿੰਨੇ ਰੁਪਏ ਦਾ ਪ੍ਰੋਫਿਟ, 30 ਰੁਪਏ ਦਾ ਪ੍ਰੋਫਿਟ, ਕਿਹਦੇ ਤੇ 80 ਰੁਪਏ ਦੇ ਉੱਤੇ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਾਂਗੇ ਹਮੇਸ਼ਾ। 0 ਨਾਲ 0 ਕੱਟੀ ਤਾਂ 3/8 ਸਭ ਨੂੰ ਯਾਦ ਹੈ, 37%। 3/8 ਦੀ ਫ੍ਰੈਕਸ਼ਨ ਬੱਚੇ ਸਭ ਨੂੰ ਯਾਦ ਹੁੰਦੀ ਆ, ਸੌਰੀ 3/8 ਦੀ ਪਰਸੈਂਟ ਵੈਲਿਊ ਸਭ ਨੂੰ ਯਾਦ ਹੁੰਦੀ ਹੈ 37%, ਤਾਂ 37.5%। ਹਮੇਸ਼ਾ ਇਹ ਚੀਜ਼ ਧਿਆਨ 'ਚ ਰੱਖਣੀ ਹੈ ਬੱਚੇ।
हाँ जी क्लीयर हो गया जी सारिਆਂ ਨੂੰ। ਤਾਂ ਜਦੋਂ ਤਾਂ ਕੁਐਸਚਨ ਹੈ ਬੱਚੇ ਸੈਲਸ ਦਾ ਗੁੱਡਸ ਐਟ ਕਾਸਟ ਪ੍ਰਾਈਸ, ਉਦੋਂ ਤਾਂ ਯੂਜ਼ਸ ਇੰਨਾ weight ਉਹ ਸੀਪੀ ਹੈ ਇੰਸਟੈਡ ਆਫ ਇੰਨਾ ਉਹ ਐਸਪੀ ਹੈ। ਪਰ ਜਦੋਂ ਕਦੇ ਆ ਜੇ ਕਿ ਸੈਲਸ ਦਾ ਗੁੱਡਸ ਐਟ 10% ਪ੍ਰੋਫਿਟ 5% ਪ੍ਰੋਫਿਟ 20% ਪ੍ਰੋਫਿਟ, ਤਾਂ ਆ ਸੀਪੀ ਤੇ ਆ ਐਸਪੀ ਮੰਨਣ ਤੋਂ ਬਾਅਦ ਜਿੰਨਾ ਵੀ ਪ੍ਰੋਫਿਟ ਹੋਊਗਾ ਉਹ ਐਸਪੀ ਦੇ ਉੱਤੇ ਲਾ ਕੇ ਨਵਾਂ ਐਸਪੀ ਆ ਜਾਊਗਾ। ਜਿਵੇਂ ਕਿ ਆਪਾਂ ਅਗਲੇ ਕੁਐਸਚਨ 'ਚ ਕੀਤਾ ਹੀ ਹੈ ਕਿ ਅ ਡਿਸਓਨੈਸਟ ਡੀਲਰ ਸੈਲਸ ਦਾ ਗੁੱਡਸ ਐਟ 10% ਗੇਨ, ਦਿਮਾਗ 'ਚ ਰੱਖ ਲਿਆ ਕਿ ਸੀਪੀ ਤੇ ਨਹੀਂ ਵੇਚ ਰਿਹਾ, 10% ਦਾ ਗੇਨ ਲੈ ਕੇ ਵੇਚ ਰਿਹਾ, ਬਟ ਯੂਜ਼ਸ 20% ਲੈਸ weight, 20% ਲੈਸ ਦਾ ਮਤਲਬ 80 weight ਯੂਜ਼ ਕਰ ਰਿਹਾ 100 ਦੀ ਥਾਂ ਤੇ, ਤਾਂ ਸੀਪੀ 80 ਐਸਪੀ 100, ਪਰ 10% ਦਾ ਗੇਨ ਵੀ ਹੈ ਉਹ ਐਸਪੀ ਤੇ ਲੱਗੂਗਾ। ਚੀਜ਼ ਇੰਨੇ ਦੀ ਵੇਚਣੀ ਸੀ ਪਰ 10% ਦਾ ਗੇਨ ਲੈ ਰਿਹਾ ਤਾਂ ਇੰਨੇ ਦੀ ਵੇਚ ਰਿਹਾ, ਤਾਂ 100 ਦੇ ਉੱਤੇ 10% ਦਾ ਗੇਨ ਲਾ ਦਿਓ ਤਾਂ ਅਸਲ 'ਚ ਐਸਪੀ 110 ਹੈ, ਤਾਂ 30 ਰੁਪਏ ਦਾ ਪ੍ਰੋਫਿਟ 80 ਦੇ ਉੱਤੇ, ਹਮੇਸ਼ਾ ਸੀਪੀ ਦੇ ਉੱਤੇ ਦੇਖਦੇ ਆ। ਇਹ ਬੱਚੇ ਆਪਣਾ ਕੁਐਸਚਨ ਸੀਗਾ। ਇਹ ਕੁਐਸਚਨ ਮਿਲਦਾ ਜੁਲਦਾ ਕੁਐਸਚਨ ਹੈਗਾ, ਧਿਆਨ ਨਾਲ ਦੇਖੋ। ਅ ਡਿਸਓਨੈਸਟ ਸ਼ੌਪਕੀਪਰ ਸੈਲਿੰਗ ਹਿਸ ਗੁੱਡਸ ਐਟ ਅ ਗੇਨ ਆਫ 40%, 40% ਦੇ ਗੇਨ ਤੇ ਸਮਾਨ ਵੇਚ ਰਿਹਾ ਹੈ। ਆਲਸੋ ਯੂਜ਼ਸ 160 ਗ੍ਰਾਮ weight in place of 200 ਗ੍ਰਾਮ, ਤਾਂ ਬੱਚੇ ਇਹਦੇ ਵਿੱਚ ਆਪਾਂ ਕੀ ਕਰਾਂਗੇ, ਯੂਜ਼ਸ 160 weight in place of 200 ਗ੍ਰਾਮ, ਤਾਂ ਸੀਪੀ ਤੁਹਾਡਾ ਆ ਜਾਊਗਾ 160, ਐਸਪੀ ਤੁਹਾਡਾ ਆ ਜਾਊਗਾ 200। ਤਾਂ ਇਹ ਤਾਂ ਤੁਸੀਂ ਡਿਸਓਨੈਸਟ ਸ਼ੌਪਕੀਪਰ ਵਾਲੇ ਸਵਾਲਾਂ 'ਚ ਸਿੱਧਾ ਹੀ ਕਰ ਦੇਣਾ, ਸੀਪੀ 160 ਇਨ ਪਲੇਸ ਆਫ ਐਸਪੀ 200। ਪਰ ਐਸਪੀ 200 ਨਹੀਂ ਹੈਗਾ, ਐਸਪੀ ਕਿੰਨਾ, ਐਸਪੀ 200 ਤਾਂ ਉਦੋਂ ਹੁੰਦਾ ਜੇ ਉਹ ਸਮਾਨ ਸੀਪੀ ਦੇ ਉੱਤੇ ਵੇਚਦਾ, ਤਾਂ ਯੂਜ਼ਸ ਜਿੰਨਾ weight ਆ ਉਹਨੂੰ ਸੀਪੀ ਰੱਖ ਲੈਂਦੇ, ਇਨ ਪਲੇਸ ਆਫ ਜਿੰਨਾ weight ਆ ਉਹਨੂੰ ਐਸਪੀ ਰੱਖ ਲੈਂਦੇ। ਪਰ ਹੁਣ ਉਹ 40% ਦਾ ਗੇਨ ਵੀ ਲੈ ਰਿਹਾ ਨਾ, ਤਾਂ ਆ 40% ਦਾ ਗੇਨ ਬੱਚੇ ਕਾਹਦੇ ਤੇ ਲੱਗੂਗਾ, ਐਸਪੀ ਦੇ ਉੱਤੇ ਲੱਗੂ। ਤਾਂ 200 ਦਾ 40% ਹੋ ਗਿਆ 80, 80 ਦਾ weight ਮਤਲਬ 80 ਦਾ ਪ੍ਰੋਫਿਟ ਮਤਲਬ ਐਸਪੀ 200 ਦੀ ਥਾਂ ਤੇ 280 ਲੈਣਾ ਆਪਾਂ। ਤਾਂ ਉਹ ਜਿਹੜਾ 40% ਦਾ ਗੇਨ ਵੀ ਲੈ ਰਿਹਾ ਉਹ ਕੁਆਂਟੀਟੀ 'ਚ weight 'ਚ ਜਿੰਨਾ ਘਪਲਾ ਕੀਤਾ ਉੱਥੋਂ ਤਾਂ ਸੀਪੀ ਤੇ ਐਸਪੀ ਆ ਗਿਆ, ਪਰ ਜਿਹੜਾ ਉੱਤੇ ਵੈਸੇ ਵੀ ਗੇਨ ਲੈ ਰਿਹਾ ਉਹ ਬੱਚੇ ਤੁਸੀਂ ਐਸਪੀ ਤੇ ਲਾ ਦੇਣਾ। ਤਾਂ ਹੁਣ ਧਿਆਨ ਨਾਲ ਦੇਖੋ, ਸੀਪੀ 160 ਹੈ, ਐਸਪੀ 280 ਹੈ, ਤਾਂ ਕਿੰਨਾ ਪ੍ਰੋਫਿਟ ਹੋ ਗਿਆ 120 ਰੁਪਏ ਦਾ। 120 ਰੁਪਏ ਦਾ ਪ੍ਰੋਫਿਟ ਕਾਹਦੇ ਤੇ ਹੈ, ਸੀਪੀ ਤੇ ਹੈ 160 ਦੇ ਉੱਤੇ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਯੂਜ਼ ਕਰਦੇ ਆ, ਤਾਂ 120 ਬਟੇ 160, 40 ਦੇ ਟੇਬਲ 'ਚ ਉੱਪਰ 3 ਥੱਲੇ 4, ਤਾਂ 3 ਬਟੇ 4 ਕੀ ਹੁੰਦਾ ਬੱਚੇ 75% ਗੇਨ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਕਿੰਨਾ ਆ ਗਿਆ 75% ਗੇਨ। ਤਾਂ 75% ਥਰਡ ਆਪਸ਼ਨ ਕਲੀਅਰ ਹੈ ਜੀ ਸਾਰਿਆਂ ਨੂੰ। ਤਾਂ ਇਹ ਬੱਚੇ ਆਪਣਾ ਕੁਐਸਚਨ ਡਿਸਓਨੈਸਟ ਸ਼ੌਪਕੀਪਰ ਵਾਲਾ ਟਾਈਪ ਸੀਗਾ। ਇਹ ਤੋਂ ਪਿਛਲੇ 2 ਕੁਐਸਚਨ ਪੰਜਾਬ ਦੇ ਪੇਪਰਾਂ ਦੇ ਕੁਐਸਚਨ ਨੇ, ਆਹ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆਗਾ। ਤਾਂ ਜਦੋਂ ਤਾਂ ਸਿੱਧਾ ਹੀ ਕੁਐਸਚਨ ਹੈ ਕਿ ਅ ਡਿਸਓਨੈਸਟ ਸ਼ੌਪਕੀਪਰ ਸੈਲਸ ਦਾ ਗੁੱਡਸ ਐਟ ਕਾਸਟ ਪ੍ਰਾਈਸ, ਉਦੋਂ ਯੂਜ਼ਸ ਇੰਨਾ weight ਇੰਸਟੈਡ ਆਫ ਓਨਾ weight, ਤਾਂ ਉਹਨੂੰ ਸੀਪੀ ਤੇ ਉਹਨੂੰ ਐਸਪੀ ਮੰਨ ਲਓ, ਤੇ ਉਹਦੇ ਹਿਸਾਬ ਨਾਲ ਪ੍ਰੋਫਿਟ ਦੇਖ ਲਓ ਕਿੰਨਾ, ਸੀਪੀ ਦੇ ਉੱਤੇ ਲਾ ਕੇ ਪਰਸੈਂਟੇਜ 'ਚ ਨਿਕਲ ਜੂ। ਪਰ ਜਦੋਂ ਉਹ ਕੁਝ % ਦਾ ਪ੍ਰੋਫਿਟ ਵੀ ਕਮਾ ਰਿਹਾ, weight ਤਾਂ ਫਾਲਸ ਯੂਜ਼ ਕਰ ਰਿਹਾ, ਯੂਜ਼ਸ ਇੰਨਾ weight ਇੰਸਟੈਡ ਆਫ ਓਨਾ weight, ਉਦੋਂ ਸੀਪੀ ਤੇ ਐਸਪੀ ਮੰਨ ਲਿਆ, ਪਰ ਨਾਲ ਕੁਝ ਹੋਰ ਵੀ ਪ੍ਰੋਫਿਟ ਕਮਾ ਰਿਹਾ ਤਾਂ ਐਸਪੀ ਦੇ ਉੱਤੇ ਜੋੜ ਦਿਓ ਪ੍ਰੋਫਿਟ, ਤਾਂ ਐਸਪੀ ਨਵਾਂ ਆ ਜਾਊਗਾ 200 ਦੀ ਥਾਂ ਤੇ 280, 40% ਪ੍ਰੋਫਿਟ ਲਾਤਾ। ਤਾਂ ਫਿਰ ਦੇਖੋ ਸੀਪੀ ਤੋਂ ਐਸਪੀ ਕਿੰਨਾ ਪ੍ਰੋਫਿਟ ਹੈ, ਉਹ ਸੀਪੀ ਦੇ ਉੱਤੇ ਕੈਲਕੂਲੇਟ ਹੋ ਜਾਊਗਾ, ਪਰਸੈਂਟੇਜ ਦੇ ਵਿੱਚ ਸਾਡਾ ਪ੍ਰੋਫਿਟ ਆ ਜਾਊਗਾ। ਤਾਂ ਕੁਝ ਬੱਚੇ ਕੁਐਸਚਨਸ ਆਪਾਂ ਡਿਸਓਨੈਸਟ ਸ਼ੌਪਕੀਪਰ ਵਾਲੇ ਇਹੋ ਜਿਹੇ ਦੇਖਦੇ ਆ, ਪੁਰਾਣੇ ਪੇਪਰ ਦੇ ਕੁਐਸਚਨ ਨੇ। ਇਸ ਤੋਂ ਬਾਅਦ ਅੱਜ ਦੀ ਕਲਾਸ ਦੇ ਵਿੱਚ ਆਪਣਾ ਬੱਚੇ ਮੈਂਸੂਰੇਸ਼ਨ ਦੇ 2-3 ਕੁਐਸਚਨ ਰਹਿ ਗਏ, 3 ਜਾਂ 4 ਕੁਐਸਚਨ ਹੈਗੇ ਮੈਂਸੂਰੇਸ਼ਨ ਦੇ ਕੁਐਸਚਨ, ਮਤਲਬ ਇੰਟਰਸਟਿੰਗ ਕੁਐਸਚਨ ਨੇ, ਤੇ ਸਾਰੇ ਦੇ ਸਾਰੇ ਤਿੰਨੇ ਕੁਐਸਚਨ ਮੈਂਸੂਰੇਸ਼ਨ 2D ਦੇ ਵਿੱਚੋਂ ਨੇ। ਜਿਹੜੇ 3 ਕੁਐਸਚਨ ਨੇ ਮੈਂਸੂਰੇਸ਼ਨ 2D ਦੇ ਵਿੱਚੋਂ ਨੇ ਬੱਚੇ। ਕੁਐਸਚਨ ਦੇਖੋ ਕੀ ਆ, ਕੁਐਸਚਨ ਹੈ ਦ ਲੈਂਥ ਆਫ ਦਾ ਸਾਈਡ ਆਫ ਏ ਸਕੁਅਰ, ਸਕੁਅਰ ਦੀ ਸਾਈਡ ਦੀ ਗੱਲ ਹੋ ਰਹੀ ਹੈ, ਇਜ਼ ਰਿਪਰੈਜ਼ੈਂਟਡ ਬਾਈ x+2। ਐਗਜ਼ਾਮੀਨਰ ਕਹਿੰਦਾ, ਇਹ ਬੱਚੇ ਪੁਰਾਣੇ ਪੇਪਰ ਦਾ ਕੁਐਸਚਨ ਹੈ, ਐਗਜ਼ਾਮੀਨਰ ਕਹਿੰਦਾ ਇੱਕ ਸਕੁਅਰ ਦੀ ਸਾਈਡ ਹੈ ਉਹਨੂੰ ਅਸੀਂ x+2 ਲਿਖਿਆ ਹੋਇਆ, ਸਕੁਅਰ ਦੀ ਜਿਹੜੀ ਸਾਈਡ ਹੈ ਉਹਦੀ ਕਿੰਨੀ ਲੈਂਥ ਹੈ x+2। ਦ ਲੈਂਥ ਆਫ ਦਾ ਸਾਈਡ ਆਫ ਐਨ ਇਕੁਇਲੇਟਰਲ ਟ੍ਰਾਇੰਗਲ ਇਜ਼ 2x, ਤੇ ਇੱਕ ਕਹਿੰਦੇ ਇਕੁਇਲੇਟਰਲ ਟ੍ਰਾਇੰਗਲ ਹੈ ਉਹਦੀ ਲੈਂਥ 2x ਆ। ਉਸ ਤੋਂ ਬਾਅਦ ਐਗਜ਼ਾਮੀਨਰ ਕਹਿੰਦਾ ਇਫ ਦਾ ਸਕੁਅਰ ਐਂਡ ਦਾ ਇਕੁਇਲੇਟਰਲ ਟ੍ਰਾਇੰਗਲ ਹੈਵ ਇਕੁਅਲ ਪੈਰੀਮੀਟਰਸ ਦੈਨ ਦਾ ਵੈਲਿਊ ਆਫ ਐਕਸਿਸ, ਤਾਂ ਐਕਸ ਦੀ ਵੈਲਿਊ ਦੱਸੋ। ਬੱਚੇ ਬਹੁਤ ਸੌਖਾ ਸਵਾਲ ਹੈ, ਮੈਂ ਵੈਸੇ ਬਣਾ ਦੇਣਾ ਪਰ ਬਣਾਉਣ ਦੀ ਲੋੜ ਨਹੀਂ ਹੈਗੀ। ਆਹ ਕਹਿੰਦੇ ਸਕੁਅਰ ਹੈ, ਆਹ ਇਕੁਇਲੇਟਰਲ ਟ੍ਰਾਇੰਗਲ ਹੈ, ਐਗਜ਼ਾਮੀਨਰ ਕਹਿੰਦਾ ਸਕੁਅਰ ਦੀ ਸਾਈਡ ਕਿੰਨੀ ਹੈ x+2, ਇਕੁਇਲੇਟਰਲ ਟ੍ਰਾਇੰਗਲ ਦੀ ਸਾਈਡ ਕਿੰਨੀ ਹੈ 2x। ਉਹ ਕਹਿੰਦਾ ਯਾਰ ਦੋਨਾਂ ਦਾ ਪੈਰੀਮੀਟਰ ਸੇਮ ਹੈ, ਇਫ ਦਾ ਸਕੁਅਰ ਐਂਡ ਦਾ ਇਕੁਇਲੇਟਰਲ ਟ੍ਰਾਇੰਗਲ ਹੈਵ ਇਕੁਅਲ ਪੈਰੀਮੀਟਰ। ਤਾਂ ਬੱਚੇ ਸਕੁਅਰ ਦਾ ਪੈਰੀਮੀਟਰ ਕੀ ਹੁੰਦਾ 4 ਇੰਟੂ ਸਾਈਡ, ਤਾਂ 4 ਇੰਟੂ x+2, ਸਕੁਅਰ ਦਾ ਪੈਰੀਮੀਟਰ ਇੰਨਾ, ਤੇ ਇਕੁਇਲੇਟਰਲ ਟ੍ਰਾਇੰਗਲ ਦਾ ਪੈਰੀਮੀਟਰ ਕਿੰਨਾ ਹੁੰਦਾ 3a,
3 ਇੰਟੂ ਸਾਈਡ 2x ਹੈ ਤਾਂ 3 ਇੰਟੂ 2x ਤਾਂ ਇਹ ਇਕੁਅਲ ਕਹਤੇ ਉਹਨੇ ਤਾਂ ਇੱਥੋਂ ਤੁਹਾਡੀ x ਦੀ ਵੈਲਿਊ ਆ ਜੂਗੀ। ਤਾਂ ਬੱਚੇ ਬ੍ਰੈਕਟ ਖੋਲੋਗੇ 4x + 8 ਉਹ ਕਿਹਦੇ ਬਰਾਬਰ ਆ ਗਿਆ 6x ਦੇ ਬਰਾਬਰ ਆ ਗਿਆ। ਆ 4x ਉਧਰ ਮਾਈਨਸ ਹੋ ਜੂਗਾ ਤਾਂ 2x = 8 ਤਾਂ x ਦੀ ਵੈਲਿਊ ਤੁਹਾਡੀ ਕਿੰਨੀ ਆ ਗਈ 4। ਤਾਂ ਇਸ ਕੁਐਸਚਨ ਚ ਕੱਢਣ ਪਾਉਣ ਨੂੰ ਕੁਛ ਨਹੀਂ ਸੀ, ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈ। x ਦੀ ਵੈਲਿਊ ਤੁਹਾਡੀ ਕਿੰਨੀ ਆ ਗਈ 4। ਤਾਂ ਬੱਚੇ ਆ ਕੁਐਸਚਨ ਸੀ, ਬਹੁਤ ਸਿੰਪਲ ਕੁਐਸਚਨ ਸੀ। ਜਿਹੜੇ ਮੈਂ ਨਾਲ ਮਿਲਦੇ ਜੁਲਦੇ ਦੋ ਕੁਐਸਚਨ ਲੈ ਕੇ ਆਇਆ ਉਹ ਇੰਨੇ ਸਿੰਪਲ ਨਹੀਂ ਹੈਗੇ ਤਾਂ ਜ਼ਿਆਦਾ ਨਜਾਇਜ਼ ਸਿੰਪਲ ਸੀਗਾ, ਪਰ ਪੁਰਾਣੇ ਪੇਪਰ ਦਾ ਕੁਐਸਚਨ ਹੈਗਾ। ਐਗਜ਼ਾਮੀਨਰ ਨੇ ਐ ਕਹਿਤਾ, ਕਹਿੰਦਾ ਯਾਰ ਇੱਕ ਸਕੁਅਰ ਹੈ ਆਪਣੇ ਕੋਲ, ਉਹਦੀ ਸਾਈਡ ਕਹਿੰਦੇ ਅਸੀਂ x + 2 ਮੰਨ ਲਈ। ਇੱਕ ਇਕੁਇਲੇਟਰਲ ਟ੍ਰਾਇੰਗਲ ਹੈ, ਉਹਦੀ ਸਾਈਡ ਅਸੀਂ ਕਹਿੰਦੇ 2x ਮੰਨ ਲਈ ਤੇ ਕਹਿੰਦੇ ਦੋਨਾਂ ਦਾ ਪੈਰੀਮੀਟਰ ਬਰਾਬਰ ਹੈ। ਦੋਨਾਂ ਦਾ ਪੈਰੀਮੀਟਰ ਬਰਾਬਰ ਹੈ ਤਾਂ ਬਸ ਸਾਨੂੰ ਇਹ ਪਤਾ ਹੋਣਾ ਚਾਹੀਦਾ ਪੈਰੀਮੀਟਰ ਕੀ ਹੁੰਦਾ। ਬੱਚੇ ਸਕੁਅਰ ਦਾ ਪੈਰੀਮੀਟਰ ਹੁੰਦਾ 4a, ਰੈਕਟੈਂਗਲ ਦਾ ਪੈਰੀਮੀਟਰ ਹੁੰਦਾ 3a। ਤਾਂ ਸਾਈਡ ਕਿੰਨੀ ਹੈ x + 2 ਤਾਂ 4 × x + 2। ਸਾਈਡ ਕਿੰਨੀ ਹੈ 2x ਤਾਂ 3 × 2x। ਇਹ ਦੋਨੇ ਇਕੁਅਲ ਨੇ ਤਾਂ ਇਕੁਅਲ ਪੁੱਟ ਕਰਕੇ ਬੱਚੇ ਸਾਡੀ ਕਰਾ ਕੇ x ਦੀ ਵੈਲਿਊ ਆ ਗਈ 4। ਅਗਲਾ ਕੁਐਸਚਨ ਦੇਖੋ, ਅਗਲਾ ਕੁਐਸਚਨ ਕਹਿੰਦਾ ਇੱਕ ਕਾਪਰ ਵਾਇਰ ਹੈ ਇਜ਼ ਬੈਂਟ ਇਨ ਦਾ ਫਾਰਮ ਆਫ ਅ ਸਕੁਅਰ ਹੈਵਿੰਗ ਏਰੀਆ ਇਕੁਅਲ ਟੂ 121 ਸੈਂਟੀਮੀਟਰ। ਐਗਜ਼ਾਮੀਨਰ ਕਹਿੰਦਾ ਆਪਣੇ ਕੋਲ ਇੱਕ ਕਾਪਰ ਦੀ ਵਾਇਰ ਆ, ਉਹਨੂੰ ਅਸੀਂ ਸਕੁਅਰ ਦੀ ਸ਼ੇਪ ਚ ਢਾਲ ਲਿਆ, ਉਸ ਤਾਰ ਤੋਂ ਅਸੀਂ ਸਕੁਅਰ ਬਣਾ ਲਿਆ ਜਿਹਦਾ ਸਾਨੂੰ ਕਹਿੰਦੇ ਏਰੀਆ ਦਿੱਤਾ ਹੋਇਆ 121। ਉਹ ਕਹਿੰਦੇ ਇਫ ਦਾ ਸੇਮ ਵਾਇਰ ਇਜ਼ ਬੈਂਟ ਇਨ ਦਾ ਫਾਰਮ ਆਫ ਅ ਸਰਕਲ, ਜੇ ਉਸੇ ਤਾਰ ਤੋਂ ਅਸੀਂ ਸਰਕਲ ਬਣਾਈਏ ਫਾਈਂਡ ਦਾ ਰੇਡੀਅਸ ਆਫ ਦਾ ਸਰਕਲ। ਤਾਂ ਬੱਚੇ ਦੱਸੋ ਸਰਕਲ ਦਾ ਰੇਡੀਅਸ ਕੀ ਹੋਊਗਾ? ਇਹ ਬੱਚੇ ਸਾਡਾ ਕੁਐਸਚਨ ਹੈ। ਤਾਂ ਆਰਾਮ ਨਾਲ ਦੇਖੋ, ਸਾਨੂੰ ਸਰਕਲ ਦਾ ਏਰੀਆ ਵੀ ਪੁੱਛਿਆ ਜਾ ਸਕਦਾ ਸੀ ਇਸ ਕੁਐਸਚਨ 'ਚ, ਤਾਂ ਚਲੋ ਸਰਕਲ ਦਾ ਰੇਡੀਅਸ ਪੁੱਛਿਆ, ਏਰੀਆ ਵੀ ਪੁੱਛ ਸਕਦਾ ਸੀਗਾ ਐਗਜ਼ਾਮੀਨਰ। ਮੈਨੂੰ ਚਾਹੀਦਾ ਸੀ ਕਿ ਮੈਂ ਏਰੀਆ ਦੇ ਉੱਤੇ ਕੁਐਸਚਨ ਬਣਾ ਕੇ ਲਿਆਉਂਦਾ। ਐਗਜ਼ਾਮੀਨਰ ਕਹਿੰਦਾ ਯਾਰ ਆਪਣੇ ਕੋਲ ਇੱਕ ਕਾਪਰ ਦੀ ਵਾਇਰ ਆ, ਧਿਆਨ ਨਾਲ ਸੁਣਿਓ, ਸਿਰਫ ਉਹ ਬੱਚੇ ਕੁਐਸਚਨ ਕਰਨ ਦੀ ਕਾਹਲੀ ਕਰਨ ਜਿਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈਗਾ। ਬਾਕੀ ਧਿਆਨ ਨਾਲ ਸੁਣੋ ਇੱਕ ਗੱਲ, ਮੈਂ ਇੱਕ ਜਨਰਲ ਜੀ ਗੱਲ ਦੱਸਣ ਲੱਗਿਆ ਕੁਐਸਚਨ ਨਾਲ ਸੰਬੰਧਿਤ। ਐਗਜ਼ਾਮੀਨਰ ਕਹਿੰਦਾ ਸਾਡੇ ਕੋਲ ਇੱਕ ਕਾਪਰ ਦੀ ਵਾਇਰ ਆ, ਉਹਦੇ ਤੋਂ ਪਹਿਲਾਂ ਅਸੀਂ ਸਕੁਅਰ ਬਣਾਇਆ, ਜਿੰਨੀ ਵੀ ਉਹਦੀ ਲੰਬਾਈ ਹੋਊਗੀ ਤਾਰ ਦੀ, ਜਿੰਨੀ ਵੀ ਲੰਬਾਈ ਹੋਊ ਕਹਿੰਦਾ ਉਹਦੇ ਤੋਂ ਅਸੀਂ ਪਹਿਲਾਂ ਸਕੁਅਰ ਬਣਾਇਆ ਜਿਹਦਾ ਸਾਨੂੰ ਏਰੀਆ ਦਿੱਤਾ ਹੋਇਆ 121। ਕਹਿੰਦਾ ਫਿਰ ਉਸੇ ਤਾਰ ਤੋਂ ਅਸੀਂ ਸਰਕਲ ਬਣਾਇਆ, ਉਹਦਾ ਰੇਡੀਅਸ ਦੱਸੋ ਕੀ ਹੋਊਗਾ? ਤਾਂ ਬੱਚੇ ਸੇਮ ਤਾਰ ਤੋਂ ਬਣਾਇਆ ਨਾ, ਤਾਂ ਜਦੋਂ 2D ਦੇ ਵਿੱਚ, ਇਹ ਮੈਂਸੂਰੇਸ਼ਨ 2D ਦਾ ਕੁਐਸਚਨ ਹੈ, ਜਦੋਂ ਇੱਕ ਸਾਡੇ ਕੋਲ ਕਾਪਰ ਦੀ ਵਾਇਰ ਹੈ ਉਹਦੇ ਤੋਂ ਪਹਿਲਾਂ ਅਸੀਂ ਕੁਛ ਬਣਾਇਆ, ਫਿਰ ਉਸੇ ਤੋਂ ਅਸੀਂ ਕੁਛ ਹੋਰ ਬਣਾ ਲਿਆ, ਉਸੇ ਤਾਰ ਤੋਂ ਕੁਛ ਹੋਰ ਬਣਾ ਲਿਆ, ਤਾਂ ਮਤਲਬ ਪੈਰੀਮੀਟਰ ਬਰਾਬਰ। ਕਿਉਂਕਿ ਦੋਨੇ ਜਿਹੜੀਆਂ ਸ਼ੇਪਸ ਨੇ, ਪਹਿਲਾਂ ਸਕੁਅਰ ਹੈ ਫਿਰ ਸਰਕਲ ਹੈ, ਦੋਨੇ ਬਣੀਆਂ ਤਾਂ ਇੱਕੋ ਤਾਰ ਤੋਂ ਨੇ, ਇੱਕੋ ਤਾਰ ਦੀ ਲੰਬਾਈ ਤਾਂ ਬਰਾਬਰ ਹੈ, ਤਾਂ ਮਤਲਬ ਦੋਨਾਂ ਦਾ ਪੈਰੀਮੀਟਰ ਬਰਾਬਰ ਕਰਨਾ ਹੁੰਦਾ। ਤਾਂ ਇਸ ਕੁਐਸਚਨ 'ਚ ਅਸੀਂ ਸਕੁਅਰ ਤੇ ਸਰਕਲ ਦਾ ਪੈਰੀਮੀਟਰ ਬਰਾਬਰ ਕਰਾਂਗੇ। ਬੱਚੇ ਜੇ ਸਕੁਅਰ ਦਾ ਏਰੀਆ 121 ਆਇਆ, ਏਰੀਆ 121 ਆਇਆ, ਏਰੀਆ ਕੀ ਹੁੰਦਾ? ਸਾਈਡ ਦਾ ਸਕੁਅਰ ਹੁੰਦਾ ਨਾ। ਤਾਂ ਜੇ ਏਰੀਆ 121 ਆਇਆ ਤਾਂ ਸਾਈਡ ਕਿੰਨੀ ਹੋਊਗੀ? 11 ਹੋਊਗੀ। ਤਾਂ ਸਕੁਅਰ ਦੀ ਸਾਈਡ ਪਤਾ ਲੱਗ ਗਈ 11 ਸੈਂਟੀਮੀਟਰ। ਜੇ ਸਕੁਅਰ ਦੀ ਸਾਈਡ 11 ਸੈਂਟੀਮੀਟਰ ਹੈ, ਅਸੀਂ ਉਸੇ ਤਾਰ ਤੋਂ ਸਰਕਲ ਬਣਾਉਣਾ, ਤਾਂ ਦੋਨਾਂ ਦਾ ਪੈਰੀਮੀਟਰ ਬਰਾਬਰ। ਪੈਰੀਮੀਟਰ ਸਕੁਅਰ ਦਾ ਹੁੰਦਾ 4a, ਸਰਕਲ ਦਾ ਹੁੰਦਾ 2πr, ਸਰਕਮਫਰੈਂਸ ਜਿਹੜਾ ਹੁੰਦਾ। a ਦੀ ਵੈਲਿਊ ਜੇ ਸਾਡੀ 11 ਆ ਗਈ ਤਾਂ 4 × 11 = 2, ਪਾਈ ਦੀ ਵੈਲਿਊ 22/7 × r। ਤਾਂ ਉੱਪਰ ਬੱਚੇ 4 × 11 44 ਹੈ, ਇੱਧਰ ਉੱਪਰ 22 × 2 44 ਹੈ, ਤਾਂ 44 ਤੇ 44 ਕੱਟਿਆ ਗਿਆ, ਆ 7 ਇੱਧਰ ਆਜੂ, r ਦੀ ਵੈਲਿਊ ਕਿੰਨੀ ਆਜੂ ਬੱਚੇ ਤੁਹਾਡੀ 7 ਸੈਂਟੀਮੀਟਰ। ਤਾਂ ਇਸ ਕੁਐਸਚਨ 'ਚ ਬੱਚੇ ਤੁਹਾਡਾ ਰੇਡੀਅਸ ਕਿੰਨਾ ਆਜੂ? ਥਰਡ ਆਪਸ਼ਨ 7 ਸੈਂਟੀਮੀਟਰ। ਤਾਂ ਇੰਨੀ ਕੁ ਗੱਲ ਕਲੀਅਰ ਹੈ ਬੱਚੇ ਸਾਰਿਆਂ ਨੂੰ? ਇਸ ਕੁਐਸਚਨ ਦੇ ਵਿੱਚ ਕਿਉਂਕਿ ਮੈਂ ਮਤਲਬ ਆਪਾਂ ਨੂੰ ਰੇਡੀਅਸ ਪੁੱਛਿਆ ਗਿਆ ਤਾਂ ਮੈਂ ਤੁਹਾਨੂੰ ਰੇਡੀਅਸ ਕੱਢ ਕੇ ਦੇਤਾ। ਹਮੇਸ਼ਾ ਤੁਸੀਂ ਕੀ ਕਰਨਾ, ਇਹ ਤਾਂ ਇੱਕ ਕੁਐਸਚਨ ਹੈ, ਮੈਂ ਜਨਰਲੀ ਹੀ ਦੱਸ ਰਿਹਾ ਕਿ ਜਨਰਲੀ ਐਗਜ਼ਾਮੀਨਰ ਸਾਨੂੰ ਕੀ ਕਹੂਗਾ ਕਿ ਆਪਣੇ ਕੋਲ ਇੱਕ ਕਾਪਰ ਵਾਇਰ ਹੈ ਜਿੰਨੀ ਮਰਜ਼ੀ ਲੰਬਾਈ ਹੈ, ਉਹਦੇ ਤੋਂ ਪਹਿਲਾਂ ਜੇ ਅਸੀਂ ਆਹ ਬਣਾਇਆ, ਫਿਰ ਜੇ ਅਸੀਂ ਉਹਦੇ ਤੋਂ ਦੂਜੀ ਫਲਾਣੀ ਚੀਜ਼ ਬਣਾ ਲਈ, ਤਾਂ ਤੁਸੀਂ ਹਮੇਸ਼ਾ ਧਿਆਨ 'ਚ ਰੱਖਣਾ ਹੈ ਕਿ ਭਾਈ ਜਦੋਂ ਇੱਕ ਤਾਰ ਤੋਂ ਪਹਿਲਾਂ ਕੋਈ ਇਮੇਜ ਬਣਾਈ ਹੈ ਫਿਰ ਕੋਈ ਇਮੇਜ ਬਣਾਈ ਹੈ, ਤਾਂ ਹਮੇਸ਼ਾ ਤੁਸੀਂ ਪੈਰੀਮੀਟਰ ਬਰਾਬਰ ਕਰਨਾ ਹੈ। ਤਾਂ ਪੈਰੀਮੀਟਰ ਬਰਾਬਰ ਕਰਕੇ ਸਾਨੂੰ ਸਕੁਅਰ ਦਾ ਏਰੀਆ ਦਿੱਤਾ ਹੈ, ਰੈਕਟੈਂਗਲ ਸਰਕਲ ਦਾ ਏਰੀਆ ਪੁੱਛਿਆ ਜਾ ਸਕਦਾ ਸੀ, ਸਰਕਲ ਦਾ ਬੱਚੇ ਰੇਡੀਅਸ ਪੁੱਛਿਆ, ਸਰਕਲ ਦਾ ਰੇਡੀਅਸ ਪੁੱਛਿਆ ਤਾਂ ਤੁਸੀਂ ਕੱਢ ਲਿਆ 7 ਸੈਂਟੀਮੀਟਰ ਤੇ ਤੀਜਾ ਆਪਸ਼ਨ ਮਾਰਕ ਕਰਤਾ। ਜੇ ਏਰੀਆ ਪੁੱਛਿਆ ਹੁੰਦਾ ਤਾਂ ਬੱਚੇ ਸਰਕਲ ਦਾ ਏਰੀਆ ਸਭ ਨੂੰ ਪਤਾ ਕਿੰਨਾ ਹੁੰਦਾ πr²। ਤਾਂ r ਤੁਸੀਂ ਕੱਢਣਾ ਸੀ, ਇੱਥੋਂ r ਨਿਕਲ ਗਿਆ, ਫਿਰ ਪਾਈ 22/7 × r², 7 × 7, 1 7 ਕੈਂਸਲ ਹੋ ਜਾਂਦਾ, 22 × 7 ਤੁਹਾਡਾ ਆਨਸਰ ਆ ਜਾਂਦਾ 154 ਸੈਂਟੀਮੀਟਰ ਸਕੁਅਰ। ਬੱਚੇ ਜੇ ਸਾਨੂੰ ਏਰੀਆ ਪੁੱਛਿਆ ਹੁੰਦਾ ਤਾਂ ਅਸੀਂ
ਆਨਸਰ ਕਰ ਦਿੰਦੇ 154 ਸੈਂਟੀਮੀਟਰ ਸਕੁਅਰ। ਤਾਂ ਏਰੀਆ ਵੀ ਪੁੱਛਿਆ ਜਾ ਸਕਦਾ ਸੀ, ਪਤਾ ਨਹੀਂ ਮੈਂ ਕਿਉਂ ਰੇਡੀਅਸ ਤੇ ਕੁਐਸਚਨ ਲਿਆ, ਏਰੀਆ ਤੇ ਲੈ ਕੇ ਆਉਣਾ ਚਾਹੀਦਾ ਸੀਗਾ। ਦੋ ਚੀਜ਼ਾਂ ਵੱਧ ਕੈਲਕੂਲੇਟ ਕਰਦੇ ਤੁਸੀਂ, ਥੋੜੀ ਜਿਹੀ ਵੱਧ ਕੈਲਕੂਲੇਸ਼ਨ ਦੀ ਪ੍ਰੈਕਟਿਸ ਹੁੰਦੀ। ਅਗਲਾ ਕੁਐਸਚਨ ਦੇਖੋ, ਮੇਰੇ ਖਿਆਲ ਚ ਅੱਜ ਦੀ ਕਲਾਸ ਦਾ ਆਖਰੀ ਕੁਐਸਚਨ ਹੈ, ਮਿਲਦਾ ਜੁਲਦਾ ਕੁਐਸਚਨ। ਅ ਕਾਪਰ ਵਾਇਰ ਇਜ਼ ਬੈਂਟ ਇਨ ਦਾ ਫਾਰਮ ਆਫ ਐਨ ਇਕੁਇਲੇਟਰਲ ਟ੍ਰਾਇੰਗਲ। ਬੱਚੇ ਆਹ ਕੁਐਸਚਨ ਮੈਂ ਸੋਲਵ ਕਰਵਾ ਦੇਣਾ। ਇਸ ਤੋਂ ਬਾਅਦ ਮੈਂ ਸੈਸ਼ਨ ਖਤਮ ਕਰਨ ਤੋਂ ਪਹਿਲੇ ਇੱਕ ਜ਼ਰੂਰੀ ਗੱਲ ਬੋਲੂੰਗਾ, ਇਹ ਮੈਂਸੂਰੇਸ਼ਨ 2D ਦੇ ਕੁਐਸਚਨ ਕੀਤੇ ਆ, ਥੋੜੀ ਜਿਹੀ ਮੈਂਸੂਰੇਸ਼ਨ 3D ਬਾਰੇ ਮੈਂ ਗੱਲ ਕਰੂੰਗਾ, ਫਿਰ ਸੈਸ਼ਨ ਬੰਦ ਕਰਿਓ, ਬੰਦ ਨਾ ਕਰਿਓ, ਜ਼ਰੂਰੀ ਗੱਲ ਦੱਸੂੰਗਾ, ਫਿਰ ਅਗਲੀ ਵਾਰ ਕੁਐਸਚਨਸ ਵੀ ਲੈ ਕੇ ਆਉਂਗਾ ਜਿਹੜੀ ਗੱਲ ਦੱਸੂੰਗਾ। ਅ ਕਾਪਰ ਵਾਇਰ ਇਜ਼ ਬੈਂਟ in the form of an equilateral triangle and has area 121√3। ਐਗਜ਼ਾਮੀਨਰ ਕਹਿੰਦਾ ਉਹੀ ਸਵਾਲ ਕਰਤਾ, ਕਹਿੰਦਾ ਇੱਕ ਕਾਪਰ ਵਾਇਰ ਹੈ, ਉਹਨੂੰ ਪਹਿਲਾਂ ਅਸੀਂ ਇਕੁਇਲੇਟਰਲ ਟ੍ਰਾਇੰਗਲ ਦੀ ਸ਼ੇਪ ਚ ਢਾਲਿਆ ਜਿਹਦਾ ਏਰੀਆ ਸਾਨੂੰ ਦਿੱਤਾ ਹੋਇਆ। ਇਫ ਦਾ ਸੇਮ ਵਾਇਰ is bent in the form of a circle find the area enclosed by the wire। ਤਾਂ ਉਹ ਕਹਿੰਦੇ ਜੇ ਉਸੇ ਤਾਰ ਤੋਂ ਫਿਰ ਅਸੀਂ ਮੁੜ ਕੇ ਸਰਕਲ ਬਣਾ ਦਈਏ ਤਾਂ ਉਸ ਤਾਰ ਦੇ ਅੰਦਰ ਕਿੰਨਾ ਏਰੀਆ ਆਜੂ ਉਹ ਦੱਸਣਾ। ਤਾਰ ਦੇ ਅੰਦਰ ਕਿੰਨਾ ਏਰੀਆ ਆਜੂ ਕਹਿਣ ਦਾ ਮਤਲਬ ਸਰਕਲ ਜਿਹੜਾ ਬਣੂਗਾ, ਸਰਕਲ ਦਾ ਏਰੀਆ ਕੱਢਣਾ। ਤਾਂ ਬੱਚੇ ਦੇਖੋ, ਪਹਿਲਾਂ ਉਹ ਤੋਂ ਇਕੁਇਲੇਟਰਲ ਟ੍ਰਾਇੰਗਲ ਬਣਾਇਆ ਜਿਹਦਾ ਏਰੀਆ ਦਿੱਤਾ, ਫਿਰ ਉਸੇ ਤੋਂ ਅਸੀਂ ਸਰਕਲ ਬਣਾ ਦੇਣਾ, ਉਹ ਸਰਕਲ ਦਾ ਏਰੀਆ ਕੱਢਣਾ। ਤਾਂ ਦੋਨਾਂ ਦਾ ਪੈਰੀਮੀਟਰ ਬਰਾਬਰ ਹੋਊਗਾ ਨਾ। ਤਾਂ ਇਕੁਇਲੇਟਰਲ ਟ੍ਰਾਇੰਗਲ ਦਾ ਪੈਰੀਮੀਟਰ ਕੀ ਹੁੰਦਾ 3a, ਸਰਕਲ ਦਾ ਪੈਰੀਮੀਟਰ ਕੀ ਹੁੰਦਾ 2πr ਜੋ ਕਿ ਸਰਕਮਫਰੈਂਸ ਹੁੰਦਾ। ਅਸੀਂ ਇਹ ਬਰਾਬਰ ਕਰਨਾ ਤਾਂ a ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ। ਉਹ ਕਿੱਥੋਂ ਆਊਗੀ, ਸਾਨੂੰ ਇਕੁਇਲੇਟਰਲ ਟ੍ਰਾਇੰਗਲ ਦਾ ਏਰੀਆ ਦਿੱਤਾ ਹੋਇਆ, ਉੱਥੋਂ ਅਸੀਂ ਉਹਦੀ ਸਾਈਡ ਕੱਢ ਲਾਂਗੇ। ਬੱਚੇ ਇਕੁਇਲੇਟਰਲ ਟ੍ਰਾਇੰਗਲ ਦਾ ਏਰੀਆ ਹੁੰਦਾ √3/4 a ਸਕੁਅਰ। ਸਾਈਡ ਉਹਦੀ ਜੇ a ਹੈ ਤਾਂ ਸਾਈਡ ਦਾ ਸਕੁਅਰ, ਉਹ ਕਿਹਦੇ ਬਰਾਬਰ ਹੈ 121√3। ਤਾਂ √3 ਬੱਚੇ ਦੋਨੇ ਪਾਸੇ ਉੱਤੇ ਕੱਟਿਆ ਗਿਆ, ਤਾਂ a ਸਕੁਅਰ ਕਿਹਦੇ ਬਰਾਬਰ ਆ ਜਾਊਗਾ 121 ਗੁਣਾ 4। ਤਾਂ a ਦੀ ਵੈਲਿਊ ਕਿੰਨੀ ਆ ਜਾਊਗੀ, ਸਾਰੇ ਦਾ ਅੰਡਰ 121 ਗੁਣਾ 4। 121 ਦਾ ਸਕੁਅਰ ਰੂਟ 11, 4 ਦਾ 2, ਤਾਂ 11 ਗੁਣਾ 2 ਬੱਚੇ ਸਾਈਡ ਆ ਗਈ 22 ਸੈਂਟੀਮੀਟਰ। ਤਾਂ ਆਹ ਕੈਲਕੂਲੇਸ਼ਨ ਮੈਂ ਸਟੈਪ ਬਾਈ ਸਟੈਪ ਕਰਾਤੀ, ਨਹੀਂ ਤਾਂ ਪੇਪਰ ਦੇ ਵਿੱਚ ਤੁਹਾਡੀ ਕੈਲਕੂਲੇਸ਼ਨ ਇੰਨੀ ਚੰਗੀ ਹੋਣੀ ਚਾਹੀਦੀ ਹੈ ਕਿ ਸਟੈਪ ਬਾਈ ਸਟੈਪ ਕਰਨ ਦੀ ਲੋੜ ਨਾ ਪਵੇ ਸਾਨੂੰ। ਤਾਂ ਬੱਚੇ ਸਾਨੂੰ ਇਕੁਇਲੇਟਰਲ ਟ੍ਰਾਇੰਗਲ ਦਾ ਏਰੀਆ ਦਿੱਤਾ ਹੋਇਆ 121√3, ਉਹਦੇ ਤੋਂ ਅਸੀਂ ਏਰੀਆ ਦਾ ਫਾਰਮੂਲਾ √3/4 a² ਪੁੱਟ ਕੀਤਾ, ਉਹਦੇ ਬਰਾਬਰ ਰੱਖਿਆ, ਤਾਂ a ਦੀ ਵੈਲਿਊ ਆ ਗਈ 22 ਸੈਂਟੀਮੀਟਰ। a ਦੀ ਵੈਲਿਊ 22 ਸੈਂਟੀਮੀਟਰ ਆਈ ਆ ਬੱਚੇ, ਪਰ ਜਦੋਂ ਅਸੀਂ ਇਕੁਇਲੇਟਰਲ ਟ੍ਰਾਇੰਗਲ ਤੋਂ ਮੁੜ ਕੇ ਸਰਕਲ ਬਣਾਵਾਂਗੇ ਤਾਂ ਦੋਨਾਂ ਦੇ ਪੈਰੀਮੀਟਰ ਬਰਾਬਰ ਹੋਣਗੇ। ਤਾਂ ਇਕੁਇਲੇਟਰਲ ਟ੍ਰਾਇੰਗਲ ਦਾ ਪੈਰੀਮੀਟਰ 3, a ਦੀ ਵੈਲਿਊ 22, ਕਿਹਦੇ ਬਰਾਬਰ 2πr 22/7 ਇੰਟੂ r। ਤਾਂ 22 ਨਾਲ 22 ਕੱਟਿਆ ਗਿਆ, 2 ਕਿਤੇ ਕੱਟੇ ਨਹੀਂ ਜਾਂਦਾ, ਚਲੋ 2 ਨਹੀਂ ਕੱਟਿਆ ਜਾਂਦਾ ਹੋਣਾ। ਤਾਂ r ਦੀ ਵੈਲਿਊ ਕਿੰਨੀ ਆ ਗਈ 7 ਉੱਪਰ ਚੱਲ ਗਿਆ, 2 ਥੱਲੇ ਆ ਗਿਆ, ਤਾਂ r ਦੀ ਵੈਲਿਊ ਆ ਗਈ 21/2। ਮੈਂ ਕਿਤੇ ਗਲਤੀ ਕਰ ਰਿਹਾ ਸ਼ਾਇਦ, √3/4 ਇਸ ਕਰਕੇ 22 ਸੈਂਟੀਮੀਟਰ ਠੀਕ ਆ। ਇਕੁਇਲੇਟਰਲ ਦਾ ਏਰੀਆ, ਸਰਕਲ ਦਾ ਪੈਰੀਮੀਟਰ 2πr, 3 ਗੁਣਾ 22 2πr ਠੀਕ ਆ। r ਦੀ ਵੈਲਿਊ ਚਲੋ ਆ ਗਈ, ਏਰੀਆ ਕੱਢ ਕੇ ਦੇਖਦੇ ਆ। ਏਰੀਆ ਕੱਢਣਾ ਸੀਗਾ, ਆਪਸ਼ਨ ਮੈਂ ਸੈਂਟੀਮੀਟਰ, ਆਪਸ਼ਨ ਮੇਰੇ ਖਿਆਲ ਚ ਮੈਂ ਪਿਛਲੇ ਆਪਸ਼ਨ ਦੇ ਕੁਐਸਚਨ ਦੇ ਲਿਆ, ਇਸ ਕੁਐਸਚਨ ਚ ਸ਼ਾਇਦ ਮੈਂ ਆਪਸ਼ਨਸ ਗਲਤ ਲਿਆ, ਮੈਨੂੰ ਫਿਰ ਇੱਧਰ ਗਲਤੀ ਹੋ ਗਈ। ਤਾਂ ਬੱਚੇ ਆਪਾਂ ਜਿਹੜਾ ਏਰੀਆ ਕੱਢਣਾ, ਏਰੀਆ ਵਿਲ ਬੀ ਇਕੁਅਲ ਟੂ πr²। ਪਾਈ ਦੀ ਵੈਲਿਊ 22/7 ਇੰਟੂ 21/2 ਇੰਟੂ 21/2, 2 ਤੇ 22 ਕੱਟਿਆ ਗਿਆ 11, 7 ਤੇ 21 ਕੱਟਿਆ 3, 11 ਗੁਣਾ 21 ਹੋ ਗਿਆ 231, 231 ਗੁਣਾ 3 ਹੋ ਗਿਆ 693, 693/2 346.5, 346.5। ਕੈਲਕੂਲੇਸ਼ਨ ਆਪੇ ਕਰਕੇ ਦੇਖ ਲਿਓ, ਮੇਰੇ ਹਿਸਾਬ ਨਾਲ ਆਨਸਰ ਆਹਾ ਆਉਣਾ ਚਾਹੀਦਾ। ਮੈਂ ਗਲਤੀ ਕਿੱਥੇ ਕਰਕੇ, ਕਾਪਰ ਵਾਇਰ ਬੈਂਟ ਦਾ ਫਾਰਮ ਆਫ ਇਕੁਇਲੇਟਰਲ ਟ੍ਰਾਇੰਗਲ ਹੈਜ਼ ਏਰੀਆ ਇੰਨਾ, ਏਰੀਆ √3/4 a² ਹੁੰਦਾ, 121√3, √3 ਕੈਂਸਲ, 4 ਉੱਪਰ ਗਿਆ, a² 121 ਇੰਟੂ 4, a ਦੀ ਵੈਲਿਊ 11 ਗੁਣਾ 2 22, a ਦੀ ਵੈਲਿਊ 22 ਆ ਗਈ। ਇਕੁਇਲੇਟਰਲ ਟ੍ਰਾਇੰਗਲ ਦੀ ਸਾਈਡ 22, ਇੱਥੇ ਤੱਕ ਠੀਕ ਹੈ, ਰੈੱਡ ਮਾਰਕਰ ਠੀਕ ਹੈ। ਫਿਰ ਕਹਿੰਦੇ ਉਸੇ ਵਾਇਰ ਤੋਂ ਜੀ ਤੋਂ ਇਕੁਇਲੇਟਰਲ ਟ੍ਰਾਇੰਗਲ ਬਣਾਇਆ ਸੀ, ਸਰਕਲ ਬਣਾਤਾ, ਤਾਂ ਪੈਰੀਮੀਟਰ ਬਰਾਬਰ ਇਕੁਇਲੇਟਰਲ ਟ੍ਰਾਇੰਗਲ ਦਾ 3 ਗੁਣਾ 22 3a ਹੁੰਦਾ, ਉਹਦਾ 2πr 22 ਤੇ 22 ਕੱਟਿਆ ਗਿਆ, 7 ਤੇ 21/2 r 21/2 ਆ ਗਿਆ। ਇੱਥੇ ਤੱਕ ਠੀਕ ਹੈ, ਫਿਰ ਆ ਤਾਂ ਠੀਕ ਹੈਗਾ ਹੀ ਆ, ਏਰੀਆ ਕੱਢ ਲਿਆ। ਤਾਂ ਬੱਚੇ ਮੇਰੇ ਖਿਆਲ 'ਚ ਮੈਂ ਆਪਸ਼ਨਸ ਗਲਤ ਲਿਆ ਆ, ਆਪਸ਼ਨ ਜਾਂ ਤਾਂ ਮੈਂ ਕਿਸੇ ਹੋਰ ਆਪਸ਼ਨ ਤੇ ਚੱਕ, ਕਿਸੇ ਹੋਰ ਕੁਐਸਚਨ ਤੇ ਚੱਕ ਲਿਆ। ਇਹਦਾ ਆਨਸਰ ਆ ਜਾਊਗਾ 346.5 ਸੈਂਟੀਮੀਟਰ ਸਕੁਅਰ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ, ਜੇ ਮੇਰੇ ਤੋਂ ਕਿਤੇ ਗਲਤੀ ਹੋਈ ਹੈ ਉਹ ਆਪਾਂ ਕਮੈਂਟਸ ਦੇ ਵਿੱਚ ਡਿਸਕਸ ਕਰ ਲਾਂਗੇ। ਤੁਸੀਂ ਹੁਣ ਕਮੈਂਟ ਲਾਈਵ ਸੈਸ਼ਨ ਦੇ ਵਿੱਚ ਵੀ ਕਮੈਂਟ ਕਰ ਰਹੇ ਹੋਗੇ, ਮੈਂ ਪੜ੍ਹ ਨਹੀਂ ਪਾ ਰਿਹਾ, ਤੁਸੀਂ ਲਾਈਵ ਸੈਸ਼ਨ 'ਚ ਕਮੈਂਟ ਕਰ ਸਕਦੇ ਹੋ। ਜਾਂ ਜਿਹੜੇ ਬੱਚੇ ਮਗਰੋਂ ਇਸ ਵੀਡੀਓ ਨੂੰ ਦੇਖਣਗੇ ਉਹ ਇਸ ਕੁਐਸਚਨ ਦੇ ਵਿੱਚ ਜੇ ਮੇਰੀ ਕੋਈ ਗਲਤੀ ਹੈ ਗਲਤੀ ਦੱਸ ਦੇਣ, ਅਦਰਵਾਈਜ਼ ਆਨਸਰ ਵਿਲ ਬੀ 346.5 ਸੈਂਟੀਮੀਟਰ ਸਕੁਅਰ। ਵੈਸੇ ਵੀ ਮੈਂ ਆਪਸ਼ਨ ਗਲਤ ਲੈ ਕੇ ਆਇਆ, ਸੈਂਟੀਮੀਟਰਾਂ ਦੇ ਵਿੱਚ ਆਪਸ਼ਨ ਲਿਆ ਹੈ, ਸਕੁਅਰ ਵੀ ਨਹੀਂ ਹੈਗਾ, ਤਾਂ ਆਪਸ਼ਨ ਸ਼ਾਇਦ ਮੈਂ ਗਲਤ ਲਿਆ ਆ। ਤਾਂ ਇਹ ਬੱਚੇ ਆਪਣਾ ਕੁਐਸਚਨ ਹੈ, ਇਹ ਜਿਹੜਾ ਕੁਐਸਚਨ ਹੈ ਇਹ ਆਪਣਾ ਸਵਾਲ ਹੈ ਮੈਂਸੂਰੇਸ਼ਨ 2D ਦਾ, ਜਿਹਦੇ ਵਿੱਚ ਕੀ ਹੋ ਰਿਹਾ ਮੈਂ ਜਿਹੜੀ ਜ਼ਰੂਰੀ ਗੱਲ ਦੱਸਣੀ ਸੀ, ਫਿਰ ਆਪਾਂ ਸੈਸ਼ਨ ਖਤਮ ਕਰਾਂਗੇ ਤੇ ਅਗਲੇ ਸੈਸ਼ਨ ਦਾ ਮੈਂ ਦੱਸ ਕੇ ਜਾਊਂਗਾ ਕਿ ਮੰਗਲਵਾਰ ਨੂੰ ਕੀ ਕਰਨਾ ਹੈਗਾ।
ਇਹ ਬੱਚੇ ਆਪਣੇ ਸਵਾਲ ਕੀ ਸੀਗੇ ਜਿਹਦੇ ਵਿੱਚ ਸਾਰੇ 2D ਦੇ ਸਵਾਲ ਨੇ, ਜਿਹਦੇ ਵਿੱਚ ਆਪਣੇ ਕੋਲ ਇੱਕ ਕਾਪਰ ਵਾਇਰ ਆ, ਉਹਦੀ ਜਿੰਨੀ ਮਰਜ਼ੀ ਲੰਬਾਈ ਆ, ਉਹਦੇ ਤੋਂ ਪਹਿਲਾਂ ਜੇ ਅਸੀਂ ਕੋਈ ਇਮੇਜ ਬਣਾਈ ਫਿਰ ਉਹਦੇ ਤੋਂ ਕੋਈ ਇਮੇਜ ਬਣਾਈ। ਓਕੇ, ਜਿਹੜੇ ਬੱਚਿਆਂ ਕੋਲ ਮੇਰਾ, ਜੇ ਕਿਸੇ ਵੀ ਬੱਚੇ ਕੋਲ ਮੇਰਾ WhatsApp ਵਾਲਾ ਨੰਬਰ ਹੈਗਾ, ਆਹ ਕੁਐਸਚਨ ਦਾ ਮੈਨੂੰ ਸਕਰੀਨਸ਼ਾਟ ਭੇਜ ਦਿਓ, ਮੈਂ ਇਹਦੇ ਆਪਸ਼ਨਸ ਠੀਕ ਕਰ ਲੂੰਗਾ। ਇਹਦੇ ਆਪਸ਼ਨਸ ਦੇ ਵਿੱਚ ਗੜਬੜੀ ਰਹਿ ਗਈ, ਫਾਈਲ ਠੀਕ ਹੋਣੀ ਚਾਹੀਦੀ, ਤਾਂ ਮੈਨੂੰ ਪਲੀਜ਼ ਸਕਰੀਨਸ਼ਾਟ ਭੇਜ ਦਿਓ। ਕੋਈ ਵੀ ਬੱਚਾ ਲਿਖ ਕੇ ਭੇਜ ਦਿਓ ਵੀ ਆਹ ਸਕਰੀਨਸ਼ਾਟ ਤੁਸੀਂ ਆਹ ਆਪਸ਼ਨਸ ਠੀਕ ਕਰਨੇ ਨੇ। ਹਾਂਜੀ, ਆਪਣੇ ਕੋਲ ਕੋਈ ਵੀ ਵਾਇਰ ਆ ਜਿੰਨੀ ਮਰਜ਼ੀ ਲੰਬਾਈ ਆ, ਉਹਦੇ ਤੋਂ ਪਹਿਲਾਂ ਅਸੀਂ ਕੋਈ ਇਮੇਜ ਬਣਾਈ ਫਿਰ ਉਹਦੇ ਤੋਂ ਕੋਈ ਹੋਰ ਇਮੇਜ ਬਣਾ ਲਈ, ਤਾਂ ਹਮੇਸ਼ਾ ਆਪਾਂ ਕੀ ਕਰਦੇ ਆ, ਆਪਾਂ ਉਹਨਾਂ ਦੇ ਪੈਰੀਮੀਟਰ ਬਰਾਬਰ ਰੱਖ ਦਿੰਦੇ ਆ। ਤਾਂ ਇੱਥੇ ਵੀ ਆਪਾਂ ਇਕੁਇਲੇਟਰਲ ਟ੍ਰਾਇੰਗਲ ਦਾ ਪੈਰੀਮੀਟਰ ਤੇ ਸਰਕਲ ਦਾ ਪੈਰੀਮੀਟਰ ਬਰਾਬਰ ਰੱਖੇ। ਇਕੁਇਲੇਟਰਲ ਟ੍ਰਾਇੰਗਲ ਦਾ ਪੈਰੀਮੀਟਰ 3a, ਸਰਕਲ ਦਾ 2πr ਸਰਕਮਫਰੈਂਸ ਬਰਾਬਰ ਰੱਖਿਆ, ਤਾਂ ਜੇ ਇਕੁਇਲੇਟਰਲ ਟ੍ਰਾਇੰਗਲ ਦੀ ਸਾਈਡ ਆ ਗਈ ਤਾਂ ਰੇਡੀਅਸ ਨਿਕਲ ਆਊਗਾ। ਹਮੇਸ਼ਾ ਹੀ ਇਹ ਕਰਦੇ, ਫਿਰ ਉਹਦਾ ਏਰੀਆ ਕੱਢਣਾ, ਤਾਂ ਜੇ ਰੇਡੀਅਸ ਨਿਕਲਿਆ ਏਰੀਆ ਵੀ ਨਿਕਲੇ ਆਊ। ਮੈਂਸੂਰੇਸ਼ਨ 3D ਦੇ ਵਿੱਚ ਕੀ ਸਵਾਲ ਬਣਦੇ ਹੁੰਦੇ ਆ, ਮੈਂ ਕਦੇ ਜੇ ਪੁਰਾਣੇ ਪੇਪਰ 'ਚ ਕੋਈ ਸਵਾਲ ਉਹ ਜਿਹਾ ਮਿਲਿਆ ਤਾਂ ਫਿਰ ਮੈਂ ਉਹ ਸਵਾਲ ਅਬੰਡੈਂਟ ਮਤਲਬ ਵਾਧੂ ਕਰਾ ਦੂੰਗਾ। ਮੈਂਸੂਰੇਸ਼ਨ 3D ਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਕੋਲ ਕੋਈ 3D ਇਮੇਜ ਹੈ, ਕੋਈ ਵੀ 3D ਇਮੇਜ ਹੋ ਸਕਦੀ ਹੈ, ਸਫੀਅਰ ਹੈਮੀਸਫੀਅਰ 'ਚ ਕੁਝ ਹੋ ਸਕਦਾ, ਸਿਲੰਡਰ ਕੋਨ ਦੇ ਵਿੱਚ ਕੁਝ ਹੋ ਸਕਦਾ, ਕਿਊਬੋਇਡ ਕੁਝ ਹੋ ਸਕਦਾ, ਕਿਸੇ ਵੀ ਕਿਸਮ ਦਾ ਪ੍ਰਿਜ਼ਮ ਜਾਂ ਪਿਰਾਮਿਡ ਕੁਝ ਵੀ ਹੋ ਸਕਦਾ। ਉਸ ਇਮੇਜ ਨੂੰ, ਕਿਉਂਕਿ 3D ਇਮੇਜ ਦਾ ਤਾਂ ਕੋਈ ਮਤਲਬ ਏਰੀਆ ਨਾ, ਮਤਲਬ ਉਹਦੇ ਕੋਲ ਕੋਈ ਉਹਨੇ ਸਪੇਸ ਆਕੂਪਾਈ ਕੀਤੀ ਹੋਈ ਹੈਗੀ, ਉਹ ਕਿਸੇ ਵੀ ਚੀਜ਼ ਦੀ, ਕਿਸੇ ਵੀ ਧਾਤੂ ਦੀ ਬਣੀ ਹੋ ਸਕਦੀ ਹੈ, ਉਹਨੂੰ ਅਸੀਂ ਮੈਲਟ ਕਰਕੇ ਉਹਦੇ ਤੋਂ ਕੋਈ ਦੂਜੀ ਇਮੇਜ ਬਣਾ ਲਈ। ਇੱਥੇ ਕੀ ਹੈ, ਇੱਥੇ ਸਾਡੇ ਕੋਲ ਇੱਕ ਤਾਰ ਹੈ ਜਿਹਦੇ ਤੋਂ ਪਹਿਲਾਂ ਕੋਈ ਇਮੇਜ ਬਣੀ ਹੈ ਤੇ ਫਿਰ ਉਹਦੇ ਤੋਂ ਕੋਈ ਹੋਰ ਇਮੇਜ ਬਣਾ ਲਈ, ਤਾਂ ਇੱਥੇ ਅਸੀਂ ਪੈਰੀਮੀਟਰ ਬਰਾਬਰ ਰੱਖ ਲਿਆ। 3D ਇਮੇਜਸ ਦੇ ਵਿੱਚ, ਮੈਂਸੂਰੇਸ਼ਨ 3D ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੋਲ ਕੋਈ ਵੀ ਮਟੀਰੀਅਲ ਤੋਂ ਇੱਕ ਪਹਿਲਾਂ ਹੋਰ ਇਮੇਜ ਬਣੀ ਹੋਈ ਹੈ, ਮੰਨ ਲਓ ਸਿਲੰਡਰ ਬਣਿਆ ਹੋਇਆ, ਉਹਨੂੰ ਪਿਘਲਾ ਕੇ ਅਸੀਂ ਉਹਦੇ ਤੋਂ ਸਫੀਅਰ ਬਣਾ ਲਿਆ। ਉਦੋਂ ਇੱਕ ਇਮੇਜ ਤੋਂ ਦੂਜੀ ਇਮੇਜ ਐ ਬਣਦੀ ਹੈ, ਤਾਂ ਉਹਨਾਂ ਮਾਮਲਿਆਂ 'ਚ ਪਹਿਲਾ ਸਿਲੰਡਰ ਹੈ ਫਿਰ ਉਹਦੇ ਤੋਂ ਹੀ ਸਫੀਅਰ ਬਣਾ ਲਿਆ, ਤਾਂ ਮਤਲਬ ਕੀ ਹੈ, ਜਿੰਨਾ ਮਟੀਰੀਅਲ ਸਾਡੇ ਕੋਲ ਸੀ ਜਿਹਦੇ ਤੋਂ ਸਿਲੰਡਰ ਬਣਾਇਆ ਉਸੇ ਮਟੀਰੀਅਲ ਤੋਂ ਅਸੀਂ ਸਫੀਅਰ ਬਣਾ ਲਿਆ, ਤਾਂ ਉਹਨਾਂ ਕੇਸਾਂ 'ਚ ਅਸੀਂ ਹਮੇਸ਼ਾ ਵੋਲਿਊਮ ਬਰਾਬਰ ਰੱਖਦੇ ਹੁੰਦੇ ਹਾਂ। ਤਾਂ ਮੈਂਸੂਰੇਸ਼ਨ 3D ਦੇ ਵਿੱਚ ਵੀ ਸਵਾਲ ਆ ਜਾਂਦੇ, ਪਹਿਲਾਂ ਜੀ ਸਾਡੇ ਕੋਲ ਆਹ ਇਮੇਜ ਸੀ ਮਗਰ ਉਹਦੇ ਤੋਂ ਉਹ ਇਮੇਜ ਬਣਾ ਲਈ, ਤਾਂ ਹਮੇਸ਼ਾ ਉਹਦੇ ਵਿੱਚ ਕੀ ਧਿਆਨ 'ਚ ਰੱਖਣਾ ਕਿ ਉਹਦੇ ਵਿੱਚ ਅਸੀਂ ਵੋਲਿਊਮ ਬਰਾਬਰ ਰੱਖਦੇ ਹਾਂ। ਤਾਂ ਜੇ ਕਿਸੇ ਪੁਰਾਣੇ ਪੇਪਰ 'ਚ ਮੈਨੂੰ ਉਹ ਸਵਾਲ ਦਿਖਿਆ ਤਾਂ ਮੈਂ ਉਹ ਸਵਾਲ ਨਾਲ 2-4 ਸਵਾਲ ਆਪਦੇ ਵੱਲੋਂ ਮੈਂ ਉਹ ਤੁਹਾਨੂੰ ਕਰਾਊਂਗਾ, ਤਾਂ ਮੈਂ ਉਹ ਮੋਟੇ ਰੂਪ 'ਚ ਅੰਦਾਜ਼ਾ ਦੇਤਾ ਵੀ ਭਾਈ ਇਹੋ ਜਿਹੇ ਸਵਾਲ ਵੀ ਬਣ ਜਾਂਦੇ, ਜਿਵੇਂ ਆ 2D 'ਚ ਬਣਿਆ ਤਾਂ 3D ਦੇ ਵਿੱਚ ਵੀ ਬਣਦੇ, ਤਾਂ ਉੱਥੇ ਅਸੀਂ ਵੋਲਿਊਮ ਬਰਾਬਰ ਰੱਖਾਂਗੇ। 2D ਦੇ ਵਿੱਚ ਅਸੀਂ ਸਰਕਮਫਰੈਂਸ ਬਰਾਬਰ ਰੱਖਿਆ ਹੋਇਆ, ਜੋ ਵੀ ਮਤਲਬ ਪੈਰੀਮੀਟਰ ਆ ਉਹਨਾਂ ਦਾ। ਤਾਂ ਇਹ ਬੱਚੇ ਆਪਣਾ ਅੱਜ ਦਾ ਸੈਸ਼ਨ ਸੀ। ਅਗਲਾ ਸੈਸ਼ਨ ਜਿਹੜਾ ਮੰਗਲਵਾਰ ਨੂੰ ਹੋਊਗਾ ਅਗਲੇ ਹਫਤੇ, ਤਾਂ ਸੋਮਵਾਰ ਨੂੰ ਤੁਹਾਡਾ ਦੁਪਹਿਰੇ 2 ਵਜੇ ਰੀਜ਼ਨਿੰਗ ਦਾ ਸੈਸ਼ਨ ਹੋਊਗਾ। ਮੰਗਲਵਾਰ ਦੁਪਹਿਰੇ ਜਿਹੜਾ ਆਪਣਾ ਮੈਥ ਦਾ ਸੈਸ਼ਨ ਹੋਊਗਾ ਬੱਚੇ, ਉਹਦੇ ਵਿੱਚ ਮਤਲਬ ਮੇਰੀ ਫਾਈਲ ਤਿਆਰ ਹੈ, ਉਹਨੂੰ ਥੋੜਾ ਜਿਹਾ ਹੋਰ ਕੁਝ ਕੁਐਸਚਨਸ ਬਸ ਐਡ ਕਰਨੇ ਨੇ। ਉਹਦੇ ਵਿੱਚ ਜਿਹੜੇ ਬੱਚੇ ਮੈਨੂੰ ਪਿਛਲੇ 2-3 ਦਿਨਾਂ ਤੋਂ ਮਤਲਬ 2-3 ਵਾਰ ਕਹਿ ਚੁੱਕੇ ਕਿ 2018 ਦੇ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚ ਇੱਕ DI ਦਾ ਸਵਾਲ ਆਇਆ ਹੋਇਆ, ਮਤਲਬ ਵੈਨ ਡਾਇਗਰਾਮ ਵਾਲਾ ਸਵਾਲ ਆਇਆ ਹੋਇਆ, DI ਦੇ ਵਿੱਚ ਕੰਸੀਡਰ ਕਰ ਲੈਂਦੇ ਚਲੋ ਆਪਾਂ ਉਹਨੂੰ। ਉਹ ਵੈਨ ਡਾਇਗਰਾਮ ਵਾਲਾ ਸਵਾਲ ਅਗਲੀ ਕਲਾਸ 'ਚ ਆਪਾਂ ਕਰਨ ਲੱਗੇ ਹਾਂ। ਉਹਦੇ ਨਾਲ ਦਾ ਇੱਕ ਹੋਰ ਵੈਨ ਡਾਇਗਰਾਮ ਵਾਲਾ ਸਵਾਲ ਹੈ, ਉਹ ਵੀ ਆਪਾਂ ਅਗਲੀ ਕਲਾਸ 'ਚ ਕਰਨ ਲੱਗੇ ਹਾਂ। ਪਲੱਸ ਫਿਰ ਕੁਝ ਕੁਆਂਟਸ ਦੇ ਕੁਐਸਚਨ ਮੈਂ ਚੱਕ ਲੂੰਗਾ ਜਿਹੜੇ ਪੁਰਾਣੇ ਪੇਪਰਾਂ 'ਚ ਆਏ ਹੋਏ ਨੇ, ਤਾਂ ਅਗਲੀ ਕਲਾਸ ਵੀ ਆਪਣੀ ਘੰਟਾ ਸਵਾ ਘੰਟਾ ਜਾਂ 1.5 ਘੰਟੇ ਦੀ ਹੋਊਗੀ। ਤਾਂ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਦੇ ਹਾਂ ਬੱਚੇ। ਥੈਂਕ ਯੂ।